ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਜੀ ਦੀ ਬਖਸ਼ਿਸ਼ ਦੁਆਰਾ ਗੁਰੂ ਜੀ ਕੀ ਅਗਾਧ ਬੋਧ ਅਗੰਮ ਗੋਚਰ ਬਾਣੀ, ਜੋ ਗੁਰੂ ਘਰ ਦੇ ਕੀਰਤਨੀਏ ਭਾਈ ਰਾਏ ਬਲਵੰਡ ਤੇ ਰਾਏ ਸਤਾ ਜੀ ਦੇ ਮੁਖ ਤੋਂ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਖੀ ਉਚਾਰੀ ਗਈ, ਜਿਹਦੀ ਵਿਚਾਰ ਕਰਨ ਦਾ ਆਪਾਂ ਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਰਾਏ ਸਤਾ ਜੀ ਦੀਆਂ ਪੌੜੀਆਂ ਚੱਲਦੀਆਂ ਹਨ। ਰਾਏ ਬਲਵੰਡ ਜੀ ਦੀਆਂ 3 ਪੌੜੀਆਂ ਹਨ ਜੋ ਸੰਪੂਰਨ ਹੋ ਚੁੱਕੀਆਂ ਨੇ। ਪਿਛਲੀਆਂ 5 ਪੌੜੀਆਂ ਜਿਨ੍ਹਾਂ ਦੀ ਵਿਚਾਰ ਚੱਲ ਰਹੀ ਹੈ ਉਹ ਰਾਏ ਸਤਾ ਜੀ ਦੀਆਂ ਹਨ। ਤੇ ਜਿਸ ਲੜਕੀ ਦੇ ਵਿਆਹ ਪਿੱਛੇ ਸਤਿਗੁਰਾਂ ਦੇ ਨਾਲ ਕੁਝ ਨਾਰਾਜ਼ਗੀ ਹੋਈ ਸੀ, ਉਹ ਲੜਕੀ ਵੀ ਰਾਏ ਸਤਾ ਜੀ ਦੀ ਸੀ। ਇਸੇ ਦੀ ਲੜਕੀ ਦਾ ਵਿਆਹ ਸੀ। ਇਸ ਪੌੜੀ ਵਿੱਚ ਉਹਨਾਂ ਨੇ ਜ਼ਿਕਰ ਵੀ ਕਰ ਦੇਣਾ ਹੈ ਕਿ ਸਾਥੋਂ ਗਲਤੀ ਹੋਈ, ਅਸੀਂ ਆਪਣਾ ਮੂੰਹ ਮੰਗਿਆ, ਦਾਨ ਮੰਗਿਆ, ਆਪਣੀ ਮਰਜ਼ੀ ਦੇ ਪੈਸੇ ਮੰਗੇ, ਪਰ ਦਾਨ ਉਹੀ ਮੈਨੂੰ ਚੰਗਾ ਹੈ ਜੋ ਸਤਿਗੁਰ ਆਪਣੀ ਭਾਵਨਾ ਨਾਲ ਮਰਜ਼ੀ ਨਾਲ ਦੇਣ। ਉਹ ਵੀ ਜ਼ਿਕਰ ਕਰਨਗੇ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਪ ਜੀ ਨੇ ਇਸੇ ਪੌੜੀ ਦੇ ਜੋ ਪਿਛਲੇ ਪਦ ਰਹਿੰਦੇ ਨੇ ਉਹਨਾਂ ਦੀ ਵਿਚਾਰ ਸਰਵਣ ਕੀਤੀ ਸੀ। ਉਹ ਕਿਹੜਾ ਭੋਜਨ ਹੈ, ਉਹ ਕਿਹੜਾ ਪ੍ਰਸਾਦ ਹੈ, ਉਹ ਕਿਹੜਾ ਲੰਗਰ ਹੈ ਜਿਸ ਨੂੰ ਛਕ ਕੇ ਗੁਰਸਿੱਖਾਂ ਨੂੰ 4 ਕੁੰਟਾਂ ਦੀ 4 ਭਵਨਾਂ ਦੀ, 4 ਭਵਨ ਤੋਂ ਕੀ ਮਤਲਬ ਲੈਣਾ? 4 ਭਵਨਾਂ ਵਿੱਚ ਵਾਹਿਗੁਰੂ ਵਿਆਪਕ ਹੈ, ਰਵਿਆ ਹੋਇਆ ਹੈ। 4 ਭਵਨਾਂ ਦਾ ਗਿਆਨ ਹੋ ਜਾਣਾ, ਪਰਮੇਸ਼ਰ ਦਾ ਗਿਆਨ ਹੋ ਜਾਣਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ। ਐਸਾ ਕਿਹੜਾ ਭੋਜਨ ਹੈ ਜਿਸ ਦੇ ਛਕਣ ਤੋਂ ਬ੍ਰਹਮ ਗਿਆਨ ਪੈਦਾ ਹੋਵੇ? ਤੇ ਐਸਾ ਕਿਹੜਾ ਪ੍ਰਸਾਦ, ਖੀਰ, ਖੰਡ ਘਿਓ ਹੈ ਜਿਹਦੇ ਛਕਣ ਤੋਂ ਆਵਾਗਮਨ ਮਿਟ ਜਾਵੇ, 84 ਲੱਖ ਦਾ ਗੇੜ ਮਿਟ ਜਾਵੇ। ਉੱਪਰਲਾ ਜਿਹੜਾ ਪਦ ਸੀ ਉਹ ਵੀ ਤੁਹਾਡੇ ਚਰਨਾਂ 'ਚ ਬੇਨਤੀਆਂ ਕੀਤੀਆਂ ਸੀ। ਉਹ ਕਿਹੜਾ ਕਿਹੋ ਜਿਹਾ ਘੋੜਾ ਹੈ, ਉਹ ਕਿਹੋ ਜਿਹਾ ਧਨਖ ਹੈ, ਉਹ ਕਿਹੋ ਜਿਹਾ ਤੀਰ ਹੈ ਜਿਹਦੇ ਚਲਾਇਆ ਵਿਸ਼ੇ ਵਿਕਾਰ ਮਹਾਬਲੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਸ ਵਿੱਚ ਆ ਜਾਣ। ਜੋ ਇਹਨਾਂ ਨੇ ਸਾਡੇ ਜੀਵਨ ਵਿੱਚ ਅੰਧੇਰਾ ਹੀ ਅੰਧੇਰਾ ਕੀਤਾ ਹੋਇਆ ਹੈ, ਉਹ ਅੰਧੇਰਾ ਮਿਟ ਜਾਵੇ ਤੇ ਸੱਚ ਦਾ ਪ੍ਰਕਾਸ਼ ਦਾ ਸੂਰਜ ਚੜ੍ਹ ਜਾਵੇ। ਉਹ ਕਿਹੜਾ ਘੋੜਾ ਹੋ ਸਕਦਾ ਹੈ, ਉਹ ਕਿਹੜਾ ਧਨਕ ਹੋ ਸਕਦਾ ਹੈ, ਉਹ ਕਿਹੜਾ ਬਾਣ ਤੀਰ ਹੋ ਸਕਦਾ ਹੈ ਜੋ ਐਸੇ ਮਹਾਬਲੀਆਂ ਨੂੰ ਮਾਰ ਸਕੇ। ਉੱਥੇ ਵੀ ਤੁਸੀਂ ਸਮਝਿਆ ਸੀ, ਵਿਚਾਰਿਆ ਸੀ, ਇੱਥੇ ਦੇ ਘੋੜਿਆਂ ਦਾ ਇਹ ਕੰਮ ਨਹੀਂ ਹੈ, ਇੱਥੇ ਦੇ ਧਨਕ ਬਾਣ ਇਹ ਕੰਮ ਨਹੀਂ ਕਰ ਸਕਦੇ। ਜਿਵੇਂ ਇੱਥੇ ਦੇ ਵੱਡੇ ਵੱਡੇ ਡਾਕਟਰ ਤੁਹਾਡਾ ਟਾਈਫਾਈਡ ਹਟਾ ਸਕਦੇ ਨੇ, ਮਲੇਰੀਆ ਹਟਾ ਸਕਦੇ ਨੇ, ਆਰਥੋਰਾਈਟਸ ਹਟਾ ਸਕਦੇ ਨੇ, ਐਗਜ਼ੇਮਾ ਦਮਾ ਹਟਾ ਸਕਦੇ ਨੇ, ਪਰ ਕੀ ਕੋਈ ਡਾਕਟਰ ਹਉਮੈ ਹਟਾ ਸਕਦਾ? ਕੀ ਕੋਈ ਲੋਭ ਨੂੰ ਹਟਾ ਸਕਦਾ? ਕੀ ਕੋਈ ਐਸਾ ਆਪਰੇਸ਼ਨ ਹੈ ਤੇਰੇ ਵਿੱਚੋਂ ਕਾਮ ਵਾਸਨਾ ਨਿਕਲ ਜਾਵੇ, ਕਾਮਨਾਵਾਂ ਮੁੱਕ ਜਾਣ, ਅਹੰਕਾਰ ਮੁੱਕ ਜਾਵੇ? ਨਹੀਂ ਨਹੀਂ। ਜਿਵੇਂ ਸਰੀਰ ਦੀਆਂ ਦਵਾਈਆਂ ਸਰੀਰ ਦੇ ਰੋਗ ਮਿਟਾ ਦਿੰਦੀਆਂ ਨੇ, ਜਿਹੜੇ ਮਾਨਸਿਕ ਰੋਗ ਨੇ ਉਹਨਾਂ ਖਾਤਰ ਕੋਈ ਨਵੀਂ ਦਵਾਈ ਲੱਭਣੀ ਪਵੇਗੀ, ਨਵਾਂ ਸਾਧਨ ਲੱਭਣਾ ਪਵੇਗਾ। ਇਸੇ ਤਰ੍ਹਾਂ ਹੀ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹਨਾਂ ਨੂੰ ਮਾਰਨ ਖਾਤਰ ਵੀ ਇੱਥੇ ਦੁਸ਼ਮਣ ਨੂੰ ਮਾਰਨ ਖਾਤਰ ਬੰਦੂਕਾਂ ਹੈਗੀਆਂ, ਘੋੜਿਆਂ ਦੀਆਂ ਫੌਜਾਂ, ਏਅਰਫੋਰਸ ਹੈਗੀ, ਨੇਵੀ ਹੈਗੀ, ਆਰਮੀ ਹੈਗੀ। ਪਰ ਗੁਰਮੁਖ ਪਿਆਰਿਓ, ਜਿਹੜੇ ਅੰਤਰੀ ਵੀ ਦੁਸ਼ਮਣ ਸਾਡੇ ਨਾਲ 24 ਘੰਟੇ ਰਹਿ ਰਹੇ ਨੇ, ਉਹਨਾਂ ਨੂੰ ਮਾਰਨ ਖਾਤਰ ਕੋਈ ਨਵੀਂ ਫੌਜ, ਨਵੇਂ ਹਥਿਆਰ, ਜੋ ਸਹਿਜ ਦਾ ਘੋੜਾ ਹੋਵੇ, ਉੱਚੇ ਆਚਰਨ ਦਾ ਧਨਕ ਬਾਣ ਹੋਵੇ, ਗੁਰੂ ਦੇ ਸ਼ਬਦ ਦਾ ਵਿੱਚ ਤੀਰ ਹੋਵੇ ਤੇ ਚਲਾਉਣ ਵਾਲਾ ਕੋਈ ਗੁਰੂ ਸੂਰਮਾ ਕਾਰੀਗਰ ਹੋਵੇ, ਉਹੀ ਫਿਰ ਇਹਨਾਂ ਅੰਦਰਲੇ ਵਿਕਾਰਾਂ ਨੂੰ, ਮਹਾਬਲੀਆਂ ਨੂੰ ਮਾਰ ਸਕਦੇ। ਇਸੇ ਤਰ੍ਹਾਂ ਹੀ ਨਿਤ ਰਸੋਈ ਤੇਰੀ ਹੈ, ਘਿਓ ਮੈਦਾ ਖਾਣ, ਗੱਲਾਂ ਤਾਂ ਘਰ ਦੀਆਂ ਕੀਤੀਆਂ, ਘਿਓ ਵੀ ਆਖਿਆ, ਮੈਦਾ ਵੀ ਆਖਿਆ, ਆਟਾ ਤੇ ਖਾਣ ਖੰਡ ਵੀ ਆਖੀ ਹੈ।
ਮੈਂ ਅੰਮ੍ਰਿਤ ਵੇਲੇ ਬੇਨਤੀ ਕੀਤੀ ਸੀ, ਇਹ ਭੋਜਨ ਸਰੀਰ ਨੂੰ ਤਕੜਾ ਕਰ ਸਕਦੇ ਨੇ। ਜਿੰਨਾ ਸ਼ੁੱਧ ਭੋਜਨ ਛਕੋਗੇ ਸ਼ੁੱਧ ਖੂਨ ਪੈਦਾ ਹੋਵੇਗਾ, ਸ਼ੁੱਧ ਖੂਨ ਅੰਦਰ ਹੋਵੇ ਸ਼ੁੱਧ ਬਿਰਤੀ ਪੈਦਾ ਹੋਵੇਗੀ। ਜੈਸਾ ਅੰਨ ਤੈਸਾ ਮਨ। ਪਰ ਇਹ ਜਿਹੜੇ ਭੋਜਨ ਨੇ ਇਹ ਮਨ ਨੂੰ ਬਲਵਾਨ ਨਹੀਂ ਕਰ ਸਕਦੇ ਕਿ ਉਹ ਪੰਜ ਵਿਕਾਰਾਂ ਨਾਲ ਲੜ ਸਕੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜੋ ਅਜਿੱਤ ਫੌਜ ਹੈ ਉਹਨੂੰ ਜਿੱਤ ਸਕੇ। ਉਹ ਕਿਹੜਾ ਭੋਜਨ ਹੈ? ਅੰਮ੍ਰਿਤ ਵੇਲੇ ਤੋਂ ਵਿਚਾਰ ਚੱਲ ਰਹੀ ਹੈ। ਪਹਿਲਾ ਬਚਨ ਹੈ, ਨਿਤ ਰਸੋਈ ਤੇਰੀ ਹੈ ਘਿਓ। ਘੀ ਦਾ ਬਚਨ ਤੁਹਾਡੇ ਨਾਲ ਅੰਮ੍ਰਿਤ ਵੇਲੇ ਗੁਰੂ ਦੀ ਬਖਸ਼ੀ ਹੋਈ ਬਾਣੀ ਵਿੱਚੋਂ ਹੀ ਅਰਥ ਲਏ ਸੀ। ਦਾਲ ਸੀਧਾ ਮੰਗੋ ਘੀਓ, ਧੰਨੇ ਨੇ ਕਿਹੜਾ ਘੀ ਮੰਗਿਆ? ਇਹ ਪੰਜ ਵਿਕਾਰਾਂ ਦਾ ਜੋ ਦਲ ਅੰਦਰ ਹੈ ਫੌਜ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਵੀ ਮੰਨ ਗਏ, ਇਹ ਜਿੱਤਣ ਵਾਲੀ ਨਹੀਂ ਹੈ। ਜਿੱਤੈ ਭਾਈ ਨੂੰ ਕੋਈ ਵਿਰਲਾ ਹੀ ਜਿੱਤਦਾ। ਜਿਹੜਾ ਜਿੱਤ ਜਾਵੇ ਮਹਾਰਾਜ ਕਹਿੰਦੇ ਐਸੋ ਕੌਣ ਬਲੀ ਰੇ, ਕੋਈ ਵਿਰਲਾ ਹੀ ਬਲੀ ਹੈ ਜਿਨ੍ਹਾਂ ਇਹਨਾਂ ਪੰਜਾਂ ਨੂੰ ਜਿੱਤਦਾ। ਉਹ ਜਿਨ੍ਹਾਂ ਨੇ ਇਸ ਦਲ ਨੂੰ ਖਤਮ ਕਰ ਲਿਆ। ਜਦ ਤੱਕ ਇਹ ਵਿਕਾਰ ਨੇ, ਕੋਈ ਦੁਸ਼ਮਣ ਤੁਹਾਡੇ ਨਾਲ ਹੈ, ਖੁਸ਼ੀ ਵੀ ਚੰਗੀ ਨਹੀਂ ਲੱਗੇਗੀ, ਤੰਦਰੁਸਤੀ ਵੀ ਚੰਗੀ ਨਹੀਂ ਲੱਗੇਗੀ, ਚੰਗੇ ਗਹਿਣੇ ਵੀ ਚੰਗੇ ਨਹੀਂ ਲੱਗਣਗੇ। ਕੋਈ ਮਿੱਤਰ ਨਾਲ ਆ ਗਿਆ ਨਾ ਗੁਰਮੁਖ ਪਿਆਰਿਓ, ਰੁੱਖਾ ਮਿੱਸਾ ਭੋਜਨ ਵੀ ਸਵਾਦਿਸ਼ਟ ਹੋ ਜਾਵੇਗਾ। ਅਜ ਕੇ ਆਖੋ ਸਤਿ। ਸੋ ਜਦੋਂ ਤੱਕ ਇਹ ਦੁਸ਼ਮਣ ਸਾਡੇ ਨਾਲ ਨੇ, ਹਨੇਰਾ ਹੀ ਹਨੇਰਾ ਹੈ। ਜਦੋਂ ਇਹਨਾਂ ਨੂੰ ਜਿੱਤ ਲਿਆ, ਸਹਿਜ ਦਾ ਘੋੜਾ ਤੇ ਉੱਚੇ ਅਚਰਨ ਦੀ ਕਾਠੀ ਪਾ ਕੇ ਉੱਤੇ ਬਹਿ ਗਏ ਮਹਾਰਾਜ। ਕਿਸ ਦੀ? ਇਹਨਾਂ 10 ਇੰਦਰੀਆਂ ਨੂੰ ਜਿੱਤਣ ਦੀ ਕਾਠੀ। ਜਤ ਕੀਓ ਪਲਾਣ, ਕੱਲ ਤੁਸੀਂ ਸਰਵਣ ਕੀਤਾ ਸੀ। ਜਦੋਂ ਜਿੱਤ ਲਏ ਤਾਂ ਮੈਂ ਬੇਨਤੀ ਕੀਤੀ ਸੀ ਸਵੇਰੇ ਕਿ ਸਭ ਤੋਂ ਖਤਰਨਾਕ ਦੁਸ਼ਮਣ ਕੌਣ ਹੁੰਦਾ ਹੈ? ਜਿਹੜਾ ਕਦੇ ਤੁਹਾਡਾ ਮਿੱਤਰ ਸੀ। ਸਭ ਤੋਂ ਵੱਧ ਖਤਰਾ ਉਸੇ ਤੋਂ ਹੋਵੇਗਾ। ਕਦੇ ਬਹੁਤ ਵੱਡਾ ਦੁਸ਼ਮਣ ਦੁਬਾਰਾ ਮਿੱਤਰ ਬਣ ਜਾਵੇ ਨਾ, ਉਹਦੀ ਸਹਾਇਤਾ ਵੀ ਸਭ ਤੋਂ ਵੱਡੀ ਹੋਵੇਗੀ। ਉਹ ਨੇੜੇ ਵੀ ਤੁਹਾਡੇ ਸ਼ਬਦ। ਇਹ ਪੰਜ ਦੁਸ਼ਮਣ ਨੇ। ਜਿੱਦਣ ਇਹਨਾਂ ਨੂੰ ਜਿੱਤ ਲਿਆ, ਜਿੱਦਣ ਇਹਨਾਂ ਉੱਤੇ ਕਾਬੂ ਪਾ ਲਿਆ ਆਪਾਂ ਨੇ, ਫੇਰ ਤਾਂ ਇਹਨੇ ਘਿਓ ਬਣ ਜਾਣੇ, ਨਰਮ ਹੋ ਜਾਣੇ। ਘਿਓ ਨਰਮ ਹੁੰਦਾ, ਜਿੱਥੇ ਲੱਗ ਜਾਵੇ ਉੱਥੇ ਹੀ ਨਰਮਾਈ ਦੇ ਦਿੰਦਾ, ਅੰਦਰ ਸ਼ਕਤੀ ਪ੍ਰਦਾਨ ਕਰਦਾ। ਮੈਦਾ ਪੰਜਾਬੀ ਦਾ ਮੁਹਾਵਰੇ, ਹਟ ਜਾ ਤੇਰਾ ਚੂਰਾ ਬਣਾ ਦੂੰਗਾ, ਮੈਦਾ ਬਣਾ ਦੂੰਗਾ। ਪੀ ਕੇ ਬਰੀਕ ਕਰ ਦੇਣਾ, ਕਿਸੇ ਚੀਜ਼ ਨੂੰ ਖਤਮ ਕਰ ਦੇਣਾ, ਚੂਰਾ ਕਰ ਦੇਣਾ। ਮੋਟੇ ਜਿਹੇ ਸ਼ਬਦ ਨੇ ਪੰਜਾਬੀ ਦੇ। ਤੇ ਇੱਥੇ ਅੰਮ੍ਰਿਤ ਵੇਲੇ ਤੁਹਾਨੂੰ ਬਚਨ ਕੀਤਾ ਸੀ, ਇਹ ਅਸੀਂ ਇੱਥੇ ਜੇ ਆਉਣਾ ਗੁਰਮੁਖ ਪਿਆਰਿਓ, ਆਪਣੇ ਆਪ ਨੂੰ ਬਰੀਕ ਬਰੀਕ ਵੀ ਐਸਾ ਦਿਖਣ ਜੋਗਾ ਨਾ ਛੱਡ। ਖੇ ਵੀ ਕਹਿ ਦਿੱਤੀ, ਮਿੱਟੀ ਵੀ ਕਹਿ ਦਿੱਤੀ, ਬਣ ਗਿਆ ਕੱਖ ਨਹੀਂ ਬਣਨੀ। ਜੇ ਉਹ ਦਿਖਦੀ ਰਹੀ ਵੀ ਮਿੱਟੀ ਉੱਡਦੀ ਹੈ। ਜੋੜ ਲੱਗ ਗਏ ਅੰਗ, ਉਹ ਮਿੱਟੀ ਬਣੇ ਦਾ ਵੀ ਕੀ ਫਾਇਦਾ ਜਿਹੜੀ ਅਜੇ ਦਿਖ ਰਹੀ ਹੈ। ਤੂੰ ਤਾਂ ਇੱਥੇ ਪੁੱਜਣੇ ਆਪ ਗਵਾਈਏ। ਬਸ ਆਪਣੇ ਆਪ ਨੂੰ ਖਤਮ ਕਰ ਤਾਂ ਸੋ ਪਾਈਏ। ਤੇ ਇੱਕ ਸਵਾਲ ਪੈਦਾ ਕਰ ਦਿੱਤਾ ਦੁਨੀਆ ਦੇ ਲੋਕੋ, ਜੇ ਕੋਈ ਹੋਰ ਤਰੀਕਾ ਹੈ ਸਾਨੂੰ ਵੀ ਦੱਸ ਦਿਓ। ਔਰ ਕੈਸੀ ਚਤਰਾਈ, ਕੋਈ ਹੋਰ ਅਕਲ ਹੈ ਤੁਹਾਡੇ ਕੋਲ? ਹੋਰ ਤਰੀਕਾ ਹੈ ਰੱਬ ਨੂੰ ਪਾਉਣ ਦਾ? ਤਰੀਕਾ ਹੀ ਇੱਕ ਹੈ, ਆਪ ਗਵਾਈਏ ਤਾਂ ਸੋ ਪਾਈਏ। ਗੁਰਮੁਖ ਪਿਆਰਿਓ, ਸਰੀਰ ਦਾ ਚੂਰਾ ਨਹੀਂ ਕਰਨਾ, ਸਰੀਰ ਦਾ ਰੇਤਾ ਨਹੀਂ ਬਣਾਉਣਾ, ਸਰੀਰ ਦਾ ਮੈਦਾ ਨਹੀਂ ਬਣਾਉਣਾ ਪੀ ਕੇ। ਬਣਾਉਣਾ ਕਿਸ ਚੀਜ਼ ਦਾ? ਗੁਰਮੁਖ ਪਿਆਰਿਓ ਆਪ। ਬੜਾ ਕੀਮਤੀ ਬਚਨ ਹੈ, ਜੇ ਕਿਤੇ ਇਹਨੂੰ ਸੁਣੋ। ਆਪਾ ਭਾਵ ਕੀ ਹੁੰਦਾ? ਆਪਾ ਭਾਵ ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ। ਇਹਨੂੰ ਹਉਮੈ ਨਹੀਂ ਸਮਝਣਾ, ਇਹਨੂੰ ਦਿਲ ਦਿਮਾਗ ਮਨ ਨਹੀਂ ਸਮਝਣਾ। ਆਪੇ ਭਾਵ ਨੂੰ ਇਹ ਜੀਵ ਆਤਮਾ ਵੀ ਨਹੀਂ ਹੈ। ਇਹਦੇ ਖੁਲਾਸਾ ਲਓ ਬਾਣੀ ਵਿੱਚੋਂ। ਆਪਾ ਭਾਵ ਕੀ ਹੁੰਦਾ? ਤੁਹਾਡੇ ਅੰਦਰੋਂ ਨਿਤ ਆਵਾਜ਼ ਆਉਂਦੀ ਹੈ, ਮੇਰਾ ਸਿਰ, ਮੇਰੇ ਹੱਥ, ਮੇਰਾ ਪੈਰ। ਸਿਆਣੇ ਬੈਠੇ ਹੋ। ਭਾਵ ਸਿਰ ਹੋਰ ਚੀਜ਼ ਹੈ, ਮਾਲਕ ਹੋਰ ਚੀਜ਼ ਹੈ। ਜਿਹੜਾ ਸਿਰ ਨੂੰ ਮੇਰਾ ਕਹਿ ਰਿਹਾ ਉਹ ਤਾਂ ਹੋਰ ਹੋਇਆ ਨਾ। ਫਿਰ ਤੁਸੀਂ ਕਹੋਗੇ ਨਹੀਂ ਮੇਰਾ ਮਕਾਨ, ਤੇ ਮਕਾਨ ਹੋਰ ਹੈ, ਤੁਸੀਂ ਹੋਰ ਹੋ।
ਇਸ ਤਰ੍ਹਾਂ ਸਾਡੇ ਅੰਦਰ ਜਿਹੜਾ ਕਹਿ ਰਿਹਾ ਮੇਰਾ ਸਿਰ, ਮੇਰੀਆਂ ਅੱਖਾਂ, ਮੇਰੇ ਪੈਰ, ਉਹ ਪੈਰ ਤੇ ਅੱਖਾਂ ਤਾਂ ਹੋਰ ਚੀਜ਼ ਹੈ, ਮੇਰਾ ਕਹਿਣ ਮਾਲਕ ਤਾਂ ਹੋਰ ਹੈ ਅੰਦਰ। ਫਿਰ ਇਹਨੂੰ ਗਾਹਾਂ ਵਧੋ, ਮੇਰਾ ਦਿਮਾਗ, ਮੇਰੀ ਅਕਲ। ਮੇਰਾ ਦਿਮਾਗ ਨਾ ਖਾ, ਸਿੱਧੀ ਪੰਜਾਬੀ ਕਹਿ ਦਿੰਦੇ ਹੋ। ਇਸ ਤੋਂ ਵੀ ਅੱਗੇ ਵਾਜੋ, ਮੇਰਾ ਦਿਲ ਨਾ ਦਿਖਾ। ਉਹ ਦਿਲ ਨੂੰ ਵੀ ਆਪਣਾ ਹੀ ਸਮਝਦਾ, ਦਿਲ ਹੋਰ ਹੈ, ਮਾਲਕ ਹੋਰ ਹੈ। ਫਿਰ ਅੱਗੇ ਚਲੋ, ਅੱਜ ਮੇਰਾ ਮਨ ਦੁਖੀ ਹੈ, ਮਨ ਵੀ ਹੋਰ ਹੈ ਤੇ ਮਾਲਕ ਹੋਰ ਹੈ। ਜਿਹੜਾ ਮਨ ਨੂੰ ਵੀ ਕਹਿ ਰਿਹਾ ਮੇਰਾ, ਮਨ ਵੀ ਮੇਰਾ। ਇੱਥੇ ਤੱਕ ਵੀ ਇਹ ਮੇਰਾ ਸ਼ਬਦ ਪੁੱਜ ਗਿਆ, ਮੇਰੀ ਆਤਮਾ ਨਾ ਦਿਖਾ ਅਜ ਕੇ ਆਖੋ ਸਤਿਨਾਮ। ਅੱਜ ਮੇਰੀ ਆਤਮਾ ਦੁਖੀ ਹੈ। ਲਓ, ਆਤਮਾ ਦਾ ਵੀ ਓਨਰ ਮਾਲਕ ਹੋ ਕੇ ਬੈਠਾ ਵਿੱਚ ਕੋਈ। ਹੁਣ ਸਮਝਣਾ, ਜਿਹੜਾ ਮਨ ਨੂੰ ਵੀ ਮੇਰਾ ਕਹਿ ਰਿਹਾ, ਦਿਲ ਨੂੰ ਵੀ, ਦਿਮਾਗ ਨੂੰ ਵੀ, ਹੱਥਾਂ ਪੈਰਾਂ ਨੂੰ ਵੀ, ਗੁਰਮੁਖ ਪਿਆਰਿਓ ਮਨ ਨੂੰ ਵੀ, ਬੁੱਧੀ ਨੂੰ ਵੀ, ਆਤਮਾ ਨੂੰ ਵੀ ਮੇਰਾ ਹੀ ਮੇਰਾ ਕਹਿ ਰਿਹਾ, ਉਸ ਦਾ ਨੌ ਬਾਣੀ ਵਿੱਚ ਆਪਾ ਭਾਵੈ ਅਜ ਕੇ ਆਖੋ ਸਤਿਨਾਮ। ਜੋ ਸਭ ਨੂੰ ਹੈ ਮੇਰਾ ਕਹਿ ਰਿਹਾ, ਬਸ ਹੋਰ ਨਹੀਂ। ਉਹਨੂੰ ਦੱਸੋ ਮੇਰਾ ਕਹਿਣ ਵਾਲਾ ਕੌਣ ਹੈ, ਫਿਰ ਉਹਦਾ ਮਾਲਕ ਕੌਣ ਹੈ। ਨੁਕਤਾ ਹੀ ਹੈ ਤੁਹਾਡੇ ਚਰਨਾਂ ਵਿੱਚ। ਮੇਰੀਆਂ ਅੱਖਾਂ, ਮੇਰਾ ਸਿਰ, ਮੇਰਾ ਘਰ, ਮੇਰਾ ਮਕਾਨ, ਮੇਰੇ ਪੁੱਤ, ਮੇਰੀ ਜ਼ਮੀਨ, ਮੇਰਾ ਦਿਲ, ਮੇਰਾ ਮਨ, ਮੇਰੀ ਬੁੱਧੀ, ਮੇਰਾ ਦਿਮਾਗ, ਮੇਰੀ ਆਤਮਾ, ਉਹ ਕੌਣ ਹੈ? ਉਹ ਤੇਰਾ ਅਹੰ ਆਪਾ ਭਾਵ ਹੈ। ਹਉਮੈ ਨਹੀਂ, ਅਹੰ ਆਪਾ ਭਾਵ। ਤੇ ਗੁਰਮੁਖ ਪਿਆਰਿਓ, ਉਹਦਾ ਮਾਲਕ ਵੀ ਤਾਂ ਕੋਈ ਹੋਊਗਾ। ਬਸ ਜੇ ਇਸ ਮਾਲਕ ਦੀਆਂ ਚੀਜ਼ਾਂ ਨਾਲ ਜੁੜੀ ਰਹੇ, ਘੁੰਮਣ ਘੇਰਾ ਚੱਲਦਾ ਰਹੂਗਾ। ਹਉਮ ਵਿੱਚ ਆਇਆ, ਹਉਮ ਵਿੱਚ ਗਿਆ। ਜੇ ਕਿਤੇ ਅੰਦਰ ਬੈਠਾ ਜਿਹੜਾ ਕਹਿ ਰਿਹਾ ਹੈ ਮੇਰਾ ਸਿਰ, ਮੇਰੀਆਂ ਅੱਖਾਂ, ਮੇਰਾ ਮਨ, ਮੇਰਾ ਦਿਲ, ਜੇ ਕਿਤੇ ਉਹਦੇ ਨਾਲ ਜੁੜ ਗਏ ਤੇ ਪਾਰ ਉਤਾਰਾ ਹੋ ਜਾਊਗਾ। ਅਜ ਕੇ ਆਖੋ ਸਤਿਨਾਮ। ਉਹਨੂੰ ਲੱਭਣਾ ਔਖਾ। ਉਸ ਨੂੰ ਬਾਣੀ ਨੇ ਕਹਿ ਦਿੱਤਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਕਿਹੜੀ ਚੀਜ਼ ਹੈ ਤੇਰੇ ਅੰਦਰ ਜਿਹੜੀ ਸਭ ਨੂੰ ਕਹਿ ਰਹੀ ਹੈ ਮੇਰਾ? ਅੱਖਾਂ, ਕੰਨ, ਸਭ ਕੁਝ ਮੇਰਾ। ਉਹਨੂੰ ਪਛਾਣਨ ਦੀ ਕੋਸ਼ਿਸ਼ ਕਰ। ਉਹ ਕੋਈ ਹੈਗਾ, ਤੇ ਜਿੱਦਣ ਉਹਨੇ ਨਹੀਂ ਹੋਣਾ, ਅੱਖਾਂ ਵੀ ਹੋਣਗੀਆਂ, ਢਿੱਡ ਵੀ ਹੋਊਗਾ, ਕਾਰ ਵੀ ਹੋਊਗੀ, ਕੋਠੀ ਵੀ ਹੋਊਗਾ, ਸਭ ਕੁਝ ਹੋਊਗਾ, ਪਰ ਕੋਈ ਕਹਿਣ ਵਾਲਾ ਨਹੀਂ ਹੋਊਗਾ ਮੇਰੀਆਂ ਅਜ ਕੇ ਆਖੋ ਸਤ। ਇਹਨੂੰ ਗਾਹਾਂ ਸਮਝਿਓ ਥੋੜਾ ਜਿਹਾ। ਅੰਤ ਸਮੇਂ ਮਰ ਕੇ ਉਸ ਮੈਂ ਕਹਿਣ ਵਾਲੇ ਨੇ ਸਭ ਨੂੰ ਛੱਡ ਦੇਣਾ। ਫਿਰ ਨਹੀਂ ਨਾ ਮੇਰਾ ਕੁਝ ਵੀ ਰਹਿਣਾ। ਨਾ ਨਾ, ਅੰਤ ਸਮੇਂ ਮੌਤ ਤੋਂ ਬਾਅਦ ਜੇ ਗੁਰੂ ਦੀ ਨਦਰੀ ਵਿੱਚ ਆਉਣਾ, ਇਹਨੂੰ ਜਿਉਂਦੇ ਹੀ ਛੱਡ ਦੋ ਅਜ ਕੇ ਆਖੋ ਸਤ। ਬਸ ਫਿਰ ਰੱਬ ਦੀ ਨਿਗਾਹ ਵਿੱਚ ਆ ਗਏ। ਅਹੰ ਮੈਂ। ਸਮਝਾਇਆ ਤਾਂ ਬਹੁਤ ਹੈ ਆਪਾਂ ਨੂੰ, ਪਰ ਸਮਝੇ ਨਹੀਂ ਆਪਾਂ। ਮੈਨੂੰ ਬਾਰ-ਬਾਰ ਕਹਿਣਾ ਪੈਂਦਾ, ਬੜੀ ਸੁਖਮਨੀ ਦੇ ਪਾਠ ਹੋਣੇ, ਬੜੀ ਸੁਖਮਨੀ ਦੇ ਜਾਪ ਹੋਣੇ, ਇੰਨੇ ਪਾਠ ਕਰਤੇ, ਇੰਨੇ ਮੈਂ ਕਰਦੇ, ਕੋਈ ਅਸਰ ਹੁੰਦਾ ਨਹੀਂ ਦਿਖ ਰਿਹਾ। ਗੁਰਸਿੱਖ ਪਿਆਰੇ, ਕੋਈ ਰਾਜੀ ਹੁੰਦੇ ਨਹੀਂ ਦਿਖ ਰਹੇ। ਦਵਾਈਆਂ ਤਾਂ ਖਾ ਰਹੇ ਬੜੀਆਂ ਕੀਮਤੀਆਂ, ਬਾਣੀ ਤੋਂ ਕੀਮਤੀ ਦਵਾਈ ਤਾਂ ਮਿਲਣੀ ਹੋਣੀ ਤੁਹਾਨੂੰ ਕੋਈ, ਪਰ ਰੋਗ ਹਟ ਨਹੀਂ ਰਹੇ। ਕਲ ਕਲੇਸ਼ ਵੱਧ ਰਿਹਾ, ਈਰਖਾ ਵੱਧ ਰਹੀ ਹੈ। ਕਿਉਂ? ਕੈਮਿਸਟ ਬੈਠਾ ਫਾਰਮੇਸੀ 'ਚ, 5-7 ਮਿਲੀਅਨ ਦੀਆਂ ਦਵਾਈਆਂ ਭਰੀਆਂ ਪਈਆਂ ਨੇ, ਉੱਥੇ ਹੀ ਰਹਿੰਦਾ, ਬੈਠਾ ਭਰੇ ਹੋਏ ਸਟੋਰ ਦੇ ਵਿੱਚ। ਉਹਨੂੰ ਪਤਾ ਹੈ ਕਿਹੜੀ ਦਵਾਈ ਕਿੱਥੇ ਪਈ ਹੈ, ਕਿਹੜੇ ਟੀਕੇ ਕਿੱਥੇ ਪਏ ਨੇ। ਉਹਨੂੰ ਇਹ ਵੀ ਪਤਾ ਕਿਹੜੀ ਦਵਾਈ ਕਾਹਦੇ ਖਾਤਰ ਵਰਤਣੀ ਹੈ, ਕਿਸ ਨੂੰ ਇਹ ਦਵਾਈ ਦੇਣੀ ਹੈ, ਸਭ ਪਤਾ ਹੈਗਾ। ਪਰ ਉਹਦਾ ਤਾਪ ਤਾਂ ਹਟੂਗਾ ਜੇ ਖੁਦ ਵਰਤੂਗਾ। ਅਜ ਕੇ ਆਖੋ ਸਤ। ਮੈਨੂੰ ਖਿਮਾ ਹੀ ਕਰ ਦਿਓ। ਆ ਜਿਹੜੀ ਬਾਣੀ ਪੜ੍ਹਦੇ ਆਪਾਂ, ਇਹ ਲੋਕਾਂ ਖਾਤਰ ਸਟੋਰ ਭਰਿਆ ਤਾਂ ਪਿਆ ਕੈਮਿਸਟ ਦਾ, ਪਰ ਲੋਕਾਂ ਨੂੰ ਵੰਡਣ ਖਾਤਰ। ਸੁਖਮਨੀ ਸਾਹਿਬ ਕਦੇ ਆਪਣੇ ਖਾਤਰ ਪੜੋ। ਕੀ ਕਿਹਾ ਤੁਹਾਡੀ ਅਹੰਗ ਨੂੰ?
ਹਉਮੈ ਨੂੰ ਬੜਾ ਸੋਹਣਾ ਚਿੱਤਰ ਖੜਕਾਇਆ ਹੈ। ਸੁਣ ਲੋ ਪੰਜਵੇਂ ਪਾਤਸ਼ਾਹ ਦੀ ਬਾਣੀ। ਜਿਸ ਕੈ ਅੰਤਰ ਰਾਜ ਅਭਿਮਾਨ ਅਹੰ ਆਪਾ ਭਾਵ, ਰਾਜ ਭਾਗ ਮਿਲ ਗਿਆ, ਹਉਮੈ ਦਾ ਤਾਪ ਚੜ ਗਿਆ, ਮੈਂ ਰਾਜਾ, ਮੈਂ ਮਿਨਿਸਟਰ, ਮੈਂ ਚੀਫ ਮਿਨਿਸਟਰ। ਜਿਹਦੇ ਅੰਦਰ ਸ਼ਕਤੀ ਦਾ ਮਾਣ ਨੇ, ਪਦਵੀ ਦਾ ਮਾਣ ਨੇ, ਤਾਕਤ ਦਾ ਮਾਣ ਨੇ, ਡਰ ਕੇ ਸੁਣਿਓ ਸ਼ਬਦ। ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਊਗਾ। ਕੁੱਤਾ ਵੀ ਕਿਤੇ ਇੰਗਲੈਂਡ ਦਾ ਨਾ ਸਮਝ ਲਿਓ, ਕੈਨੇਡਾ ਦਾ। ਇੱਥੇ ਤਾਂ ਬਿਸਕੁਟ ਖਾਣੇ, ਸ਼ੈਂਪੂਆਂ ਨਾਲ ਨਲਾ ਹੁੰਦੇ, ਬੈੱਡ ਹੈ ਉਹਨਾਂ ਦੇ ਜੁਦੇ ਬਣੇ ਹੋਏ, ਕੇਜ ਜੁਦੇ ਬਣੇ ਹੋਏ ਨੇ, ਹੀਟਰ ਲੱਗੇ ਨੇ। ਕਿਤੇ ਬਰਮਿੰਗਮ ਦਾ ਕੁੱਤਾ ਨਾ ਸਮਝਿਓ। ਮਹਾਰਾਜ ਕਹਿੰਦੇ ਜਿਹੜੇ ਸ਼ਕਤੀ ਦਾ ਮਾਣ ਕਰਨਗੇ, ਚਾਹੇ ਉਹ ਧਨ ਦੀ ਹੈ, ਚਾਹੇ ਵਿਦਿਆ ਦੀ ਹੈ, ਚਾਹੇ ਚਾਰ ਭਾਈਆਂ ਦੀ ਹੈ, ਚਾਹੇ ਕੁਰਸੀ ਦੀ ਹੈ, ਚਾਹੇ ਜਾਇਦਾਦ ਦੀ ਹੈ, ਜਿਹੜਾ ਇਸ ਸ਼ਕਤੀ ਦਾ ਮਾਣ ਕਰੂ, ਮੇਰੇ ਗੁਰਦੇਵ ਕਹਿੰਦੇ ਅਗਲੇ ਜਨਮ ਵਿੱਚ ਕੁੱਤਾ ਹੋਊਗਾ। ਕੁੱਤਾ ਵੀ ਨਰਕਾਂ ਦੇ ਗੰਧ ਖਾਣ ਵਾਲਾ। ਅੱਜ ਕੇ ਆਖੋ ਸਤਿ। ਸੋ ਨਰਕ ਪਾਤੀ, ਇੱਥੇ ਦੇ ਬਿਸਕੁਟ ਖਾਣ ਵਾਲਾ ਨਹੀਂ, ਰੋਟੀਆਂ ਨਹੀਂ, ਨਰਕਾਂ ਦੇ ਗੰਧ ਖਾਣ ਵਾਲਾ ਕੁੱਤਾ, ਜਿਹੜਾ ਸ਼ਕਤੀ ਦਾ ਮਾਣ ਕਰੇ। ਅਗਲੀ ਤੁਕ। ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਗੋਬਤ ਸੁਆਨ। ਜੋ ਜਾਣੈ ਮੈਂ ਜੋਬਨਵੰਤ, ਐ ਹੱਡ ਚਮ ਮਿੱਟੀ ਦੇ ਹੀ ਬੁਖਾਰ ਚੜਿਆ, ਮੈਂ ਸੁੰਦਰ ਬਹੁਤ ਹੈ, ਮੇਰਾ ਸਰੀਰ ਤਕੜਾ ਬਹੁਤ ਹੈ, ਇੰਨੇ ਫੁੱਟ ਲੰਬਾ ਹੈ, ਰੰਗ ਰੋਗਨ ਸੋਹਣਾ ਹੈ। ਇਹ ਪਤਾ ਜਿਹੜਾ ਰੰਗ ਰੋਗਨ ਸਾਡੇ ਸਰੀਰ ਨੂੰ ਲਾਇਆ, ਇਹ ਮਹਾਰਾਜ ਨੇ ਕੀ ਲਿਖਿਆ? ਮੇਰੀਆਂ ਪੁਰਾਣੀਆਂ ਬੀਬੀਆਂ ਜਾਣਦੀਆਂ, ਇੱਕ ਪਾਂਡੂ ਹੁੰਦਾ ਸੀ, ਪਾਂਡੂ, ਜਿਹਦਾ ਪੋਚਾ ਦਿੰਦੀਆਂ ਹੁੰਦੀਆਂ ਸੀ ਬੀਬੀਆਂ, ਫਾਈਨਲ ਉਹ ਦਿੰਦੀਆਂ ਸੀ ਪਾਂਡੂ। ਮਹਾਰਾਜ ਕਹਿੰਦੇ ਉਹ ਸਿੱਖਾ, ਉਹ ਭੈਣੋ ਭਰਾਵੋ, ਕਾਹਨੂੰ ਇਸ ਮਿੱਟੀ ਦੀ ਸੁੰਦਰਤਾ ਦਾ ਮਾਣ ਕਰਦੇ ਆ? ਇਹ ਨਹੀਂ, ਇਹ ਤਾਂ ਪਾਂਡੂ ਦਾ ਪੋਚਾ ਰੇਤੇ ਦੀ ਕੰਧ ਉੱਤੇ ਦਿੱਤਾ ਹੋਇਆ ਹੈ। ਅੱਜ ਕੇ ਆਖੋ ਸਤ। ਮਹਾਰਾਜ ਕਹਿੰਦੇ ਜਿਹੜਾ ਸੁੰਦਰਤਾ ਦਾ, ਜੋਬਨ ਦਾ, ਜਵਾਨੀ ਦਾ ਮਾਣ ਕਰਦਾ, ਕੀ ਬਚਨ ਹੈ? ਮਹਾਰਾਜ ਕਹਿੰਦੇ ਭਾਈ ਇਹਨਾਂ ਚੀਜ਼ਾਂ ਦਾ ਮਾਣ। ਜੋ ਜਾਣੈ ਮੈਂ ਜੋਬਨਵੰਤ, ਜਵਾਨ ਨੇ, ਸੁੰਦਰ ਹੈ, ਕਿਹੜੇ ਦੇ ਹੋ ਕੇ ਸੁਣ ਲਿਓ। ਮਹਾਰਾਜ ਕਹਿੰਦੇ ਅਗਲੇ ਜਨਮ ਵਿੱਚ ਕੀੜਾ ਹੋਊਗਾ। ਕੀੜਾ ਵੀ ਕਿਤੇ ਅਮਰੂਦ ਦਾ ਨਾ ਸਮਝ ਲਿਓ, ਰੇਸ਼ਮ ਦਾ ਨਾ ਸਮਝ ਲਿਓ। ਬਥੇਰੇ ਕੀੜੇ ਪੈਦਾ ਹੁੰਦੇ ਇੱਥੇ, ਨਹੀਂ ਨਹੀਂ, ਕੀੜਾ ਵੀ ਮਹਾਰਾਜ ਕਹਿੰਦੇ ਗੰਦਗੀ ਦਾ ਹੋਊਗਾ। ਅੱਜ ਕੇ ਆਖੋ ਸਤਿਨਾਮ। ਇਹ ਸਰੀਰ ਹੱਡ ਚਮਦੇ ਹੀ ਮਾਣ ਕਈਆਂ ਨੂੰ ਬੁਖਾਰ ਚੜਾਈ ਫਿਰਦਾ, ਮੈਂ ਸੁੰਦਰ ਬਹੁਤ ਹੈ, ਮੈਂ ਤਕੜਾ ਬਹੁਤ ਹੈ। ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਹੁਣ ਆ ਗਈ ਸਾਡੀ ਵਾਰੀ ਭਾਈ, ਮੇਰੇ ਲਾਣੇ ਦੀ। ਤੁਸੀਂ ਵੀ ਹੈਗੇ ਵਿੱਚ, ਸੁਖਮਨੀ ਪੜ੍ਹਦੇ, ਜਪਜੀ ਪੜ੍ਹਦੇ, ਇੰਨੀਆਂ ਚੌਪੀਆਂ ਪੜ੍ਹਦੇ, ਇੰਨੀ ਵਾਰ ਹਜ਼ੂਰ ਸਾਹਿਬ ਜਾਇਆ। ਮਹਾਰਾਜ ਕਹਿੰਦੇ ਆਪਸ ਕੋ ਕਰਮਵੰਤ ਕਹਾਵੇ। ਜਿਹੜਾ ਕਹਿੰਦਾ ਮੈਂ ਕਰਮ ਕਰਦਾ ਫਿਰਦਾ, ਜਾਪ ਕਰਦਾ ਫਿਰਦਾ, ਦਾਨ ਕਰਦਾ ਫਿਰਦਾ, ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਮਹਾਰਾਜ ਕਹਿੰਦੇ ਕਰੀ ਜਾ, 84 ਲੱਖ ਦਾ ਗੇੜਾ ਤੇਰੇ ਖਾਤਰ ਵੀ ਤਿਆਰ ਹੈ। ਜਨਮ ਮਰੇ ਬਹੁ ਜੋਨ ਪਰਮਾਵੇ। ਕਰੀ ਜਾ ਜਿਹਨੇ ਕਰਮ ਕਰਨੇ। ਹੁਣ ਵਾਰੀ ਸਿੱਧੀ ਉਹ ਤੁਹਾਡੀ ਹੈ, ਸਿੱਧੀ। ਮਹਾਰਾਜ ਕਹਿੰਦੇ ਧਨ ਭੂਮ ਕਾ ਜੋ ਕਰੇ ਗੁਮਾਨ। ਇੰਨੀ ਜ਼ਮੀਨ ਹੈ, ਇੰਨੀਆਂ ਕੋਠੀਆਂ, ਇੰਨੀਆਂ ਫੈਕਟਰੀਆਂ, ਇੰਨੇ ਟਰੱਕ, ਇੰਨੇ ਕਾਰਖਾਨੇ, ਇੰਨਾ ਬੈਂਕ ਬੈਲੈਂਸ ਪਿਆ, ਤੇ ਪਹਿਲਿਆਂ ਨੂੰ ਤਾਂ ਦਿੱਤੀ ਹੈ 1-1 ਡਿਗਰੀ। ਜਿਹੜਾ ਧਨ ਭੂਮ ਪ੍ਰਾਪਰਟੀ ਦਾ ਮਾਣ ਕਰੂਗਾ, ਉਹਨੂੰ ਗੁਰੂ ਅਰਜਨ ਪਾਤਸ਼ਾਹ ਨੇ 3 ਸਰਟੀਫਿਕੇਟ ਕੱਟ ਦਿੱਤੇ ਇਕੱਠੇ ਹੀ।
ਜਿਵੇਂ ਕਈ ਟ੍ਰਿਪਲ MA ਹੁੰਦੇ ਆ, 3 ਡਿਗਰੀਆਂ ਇਕੱਠੀਆਂ ਹੀ। ਮਹਾਰਾਜ ਕਹਿੰਦੇ ਆ ਧਨ ਦੌਲਤ ਦਾ ਜਿਹੜਾ ਮਾਣ ਕਰੂਗਾ ਸੋ ਮੂਰਖ, 1 ਅੰਧਾ, 2 ਅਗਿਆਨੀ, 3 ਅਜ ਕੇ ਆਖੋ ਸਤਨਾਮ। ਸੋ ਮੂਰਖ ਅੰਧਾ ਅਗਿਆਨ, 3 ਡਿਗਰੀਆਂ ਹੈ ਜ਼ਮੀਨਾਂ ਦਾ, ਕੋਠੀਆਂ ਦਾ। ਇਹ ਹੈ ਤੁਹਾਡੇ ਆਪਾ ਭਾਵ ਜੀ ਦਾ ਵਰਣਨ ਕਰ ਰਹੇ ਮੈਂ। ਅਹੰ ਸਭ ਕੁਝ ਮੇਰਾ, ਬਸ ਅੰਦਰੋਂ ਆਵਾਜ਼ ਆ ਰਹੀ ਹੈ ਜਿਹੜਾ ਸਭ ਨੂੰ ਮੇਰਾ ਕਹਿ ਰਿਹਾ। ਜਿਸ ਕੈ ਅੰਤਰ ਰਾਜ ਵਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਨੈ ਮੈਂ ਜੋ ਬਨਵੰਤ, ਸੋ ਹੋਵਤ ਵਿਸ਼ਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬਹੁ ਜੋਨ ਪ੍ਰਮਾਵੇ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਅਰਦਾਸ ਕੀ ਕਰਨੀ ਹੈ ਸਿੱਖੋ? ਵੱਜੀਆਂ ਸੱਟਾਂ, ਪਤਾ ਲੱਗਿਆ ਹੁਣ ਕਿੰਨਾ ਕੁ ਮਾੜਾ ਹੈ ਅਹੰ ਆਪਾ ਭਾਵ, ਜਿਹੜਾ ਓਨਰ ਬਣੀ ਫਿਰਦਾ, ਮਲਕੀਤ ਸਭ ਕਾਸੇ ਤੇ। ਜਦ ਸੱਟਾਂ ਮਾਰੀਆਂ ਗੁਰੂ ਅਰਜਨ ਦੇਵ ਜੀ ਨੇ, ਫਿਰ ਅੰਦਰੋਂ ਅਰਦਾਸ ਨਿਕਲੀ, ਕਰ ਕਿਰਪਾ, ਇਹ ਵਾਹਿਗੁਰੂ ਕਰ ਸਾਡੇ ਤੇ ਕਿਰਪਾ। ਧਨ ਦੌਲਤ ਨਾ ਦੇ, ਜੋਬਨ ਸੁੰਦਰਤਾ ਨਾ ਦੇ, ਟਰੱਕ ਗੱਡੀਆਂ ਨਾ ਦੇ, ਕੋਠੀਆਂ ਨਾ ਦੇ, ਜਾਇਦਾਦਾਂ ਨਾ ਦੇ, ਰਾਜ ਪਦਵੀਆਂ ਨਾ ਦੇ, ਸਾਨੂੰ ਗਰੀਬੀ ਦੇ ਦੇ। ਅੱਜ ਕੇ ਆਖੋ ਸਤਿਨਾਮ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੇ। ਧਨ ਦੀ ਗਰੀਬੀ ਨਹੀਂ ਸਿੱਖੋ ਤੁਹਾਨੂੰ ਦਿੱਤੀ, ਚੜ੍ਹਦੀ ਕਲਾ ਨਾਲ ਰਹਿ ਕਰੋ। ਚੰਗੇ ਸੂਟ ਬੂਟ, ਚੰਗੀਆਂ ਕੋਠੀਆਂ, ਚੰਗੀਆਂ ਕਾਰਾਂ ਖਰੀਦੋ। ਸਿੱਖੀ ਡਿਵੈਲਪਡ ਧਰਮ ਹੈ, ਪ੍ਰੋਗਰੈਸਿਵ ਧਰਮ ਹੈ, ਇਹ ਮੰਗ ਖਾਣਾ ਧਰਮ ਨਹੀਂ ਹੈ। ਸਟੇਟਸ ਆਫ ਲਾਈਫ ਉੱਚਾ ਰੱਖੋ ਐਨ ਸਟੈਂਡਰਡ ਦਾ। ਐਵੇਂ ਪਾਟੇ ਕੱਪੜੇ ਪਾ ਕੇ ਨਹੀਂ ਤੁਰੇ ਫਿਰਨਾ ਕਿ ਮੈਂ ਗਰੀਬ ਹਾਂ। ਤਨ ਦੀ ਗਰੀਬੀ ਨਹੀਂ ਤੁਹਾਨੂੰ ਦਿੱਤੀ, ਸਿੱਖ ਨੂੰ ਮਨ ਦੀ ਗਰੀਬੀ ਦਿੱਤੀ ਹੈ। ਅੱਜ ਕੇ ਆਖੋ ਸਤ। ਸਿੱਖ ਦਾ ਮਨ ਨੀਵਾਂ, ਤਨ ਨਹੀਂ। ਚੜ੍ਹਦੀ ਕਲਾ ਨਾਲ ਰਹੋ, ਐਨ ਤਿਆਰ ਪਰ ਤਿਆਰ ਰਹੋ, ਪਰ ਮਨ ਨੀਵਾਂ ਰੱਖੋ। ਮਨ ਦੀ ਗਰੀਬੀ, ਜੇ ਕਿਤੇ ਉਹਦੀ ਕਿਰਪਾ ਹੋ ਜਾਵੇ, ਮਨ ਵਿੱਚ ਗਰੀਬੀ ਵਸ ਜਾਵੇ, ਮਿਲੂਗਾ ਕੀ? ਕੋਈ ਸਿਆਣਾ ਬਾਹਰ ਵਿਆਹ ਕਰਨ ਦਾ ਜਾਣਕਾਰ ਬੈਠਾ ਹੁੰਦਾ, ਕਈ ਟਕਸਾਲੀ ਗੁਰਮੁਖ ਪਿਆਰੇ ਸੁਣਦੇ ਹੁੰਦੇ। ਇੱਕ ਗਤਾਗਤ ਅਲੰਕਾਰ ਹੈ, ਜਿਹਨੂੰ ਗੇਂਦਾ ਅਲੰਕਾਰ ਕਹਿੰਦੇ। ਗਤਾਗਤ, ਗੇਂਦ ਨੂੰ ਕੰਧ ਨਾਲ ਮਾਰੋ, ਤੁਹਾਡੇ ਵੱਲ ਪੁੱਠੀ ਆਊਗੀ, ਮੁੜ ਕੇ ਆਊਗੀ। ਪੁੱਠਾ ਮਾਰੀ ਉਧਰ ਨੂੰ ਆਊਗੀ ਤੁਹਾਡੇ ਵੱਲ। ਗਤਾਗਤ, ਇੱਥੇ ਵੀ ਪੁੱਠਾ ਅਲੰਕਾਰ ਵਰਤ ਰਹੇ ਨੇ, ਗਤਾਗਤ ਅਲੰਕਾਰ ਵਰਤ ਰਹੇ ਨੇ। ਕੀ ਗੁਰੂ ਅਰਜਨ ਕਹਿੰਦੇ ਜਿਸ ਦੇ ਉੱਤੇ ਕਿਰਪਾ ਹੋ ਜਾਵੇ, ਇਹ ਅਹੰ ਮੈਂ, ਆਪਾ ਭਾਵ ਸਭ ਕੁਝ ਮੇਰਾ ਹੈ, ਇਹ ਨਿਕਲ ਜਾਵੇ ਨਾ। ਸਮਝਦੇ ਹੋ ਬਾਣੀ ਨੂੰ? ਆਪਾਂ ਮੰਗ ਰਹੇ ਹਾਂ ਮੈਂ ਇੱਥੇ ਸੁਖੀ ਰਵਾਂ, ਮਰ ਕੇ ਮੁਕਤ ਹੋਵਾਂ। ਤੁਸੀਂ ਸੱਚ ਬੋਲੋਗੇ ਗੁਰਦੁਆਰੇ ਬੈਠੇ? ਕਦੇ ਅਰਦਾਸ ਤਾਂ ਨਹੀਂ ਕੀਤੀ ਹੋਣੀ ਕਿ ਮੈਂ ਜਿਉਂਦਾ ਮੁਕਤ ਹੋ ਜਾਵਾਂ। ਨਾ ਨਾ, ਮਰ ਕੇ ਜਦ ਅੱਗੇ ਜਾਵਾਂ ਮੁਕਤੀ ਦੇਈ, ਜਿੰਨਾ ਚਿਰ ਇੱਥੇ ਰਵਾਂ ਮੈਨੂੰ ਸੁਖੀ ਰੱਖੀ। ਇਹੀ ਅਰਦਾਸਾਂ 24 ਘੰਟੇ ਹੁੰਦੀਆਂ। ਪਰਿਵਾਰ ਵਿੱਚ ਸੁਖ ਸ਼ਾਂਤੀ, ਤੰਦਰੁਸਤੀ, ਚੜ੍ਹਦੀ ਕਲਾ। ਇੱਥੇ ਹੁਣ ਉਲਟ ਕਿਰਿਆ ਚੱਲ ਰਹੀ ਹੈ। ਮਹਾਰਾਜ ਕਹਿੰਦੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਗਰੀਬੀ ਵਸਾ ਦੇਵੇ, ਜਿਹਨੂੰ ਮਨ ਦਾ ਗਰੀਬ ਬਣਾ ਦੇਵੇ, ਉਹ ਇੱਥੇ ਮੁਕਤ ਹੈ ਤੇ ਅੱਗੇ ਜਾ ਕੇ ਸੁਖੀ ਰਹੂਗਾ। ਅੱਜ ਕੇ ਆਖੋ ਸਤਿਨਾਮ। ਹੋ ਗਈ ਨਾ ਉਲਟ ਕਿਰਿਆ। ਨਾਨਕ ਇਹਾਂ ਮੁਕਤ, ਐਡੀ ਉੱਚੀ ਹੈ ਮਨ ਦੀ ਗਰੀਬੀ, ਤੈਨੂੰ ਜਿਉਂਦੇ ਨੂੰ ਇਹ ਮੁਕਤੀ ਦੇ ਦੂਗੀ। ਨਾਨਕ ਇਹਾਂ ਮੁਕਤ, ਆਗੇ ਸੁਖ ਪਾਵੇ। ਦੂਸਰਾ ਅਰਥ ਸੁਣ ਲਓ। ਟਕਸਾਲ ਦੇ ਅਰਥ ਨੇ ਸੰਪਰਦਾਵਾਂ ਦੇ। ਜਿਹੜਾ ਇੱਥੇ ਮੁਕਤ ਹੋ ਗਿਆ, ਮੁਕਤ ਕੀ ਹੁੰਦਾ? ਆਜ਼ਾਦ। ਬੰਧਨ ਕੀ ਵਿਸ਼ੇ ਵਿਕਾਰ ਔਗਣਾ ਤੋਂ
ਮਹਾਰਾਜ ਕਹਿੰਦੇ ਜਿਹੜਾ ਇੱਥੇ ਮੁਕਤ ਹੋ ਗਿਆ ਅੱਗੇ ਵੀ ਸੁਖ ਉਹੀ ਪਾਊਗਾ। ਅੱਜ ਕੇ ਆਖੋ ਸਤਿ। ਜਿਹੜਾ ਇੱਥੇ ਸੰਗਲਾਂ ਚ ਬੰਨਿਆ ਫਿਰਦਾ ਗਾਹਾਂ ਕਿਤੇ ਉਹਦੇ ਸਿਹਰੇ ਬੰਨਣਗੇ ਧਰਮਰਾਜ ਦੇ ਦੂਤ, ਉਹਨੂੰ ਘੋੜੇ ਤੇ ਬਿਠਾਣਗੇ। ਨਾ ਨਾ ਨਾ, ਇਹਾਂ ਮੁਕਤ ਅੱਗੇ ਸੁਖ ਪਾਵੇ। ਇਹ ਅਹੰ ਸਭ ਕੁਝ ਕਹਿ ਰਿਹਾ ਮੇਰਾ। ਜਿੱਦਣ ਇਹਨੇ ਢਲ ਜਾਣੇ, ਜਿੱਦਣ ਸਿੱਖ ਨੇ ਇੱਥੇ ਪੁੱਜ ਜਾਣੇ। ਕਿੱਥੇ? ਆ ਜਿਹੜਾ ਅੰਦਰ ਬੈਠਾ ਮੇਰਾ ਹੀ ਮੇਰਾ ਕਹਿ ਰਿਹਾ, ਮੈਂ ਹੀ ਮੈਂ ਦਾ ਜਾਪ ਕਰ ਰਿਹਾ, ਇਹਦੇ ਬਣਾਉਣ ਵਾਲਾ ਵੀ ਕੋਈ ਹੈਗਾ, ਇਹਦਾ ਮਾਲਕ ਵੀ ਕੋਈ ਹੈਗਾ। ਜੇ ਤਾਂ ਇਸ ਮੈਂ ਨਾਲ ਜੁੜੇ ਰਹੇ ਨਰਕਾਂ ਦਾ ਖਜ਼ਾਨਾ, ਜੇ ਇਹਨੂੰ ਵੀ ਬਣਾਉਣ ਵਾਲੇ ਦਾ ਪਤਾ ਲੱਗ ਗਿਆ ਸੁਰਗਾਂ ਦਾ ਵਾਸਾ ਹੈਗਾ। ਅੱਜ ਕੇ ਆਖੋ ਸਤਿ। ਇਹਨੂੰ ਕਹਿ ਦੋ ਤੇਰਾ ਸਰੀਰ ਨਹੀਂ, ਹੱਥ ਬਾਂਹ ਨਹੀਂ, ਕੱਪੜੇ ਨਹੀਂ, ਜਾਇਦਾਦ ਨਹੀਂ। ਇਹਨੂੰ ਜਿਹੜਾ ਅੰਦਰ ਬੈਠਾ ਕਹਿ ਰਿਹਾ ਤੈਨੂੰ ਸਭ ਕੁਝ ਮੇਰਾ ਹੀ ਹੈ, ਕਿਤੇ ਇਸ ਅਵਸਥਾ ਵਿੱਚ ਪੁੱਜ ਜਾਵੇਂ ਜਿਹੜਾ ਹੁਣ ਸਭ ਕੁਝ ਮੇਰਾ ਕਹਿ ਰਿਹਾ। ਤੂੰ ਕਹਿ ਦੇ ਮੈਂ ਵਾਹਿਗੁਰੂ ਇਹ ਵੀ ਤੇਰਾ ਹੈ, ਇਹ ਵੀ ਤਹੀਂ ਪੈਦਾ ਕੀਤਾ, ਇਹ ਵੀ ਉਨਾ ਚਿਰ ਮੇਰਾ ਕਹਿ ਰਿਹਾ ਜਿੰਨਾ ਚਿਰ ਤੂੰ ਹੈਗਾ। ਅੱਜ ਕੇ ਆਖੋ ਸਤਿ। ਢਲ ਗਿਆ ਫੇਰ ਚੂਰਾ। ਦੇਖੋ ਨਾ, ਮੈਨੂੰ ਦੁੱਖ ਨਾਲ ਇਹ ਜੇ ਬਚਨ ਕਰਨੇ ਪੈਣੇ। ਕਈ ਮਹਾਂਪੁਰਸ਼ ਵੀ ਗੁਰਦੁਆਰੇ ਆਉਣਗੇ ਦੀਵਾਨ ਲਾਉਣ, ਜਕਾਰੇ ਛੱਡ ਦੇ, ਨੱਠੇ 5-7 ਇੱਧਰ 5-7 ਉੱਧਰ, ਕਿ ਸੰਗਤ ਨੂੰ ਪਤਾ ਲੱਗ ਜਾਵੇ ਬਾਬਾ ਆਇਆ ਹੈ। ਅੱਜ ਕੇ ਆਖੋ ਸਤਿ। ਨਾਲੇ ਤੂੰ ਕਹਾਂ ਪੜਨਗੇ ਹੋ ਸਗਲ ਕੀ ਰੇਣ ਕਾ ਆਓ ਹਮਾਰੇ ਪਾਸ। ਇਹ ਕਿਹਦੇ ਖਾਤਰ ਤੂੰ ਕਹਾਂ ਪੜਦੇ? ਮਰ ਤਾਂ ਕਹਿੰਦੇ ਜੇ ਇੱਥੇ ਆਉਣੇ ਰੇਣ ਰਵਾਲ ਧੂੜੀ ਮੈਦਾ ਇੰਨਾ ਬਰੀਕ ਹੋ ਜਾ ਦੇਖੇ ਹੀ ਨਾ ਤੂੰ ਹੈਗਾ, ਦੇਖੇ ਹੀ ਨਾ। ਉਦੋਂ ਆਨੰਦ ਆਉਣਾ। ਉਹ ਮੈਦਾ ਚਾਹੀਦਾ, ਉਹ ਧੂੜੀ ਚਾਹੀਦੀ ਹੈ ਕਿਤੇ ਬਣ ਸਕੇ। ਤੇ ਗੁਰਸਿੱਖ ਪਿਆਰਿਓ 30 ਗੱਲ ਖਾਣ ਖੰਡ ਲੱਭੋ। ਹੁਣ ਖੰਡ ਕਿਹੜੀ ਹੈ? ਕੀ ਹੈ ਮਿੱਠਾ ਦੁਨੀਆ ਵਿੱਚ? ਹੁਣ ਬਾਣੀ ਤੋਂ ਹੀ ਅਰਥ ਲੈ ਲੋ ਇਹਦੇ। ਕੌਣ ਹੈ ਖੰਡ ਦੁਨੀਆ ਵਿੱਚ? ਸਤਿਗੁਰ ਕਹਿੰਦੇ ਹਰ ਹੈ ਖੰਡ। ਸਿੱਧਾ ਹੀ ਕਹਿ, ਪਰਮਾਤਮਾ ਖੰਡ ਹੈ, ਮਿੱਠਾ ਹੈ। ਦੁੱਖ ਤਾਂ ਨਹੀਂ ਮਨਾਓਗੇ, ਮੈਂ ਵੀ ਬਿਮਾਰ ਹਾਂ। ਇੱਥੇ ਦੀ ਖੰਡ ਤਾਂ ਉਹਨੂੰ ਜ਼ਹਿਰ ਹੋ ਜਾਂਦੀ ਹੈ ਜਿਹਨੂੰ ਡਾਇਬਟੀ ਹੋ ਜਾਵੇ। ਰੱਬ ਸ਼ੁਕਰ ਵਾਲੇ ਨੂੰ ਵੀ ਮਿਠਾਈ ਹੈ। ਅੱਜ ਕੇ ਆਖੋ ਸਤਿ। ਉਹਨੂੰ ਵੀ ਮਿਠਾਈ। ਜਿਹਨੂੰ ਇੱਥੇ ਦੀ ਖੰਡ ਡਾਕਟਰ ਨੇ ਕਹਿਤਾ ਦੇਖਣੀ ਨਹੀਂ, ਜ਼ਹਿਰ ਹੈ ਤੇਰੇ ਖਾਤਰ ਪੋਇਜ਼ਨ, ਰੱਬ ਉਹਦੇ ਖਾਤਰ ਵੀ ਮਿਠਾਈ ਹੈ। ਤੇ ਹੋਰ ਸੁਣ ਲਓ, ਸੰਤਾਂ ਖਾਤਰ ਨਹੀਂ, ਭਗਤਾਂ ਖਾਤਰ ਨਹੀਂ, ਰੱਬ ਪਾਪੀਆਂ ਨੂੰ ਵੀ ਮਿਠਾਈ ਹੈ। ਅੱਜ ਕੇ ਆਖੋ ਸਤਿ। ਦੋਖੀਆਂ ਨੂੰ ਵੀ ਮਿਠਾਈ ਹੈ। ਖੰਡ ਮਿੱਠੀ ਹੁੰਦੀ ਹੈ, ਮਟਰ ਪਨੀਰ ਦੀ ਸਬਜ਼ੀ ਸਵਾਦੇ ਹੁੰਦੀ ਹੈ। ਤੈਨੂੰ ਕਦੋਂ ਨਹੀਂ ਲੱਗਣੀ ਸਵਾਦ? ਜਦੋਂ ਤੇਰੇ ਅੰਦਰ ਕੋਈ ਬਿਮਾਰੀ ਹੋ ਗਈ, ਜੀਭ ਵਿਗੜ ਗਈ। ਰੱਬ ਮਿੱਠਾ, ਆਪਾਂ ਨੂੰ ਕਿਉਂ ਨਹੀਂ ਮਿੱਠਾ ਲੱਗਿਆ? ਆਪਾਂ ਵਿਗੜੇ ਹੋਏ ਆ। ਅੱਜ ਕੇ ਆਖੋ ਸਤਿ। ਉਸ ਜੀਭ ਨੂੰ ਭੋਜਨ ਸਵਾਦ ਨਹੀਂ ਲੱਗੂਗਾ ਜਿਹੜੀ ਜੀਭ ਰੋਗੀ ਹੈ। ਕਿੱਥੇ ਮਿੱਠਾ ਮਿੱਠਾ ਲੱਗੇ? ਨਹੀਂ ਨਹੀਂ। ਹਰ ਹੈ ਖੰਡ, ਉਹਦੇ ਵਰਗਾ ਮਿੱਠਾ ਹੀ ਕੋਈ ਨਹੀਂ ਹੈ। ਜਿਹਨੂੰ ਪਤਾ ਲੱਗ ਗਿਆ, ਉਹਨਾਂ ਨੇ ਕਹਿ ਦਿੱਤਾ ਬਾਣੀ ਵਿੱਚ, ਹਰ ਬਿਨ ਕਿਛੂ ਨ ਲਾਗਈ ਭਗਤਨ ਕੋ ਮੀਠਾ, ਆਨ ਸਾਧ ਸਭ ਫੀਕਿਆ ਕਰ ਨਿਰਨੋ ਡੀਠਾ। ਆਪਾਂ ਨੇ ਨਿਰਣਾ ਨਹੀਂ ਕਰਿਆ। ਆਪਾਂ ਇੱਥੇ ਦੇ ਕੇਲੇ, ਅਮਰੂਦ, ਮਿੱਠੇ, ਜਲੇਬੀਆਂ, ਗੁਲਾਬ ਜਾਮਣਾਂ ਨੂੰ ਮਿੱਠੇ ਕਹਿੰਦੇ, ਪਰ ਬਾਬੇ ਫਰੀਦ ਨੇ ਨਿਰਣਾ ਕਰ ਲਿਆ, ਪਰਖ ਕਰ ਲਈ। ਉਹਨੇ ਆਪਣੀ ਮਾਂ ਨੂੰ ਕਹਿਤਾ, ਮਾਂ ਤੇਰਾ ਦੁੱਧ ਮਿੱਠਾ ਹੈ,
ਮਾਂ ਤੇਰਾ ਸ਼ਹਿਦ ਮਿੱਠਾ ਹੈ, ਮੈਂ ਮੁਨਕਰ ਨਹੀਂ ਹੁੰਦਾ। ਤੇਰੀ ਮਿਸ਼ਰੀ ਨਿਆਤ ਮਿੱਠੀ ਹੈ, ਤੇਰਾ ਗੁੜ ਵੀ ਮਿੱਠਾ ਹੈ। ਮੈਂ ਨਹੀਂ ਕਹਿੰਦਾ ਨਹੀਂ ਮਿੱਠੀਆਂ, ਪਰ ਮੇਰੇ ਅੱਲਾ ਜਿੰਨਾ ਮਿੱਠਾ ਨਹੀਂ ਹੈ। ਅੱਜ ਕੇ ਆਖੋ ਸਤਿ ਨਿਰਣਾ ਹੋ ਗਿਆ ਨਾ। ਸ਼ੱਕਰ ਖੰਡ ਨੇ ਬਾਤ ਗੁੜ, ਮਾਖੇ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਣ ਤੁਧ। ਤੁਧ ਮਾਂ ਨਾਲ ਜੁੜਨੇ। ਮਾਂ ਤੇਰੀਆਂ ਚੀਜ਼ਾਂ ਮਿੱਠੀਆਂ, ਪਰ ਮੇਰੇ ਰੱਬ ਜਿੰਨੀਆਂ ਮਿੱਠੀਆਂ ਨਹੀਂ। ਨਿਰਣਾ ਹੋਏ ਤੋਂ ਇੱਥੇ ਤਾਂ ਮਿੱਠੀਆਂ ਤਾਂ ਕੀ ਲੱਗਣੀਆਂ ਆਪਾਂ ਨੂੰ। ਦੁੱਧ ਦੀ ਤਾਂ ਗੱਲ ਛੱਡੋ, ਖੰਡ ਦੀ ਤਾਂ ਗੱਲ ਛੱਡੋ, ਇੱਥੇ ਤਾਂ ਸ਼ਰਾਬ ਮਿੱਠੀ ਲੱਗਦੀ ਹੈ। ਅੱਜ ਕੇ ਆਖੋ ਸਤਿ ਅੰਮ੍ਰਿਤ ਕੌੜਾ ਵਿਖਿਆ ਮਿੱਠੀ। ਨਿਰਣਾ ਨਹੀਂ ਹੋ ਸਕਿਆ, ਪਰਖ ਨਹੀਂ ਹੋ ਸਕੀ ਕਿ ਕਿਹੜੀ ਚੀਜ਼ ਕੌੜੀ ਤੇ ਕਿਹੜੀ ਮਿੱਠੀ ਹੈ। ਵਾਹਿਗੁਰੂ ਵਰਗਾ ਮਿੱਠਾ ਹੀ ਕੋਈ ਨਹੀਂ। ਗਰੰਟੀ ਦੇਤੀ ਪੰਜਵੇਂ ਪਾਤਸ਼ਾਹ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ। ਗਰੰਟੀ ਕੀ ਦਿੱਤੀ ਹੈ? ਗੁਰੂ ਅਰਜਨ ਦੇ ਰਹੇ। ਇਹ ਤਾਂ ਕਹਿਤਾ ਉਹ ਮਿੱਠਾ ਬੋਲਦਾ। ਗਰੰਟੀ ਦੇ ਦਿੱਤੀ ਕਿ ਮੇਰੇ ਵਾਹਿਗੁਰੂ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਅੱਜ ਕੇ ਆਖੋ ਸਤਿ। ਇਹੀ ਜਿਹੀਆਂ ਗਰੰਟੀਆਂ ਨਹੀਂ ਲੱਭਣੀਆਂ ਕਿਤੇ। ਹਾਂ ਮਿੱਠਾ ਤਾਂ ਬੋਲਦੇ, ਪਰ ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਹੁਣ ਤੁਸੀਂ ਸਿਆਣੇ ਬੈਠੇ ਹੋ, ਕੌੜਾ ਬੋਲਣਾ ਵੀ ਕਿਤੇ ਸਿੱਖਣਾ ਪੈਂਦਾ। ਇਹਦੇ ਖਾਤਰ BSc ਕਰਨੀ ਪੈਣੀ, ਕਿਤੇ PhD ਕਰਨੀ ਪਊ। ਨਾ ਨਾ, ਇਹ ਤਾਂ ਆਉਂਦਾ ਹੀ ਹੈ। ਪਰ ਰੱਬ ਨੂੰ ਕਹਿ ਦਿੱਤਾ ਕਿ ਰੱਬ ਨੂੰ ਕੌੜਾ ਨਹੀਂ ਬੋਲਣਾ ਆਉਂਦਾ। ਰੱਬ ਨੂੰ ਆਉਂਦਾ ਕੀ ਨਹੀਂ ਵੀ ਕੋਈ ਪੁੱਛੇ। ਕੋਈ ਰੱਬ ਭੁੱਲਿਆ ਵਾ ਕਿਸੇ ਗੱਲ ਨੂੰ? ਪਰ ਗਰੰਟੀ ਦੇ ਦਿੱਤੀ, ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ। ਐਡੀ ਗਰੰਟੀ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ। ਤੇ ਸ਼ੰਕਾ ਨਿਵਰਤ ਕਰਤੀ ਅਗਲੀ ਤੁਕ ਵਿੱਚ, ਉਹ ਕੌੜਾ ਕਿਉਂ ਨਹੀਂ ਬੋਲਦਾ। ਬਹੁਤ ਸਮਝਣ ਦੀ ਲੋੜ ਹੈ ਬਾਣੀ ਨੂੰ। ਉਹ ਕੌੜਾ ਕਿਉਂ ਨਹੀਂ ਬੋਲਦਾ? ਤੁਸੀਂ ਕੌੜਾ ਕਿਹਨੂੰ ਬੋਲਦੇ ਹੋ? ਜਿਹਦੇ ਵਿੱਚ ਕੁਝ ਔਗਣ ਵੇਖੋਗੇ, ਜਿਹਨੂੰ ਆਪ ਤੋਂ ਵਿਰੋਧੀ ਦੇਖੋਗੇ, ਉਲਟ ਵੇਖੋਗੇ, ਉਹਨੂੰ ਕੌੜਾ ਬੋਲੋਗੇ। ਵਾਹਿਗੁਰੂ ਕੌੜਾ ਕਿਉਂ ਨਹੀਂ ਬੋਲਦਾ? ਉਹ ਕਿਸੇ ਦੇ ਔਗਣ ਦੇਖਦਾ ਹੀ ਨਹੀਂ। ਅੱਜ ਕੇ ਆਖੋ ਸਤਿ। ਵਿੱਚੇ ਉਤਰ ਜੇ ਕੱਢਣਾ ਹੋਵੇ, ਉਹ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ। ਕਿਉਂ ਨਹੀਂ ਬੋਲਦਾ? ਔਗਣ ਕੋ ਨਾ ਚਿਤਾਰੇ। ਕਿਸੇ ਦਾ ਔਗਣ ਯਾਦ ਹੀ ਨਹੀਂ ਰੱਖਦਾ। ਕਿ ਕਿੰਨੇ ਵਿਰੋਧੀ ਹੋਈ ਜਾਣ, ਵਿਰੋਧ ਯਾਦ ਹੀ ਨਹੀਂ ਨਿਰਵੈਰ। ਜਿੰਨੀ ਮਰਜ਼ੀ ਕੋਈ ਨਿੰਦਿਆ ਕਰੀ ਜਾਵੇ, ਕੌੜਾ ਤਾਂ ਤੋ ਬੋਲੂ ਜੇ ਨਿੰਦਿਆ ਦਾ ਅਸਰ ਹੋਊ। ਵਿਰੋਧੀ ਅਸਰ ਨਹੀਂ, ਉਹ ਹੈ ਹੀ ਨਹੀਂ ਉਹਦੇ ਉੱਤੇ। ਹੁਣ ਇੱਕ ਗੱਲ ਤੁਹਾਨੂੰ ਕਹਾਂ, ਗੁਰੂ ਅਰਜਨ ਕਹਿੰਦੇ ਰੱਬ ਨੂੰ ਕੌੜਾ ਬੋਲਣਾ ਨਹੀਂ ਆਉਂਦਾ। ਸਿੱਖੋ, ਆਪਾਂ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਅੱਜ ਕੇ ਆਖੋ ਸਤਿਨਾਮ। ਐਨ ਬਰਾਬਰ ਕੋਰਸ ਕਰੇ ਪਏ ਆਪਾਂ ਨੇ। ਉਹਨੂੰ ਕੌੜਾ ਬੋਲਣਾ ਨਹੀਂ ਆਉਂਦਾ, ਆਪਾਂ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਪਤਾ ਨਹੀਂ ਕਿੱਥੇ ਚਲੀ ਗਈ ਮਿਠਾਸ। ਬੇਬੇ ਜੀ ਕਹਿਣਾ, ਬਾਪੂ ਜੀ ਕਹਿਣਾ, ਵੀਰ ਜੀ ਕਹਿਣਾ, ਭੈਣ ਜੀ ਕਹਿਣਾ, ਕਿੱਥੇ ਗਏ ਬਚਨ ਇਹ ਤੁਹਾਡੇ ਮਿੱਠੇ? ਨਾ ਨਾ ਨਾ, ਬਸ ਤਾਂ ਹੀ ਗੱਲਬਾਤ ਸਮਝ ਚ ਨਹੀਂ ਆਈ। ਇਹਨੂੰ ਸਮਝੋ ਸਿਆਣਿਓ। ਮੈਨੂੰ ਪੰਜਾਬੀ ਆਉਂਦੀ ਹੈ, ਤੁਹਾਨੂੰ ਅੰਗਰੇਜ਼ੀ ਆਉਂਦੀ ਹੈ। ਦੋਏ ਬੋਲ ਰਹੇ ਨੇ, ਦੋਹਾਂ ਦੇ ਪੱਲੇ ਕੱਖ ਨਹੀਂ ਪੈਣਾ। ਅੱਜ ਕੇ ਆਖੋ ਸਤਿਨਾਮ। ਜਦ ਤੱਕ ਭਾਸ਼ਾ ਇੱਕ ਨਹੀਂ ਹੋਵੇਗੀ। ਮੈਨੂੰ ਸੰਸਕ੍ਰਿਤ ਆਉਂਦੀ ਹੈ, ਤੁਹਾਨੂੰ ਉਰਦੂ ਬੋਲੀ ਜਾਓ, ਸਮਝ ਆਉਣੀ ਹੋਣੀ। ਆਹੀ ਫਰਕ ਪੈ ਗਿਆ। ਉਹਦੀ ਭਾਸ਼ਾ ਮਿੱਠੀ ਹੈ ਤੇ ਸਾਡੀ ਕੌੜੀ ਹੈ। ਬੋਲਦੇ ਤਾਂ ਨਿੱਤ ਹੈ ਗੁਰੂ ਦੇ ਕੋਲ ਆ ਕੇ। ਗੁਰੂ ਵੀ ਬੋਲਦਾ, ਪਰ ਬੋਲੀ ਇੱਕ ਨਹੀਂ ਹੋਈ, ਜਿਸ ਕਰਕੇ ਗੁਰੂ ਦੇ ਬਚਨ ਸਮਝ ਨਹੀਂ ਆਏ। ਭਈਏ ਰੱਖੇ ਵੇ ਤੁਹਾਡੇ ਵੀ ਰਿਸ਼ਤੇਦਾਰਾਂ ਦੇ ਹੋਣੇ ਆ ਪੰਜਾਬ 'ਚ। ਸਾਡੇ ਤਾਂ
20-25 रहने पक्के ही, खेती का काम है, पक्के ही रहने मोटरां ते। ਜਾਂ ਤਾਂ ਉਹ ਆਪਣੇ ਨਾਲ ਗੱਲਾਂ ਕਰਦੇ ਆ, ਜਾਂ ਤਾਂ ਸਮਝ ਆਉਂਦੀ ਹੈ। ਆਲੂ ਮੰਗਦੇ ਆ, ਕੀ ਦਿਹਾੜੀ ਲੈਣੀ ਹੈ, ਸਮਝਦੇ ਹੋ ਨਾ। ਜਦ ਮੋਟਰ ਤੇ ਬੈਠੇ ਆਪਸ ਵਿੱਚ ਗੱਲਾਂ ਕਰਦੇ ਹੋਣ, ਤੁਸੀਂ ਕੋਲ ਜਾ ਕੇ ਖੜ ਜਿਓ, ਤੁਹਾਨੂੰ ਪਤਾ ਹੀ ਨਹੀਂ ਵੀ ਜੀ ਆਇਆ ਕਹਿੰਦੇ ਆ ਕਿ ਗਾਲਾਂ ਕੱਢਦੇ ਆ ਅੱਜ ਕੋ ਸਤਨਾਮ, ਕਿਉਂਕਿ ਉਹਨਾਂ ਦੀ ਬੋਲੀ ਦਾ ਪਤਾ ਹੀ ਨਹੀਂ। ਇਹੀ ਹਾਲਾਤ ਸਾਡੇ ਹੋ ਚੁੱਕੇ ਹੈ। ਭਾਖਿਆ ਭਾਉ ਅਪਾਰ, ਗੁਰੂ ਨਾਨਕ ਭਾਉ ਕਹੀਏ ਪਿਆਰ, ਪ੍ਰੇਮ, ਮਿਠਾਸ, ਉਹਦੀ ਮਿਠਾਸ ਦਾ ਤਾਂ ਅਪਰਪਾਰ ਪਤਾ ਹੀ ਨਹੀਂ ਕਿਸੇ ਨੂੰ। ਭਾਖਿਆ ਕਹੀਏ ਬੋਲੀ, ਆਵਾਜ਼, ਦੁੱਖ ਨਾ ਮਨਾਇਓ, ਆਪਣਾ ਕੌੜਾਪਣ ਵੀ ਹੁਣ ਕੋਈ ਮਿਣ ਨਹੀਂ ਸਕਦਾ। ਅੱਜ ਕੇ ਆਖੋ ਸਤ, ਉਹ ਵਾਹਿਗੁਰੂ ਮਿੱਠਾ। ਖਾਂਡ ਹਰ ਹੈ ਖਾਂਡ, ਪਰ ਔਖੀ ਕੀ ਗੱਲ ਹੋ ਗਈ, ਰੇਤ ਮੈਂ ਬਿਖਰੀ। ਕਬੀਰ ਸਾਹਿਬ ਕਹਿੰਦੇ ਇੱਕ ਧੀ ਭੈਣ ਮਾਈ ਕੌਲੀ ਖੰਡ ਦੀ ਲਈ ਜਾਂਦੀ ਸੀ ਗੁਰੂ ਘਰ ਨੂੰ, ਮੰਦਰ ਨੂੰ। ਪੈਰ ਦਾ ਠੇਡਾ ਰਟ ਗਿਆ ਕਿਸੇ ਨਾਲ, ਡਿੱਗ ਪਈ, ਤੇ ਉਹ ਜਿਹੜੀ ਕੌਲੀ ਵਿੱਚ ਖੰਡ ਸੀ ਨਾ, ਉਹ ਰੇਤੇ ਵਿੱਚ ਇੱਕ ਜਗ੍ਹਾ ਨਹੀਂ ਗਿਰੀ, ਬਿਖਰੀ, ਖਿੰਡ ਗਈ। ਕੌਲੀ ਭਰੀ ਹੋਈ ਖੰਡ ਦੀ ਰੇਤੇ ਵਿੱਚ ਬਿਖਰ ਗਈ, ਖਿੰਡ ਗਈ। ਜੇ ਇੱਕ ਜਗ੍ਹਾ ਗਿਰਦੀ ਉਹਦੀ ਜਦੀ ਚੱਕ ਲੈਂਦੀ ਉਹ ਤਾਂ ਖਿੰਡ ਗਈ, ਬਿਖਰ ਗਈ। ਕਬੀਰ ਸਾਹਿਬ ਹੁਣ ਸਵਾਲ ਕਰਦੇ ਨੇ, ਖੰਡ ਦੀ ਕੌਲੀ ਰੇਤੇ ਵਿੱਚ ਖਿੰਡ ਗਈ। ਕਬੀਰ ਸਾਹਿਬ ਕਹਿੰਦੇ ਹਾਥੀਆਂ ਨੂੰ ਲਿਆਓ ਚੁਗ ਦੇਣ। ਹਾਥੀ, ਗਣੇਸ਼ ਮਹਾਰਾਜ ਐਲੀਫੈਂਟ, ਕੀ ਹਾਥੀ ਚੁਗ ਦੇਣਗੇ ਰੇਤੇ ਵਿੱਚ ਕੀੜੀ ਖੰਡ ਨੂੰ? ਨਹੀਂ, ਉਹਨੇ ਚੁਗਣੀ ਕੀ ਹੈ, ਜਿੱਥੇ ਆ ਗਿਆ ਪੈਰ ਧਰ ਕੇ ਰੇਤਾ ਔਰ ਖੰਡ ਦੋਏ ਇੱਕ ਜੇ ਕਰ ਦੇਣੇ ਐ। ਅੱਜ ਕੇ ਆਖੋ ਸਤਿਨਾਮ। ਕੀ ਹਾਥੀ ਚੁਗ ਦੂਗਾ ਰੇਤੇ ਵਿੱਚ ਕੀੜੀ ਖੰਡ ਨੂੰ? ਚੁਗੂ ਕੌਣ? ਚੀਂਟੀ ਹੋਏ ਚੁਣ ਖਾਏ। ਕੀੜੀ ਚੁਗ ਸਕਦੀ ਹੈ ਰੇਤੇ ਵਿੱਚ ਗਿਰੀ ਖੰਡ ਨੂੰ, ਕੀੜੀ ਭਾਵ ਸਭ ਤੋਂ ਛੋਟੀ ਬਣ ਗਈ। ਜੇ ਸਭ ਤੋਂ ਛੋਟੇ ਦਾ ਪ੍ਰਮਾਣ ਦੇਣਾ ਕੀੜੀ, ਜੇ ਸਭ ਤੋਂ ਵੱਡੇ ਦਾ ਪ੍ਰਮਾਣ ਦੇਣਾ ਹਾਥੀ। ਹਾਥੀ ਨਹੀਂ ਚੁਗ ਸਕਣਗੇ, ਕੀੜੀਆਂ ਰੇਤੇ ਵਿੱਚੋਂ ਵੀ ਖੰਡ ਚੁਗਲ ਜਾਣੀ ਹੈ। ਲਓ ਹੁਣ ਭਾਵ ਅਰਥ ਸੁਣਿਓ। ਹਰ ਹੈ ਖਾਂਡ, ਇੱਥੇ ਖੰਡ ਸ਼ਬਦ ਆਏ ਕਿ ਉਹ ਮੈਦਾ ਖਾਣ। ਕਿਹੜੀ ਖੰਡ ਹੈ ਜਿਹੜੀ ਅਸੀਂ ਭੋਜਨ ਵਿੱਚ ਪਾਉਣੀ ਹੈ? ਮਿੱਠੇ ਬੋਲਾਂ ਦੀ ਖੰਡ ਹੈ। ਅੱਜ ਕੇ ਆਖੋ ਸਤ। ਭਾਈ ਗੁਰਦਾਸ ਨੇ ਸਿੱਖ ਨੂੰ ਕਹਿਤਾ, ਮਿੱਠਾ ਬੋਲੇ ਨਿਭ ਚੱਲੇ। ਨਿਭ ਚੱਲੇ ਇਹ ਮੈਦਾ ਚੂਰਾ ਆਪਣੇ ਆਪ ਨੂੰ ਖਾਕ ਬਣਾ ਲੈ। ਇਹ ਹੈ ਭੋਜਨ ਜੇ ਛਕਣਾ ਕਿਤੇ ਬਣਾ ਕੇ। ਗੁਰਸਿੱਖ ਪਿਆਰਿਓ, ਹਰ ਹੈ ਖੰਡ, ਰੱਬ ਹੈ ਮਿੱਠਾ ਖੰਡ, ਉਹਦੇ ਵਰਗਾ ਮਿੱਠਾ ਹੀ ਕੋਈ ਨਹੀਂ। ਪਰ ਕਿਹੜੇ ਰੇਤੇ ਵਿੱਚ ਬਿਖਰ ਗਿਆ, ਕਿੱਥੇ ਖਿੰਡਿਆ ਪਿਆ? ਆ ਤੁਹਾਡੀ ਸਰੀਰ ਰੂਪੀ ਰੇਤੇ ਦੀ ਪੰਡ, ਰੇਤੇ ਦੀ ਕੰਧ, ਬਾਰੂ ਕੀ ਭੀਤ। ਇਹ ਸਰੀਰ ਜਿਹੜਾ ਖੜਾ ਦਿਖਦਾ ਤੁਹਾਨੂੰ, ਰੇਤੇ ਦੀ ਕੰਧ। ਤੇ ਐਸੀ ਸਾਨੂੰ ਕਿਉਂ ਨਹੀਂ ਦਿਖਦਾ ਵੀ ਰੇਤਾ ਹੀ ਹੈ? ਮੈਂ ਪਾਂਡੂ ਦਾ ਜ਼ਿਕਰ ਕੀਤਾ ਸੀ ਹੁਣੇ ਹੀ, ਸੁਣ ਲਓ ਬਾਣੀ ਦੀ ਤੁਕ। ਅਸੀਂ ਤਾਂ ਬਹੁਤ ਕੁਝ ਬਣਾਈ ਫਿਰਦੇ ਇਹਨੂੰ। ਤੁਸੀਂ ਗੁਰਦੁਆਰੇ ਬੈਠੇ ਹੋ, ਮੈਂ ਵੀ ਵਿੱਚੇ ਹਾਂ। ਅੱਜ ਸਵੇਰਦਿਆਂ ਨੇ ਇਹ ਕਿਹਾ ਕਿ ਰੇਤੇ ਦੀ ਪੰਡ ਚੱਕੀ ਫਿਰਦੇ। ਨਾ ਨਾ ਨਾ, 15 ਕੁ ਵਾਰ ਤਾਂ ਸੀਸਾ ਦੇਖਿਆ ਹੋਣਾ। ਅੱਜ ਕੇ ਆਖੋ ਸੱਚ। ਇੱਕ ਸਾਡੇ ਨਾਲ ਹੁੰਦਾ ਤਾਂ ਚਿਮਟਾ ਵਜਾਉਣ ਨਾਲ, ਉਹ ਗੱਡੀ ਦੇ ਵਿੱਚ ਸੀਸਾ ਰੱਖਦਾ ਤਾ। 5 ਮਿੰਟ ਬਾਅਦ ਕਿਤੇ ਕੁਝ ਵਿਗੜ ਤਾਂ ਨਹੀਂ ਗਿਆ। ਦੇਖੋ ਰੇਤੇ ਨੂੰ ਕੀ ਬਣਾਈ ਫਿਰਦੇ, ਰੇਤੇ ਨੂੰ ਕਿਉਂ ਨਹੀਂ ਸਮਝ ਆਈ ਰੇਤਾ ਹੈ? ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸਭ ਕੁਝ। ਕਿਉਂ ਨਹੀਂ ਦਿਖ ਰਿਹਾ ਰੇਤਾ ਹੈ? ਮਰਦ ਕਹਿੰਦੇ ਬਾਰੂ ਭੀਤ ਹੈ ਤਾਂ ਰੇਤੇ ਦੀ ਕੰਧ।
ਪਰ ਬਣਾਈ ਰਾਚ ਪਾਚ। ਪੋਚਾ, ਬੀਬੀਆਂ ਨੂੰ ਪਤਾ ਪੋਚਾ ਦੇਣਾ। ਐਸੀ ਮਿੱਟੀ ਦੀਆਂ ਚਗਾਠਾਂ ਬਣਾਉਂਦੀਆਂ ਸੀ ਨਾ ਸਾਡੀਆਂ ਦਾਦੀਆਂ, ਕੌਲੀਆਂ ਗਲਾਸ ਰੱਖਣ ਨੂੰ। ਟਾਂਟਾ ਕਹਿੰਦੇ ਹੁੰਦੇ ਸੀ ਉਹਨੂੰ, ਯਾਦ ਹੋਣੀਆਂ ਬੀਬੀਆਂ ਦੇ ਨਾਂ। ਹੁੰਦੀ ਮਿੱਟੀ ਸੀ ਪਰ ਪਾਂਡੂ ਦਾ ਪੋਚਾ ਐਸਾ ਦੇ ਦਿੰਦੀਆਂ ਸੀ ਨਾ, ਸਟੀਲ ਵਾਂਗ ਚਮਕਦੀ ਸੀ। ਅਜ ਕੇ ਆਖੋ ਸਤ, ਲੱਕੜੀ ਵਾਂਗ ਚਮਕਦੀ ਸੀ। ਆਹੀ ਘਟਨਾ ਆਪੇ ਨਾਲ ਹੋ ਗਈ। ਹੈ ਰੇਤੇ ਦੀ ਕੰਧ, ਵਾਹਿਗੁਰੂ ਨੇ ਉੱਪਰ ਰੋਗਨ ਸੋਹਰਾ ਫੇਰਤਾ। ਅਜ ਕੇ ਆਖੋ ਸਤ, ਕੈਸੇ ਪ੍ਰਮਾਣ। ਬਾਰੂ ਭੀਤ, ਪਰ ਬਣਾਉਣ ਵਾਲੇ ਨੇ ਰਾਚ ਪਾਚ। ਪੋਚਾ ਦੇਤਾ ਸੁੰਦਰ ਦਾ, ਬਿਊਟੀ ਦਾ, ਨੈਣ ਨਕਸ਼ਾਂ ਦਾ। ਪਰ ਮਹਾਰਾਜ ਕਹਿੰਦੇ ਇਸ ਪੋਚੇ ਨੂੰ ਦੇਖ ਕੇ ਭੁੱਲੀ ਨਾ, ਭੁੱਲੀ ਨਾ ਵੀ ਰੇਤਾ ਨਹੀਂ ਹੈ। ਸਿੱਧੀ ਗੱਲ। ਬਾਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਕਿਤੇ ਪੋਚਾ ਰੇਤੇ ਦੀ ਕੰਧ ਨੂੰ ਖੜਾ ਰੱਖੂਗਾ? ਨਾ ਨਾ ਨਾ, ਮੈਂ 2 ਦਿਨ ਦੇਖਣ ਨੂੰ ਹੈ, ਦੇਖ ਲੈ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਰੀ ਰੱਬ ਵਾਹਿਗੁਰੂ ਖੰਡ ਮਿੱਠਾ। ਇਹ ਸਰੀਰ ਰੂਪੀ ਰੇਤੇ ਦੀ ਕੰਧ ਵਿੱਚ ਰੋਮ ਰੋਮ ਵਿੱਚ ਵਿਖਰਿਆ ਹੋਇਆ, ਰੋਮ ਰੋਮ ਵਿੱਚ ਵਸੈ ਮੁਰਾਰ। ਸਾਰੀਆਂ ਦੇਹੀਆਂ ਚ ਬੈਠਾ, ਅੰਗ ਅੰਗ ਵਿੱਚ ਬੈਠਾ, ਕਣ ਕਣ ਵਿੱਚ ਬੈਠਾ। ਲੋ ਕੈਸਾ ਪ੍ਰਮਾਣ ਦਿੱਤਾ ਕਿ ਉਹ ਮੈਦਾ ਖਾਣ ਪਰਮਾਤਮਾ ਖੰਡ ਕਿਸੇ ਨੂੰ ਲੱਭ ਪਵੇ। ਕੋਈ ਮਿੱਠਾ ਉੱਥੇ ਨਹੀਂ ਪੁੱਜਣਾ, ਕੋਈ ਸਵਾਦ ਉੱਥੇ ਨਹੀਂ ਪੁੱਜਣਾ। ਆਨ ਸਾਧ ਸਭ ਫੀਕਿਆ ਕਰ ਨਿਰਨਉ ਡੀਠਾ। ਵਾਹਿਗੁਰੂ ਮਿੱਠਾ ਖੰਡ ਸਾਡੇ ਸਰੀਰ ਰੂਪੀ ਰੇਤੇ ਦੀ ਪੰਡ ਵਿੱਚ ਬਿਖਰਿਆ ਪਿਆ ਹੈ, ਵਿੱਚੇ ਖੰਡਿਆ ਹੋਇਆ। ਤੂੰ ਬਣਿਆ ਫਿਰਦਾ ਹਾਥੀ ਵੱਡਾ, ਮੈਂ ਜ਼ਮੀਨਾਂ ਦਾ ਮਾਲਕ, ਮਰਬਿਆਂ ਦਾ ਮਾਲਕ, ਧੀਆਂ ਪੁੱਤਰਾਂ ਦਾ ਮਾਲਕ, ਕੋਠੀਆਂ ਦਾ ਮਾਲਕ। ਤੂੰ ਤਾਂ ਹਾਥੀ ਮਨ ਤੋਂ ਮੈਗਲ ਹੋਏ ਰਹੇ ਹੋ। ਮੈਗਲ ਨਾਮ ਹਾਥੀ, ਓਨਰਸ਼ਿਪ ਮਲਕੀਅਤ। ਹਾਥੀ ਬਣ ਕੇ ਨਹੀਂ ਚੁਗ ਹੋਣਾ, ਹੈ ਤੇਰੇ ਵਿੱਚੇ। ਜੇ ਸਰੀਰ ਵਿੱਚੋਂ ਹੀ ਰੱਬ ਖੰਡ ਨੂੰ ਚੁਗਣਾ, ਸਭ ਤੋਂ ਛੋਟਾ ਕੀੜੀ ਬਣ ਜਾ। ਅਜ ਕੇ ਆਖੋ ਸਤ, ਚੀਟੀ ਹੋਏ ਚੂਣ ਖਾਏ। ਉਹ ਹੈ ਖੰਡ ਜਿਹਦਾ ਹੁਣ ਇਹ ਰਾਏ ਜੀ ਬਚਨ ਕਰਦੇ ਨੇ। ਪੰਜਾਂ ਨੂੰ ਦਲ ਜਿਹੜਾ ਹੈ, ਇਹਨੂੰ ਸਾਧ ਲੋ, ਕਰ ਲੋ ਅਧੀਨ ਸ਼ੁੱਧ। ਇਹੀ ਮਿੱਤਰ ਬਣ ਜਾਣਗੇ ਕੀ ਰੂਪ। ਗੁਰਮੁਖ ਪਿਆਰਿਓ, ਆ ਜਿਹੜੇ ਹਉਮੈ ਦੇ ਡਲੇ ਅੰਦਰ ਚੱਕੀ ਫਿਰਦੇ ਹੋ ਭਾਰੇ ਭਾਰੇ, ਫਲਾਣੀ ਚੀਜ਼ ਮੇਰੀ, ਫਲਾਣੀ ਚੀਜ਼ ਮੇਰੀ, ਇੱਥੇ ਤੱਕ ਹਮਰੀ ਭੂਮ ਕੌਣ ਘਾਲੇ ਪੈਰ। ਕਿੱਥੇ ਤੱਕ ਹਉਮੈ ਦਾ ਤਾਪ। ਮੇਰਾ ਖੇਤ ਹੈ, ਬੱਟ ਨੂੰ ਲੰਘ ਕੇ ਤਾਂ ਦਿਖਾ। ਅਜ ਕੇ ਆਖੋ ਸਤਿਨਾਮ। ਹਮਰੀ ਭੂਮ ਕੌਣ ਘਾਲੇ ਪੈਰ। ਕੋਈ ਪੈਰ ਰੱਖ ਕੇ ਤਾਂ ਦਿਖਾਓ। ਇਹਨੂੰ ਕਿਤੇ ਚੂਰਾ ਕਰ ਦਵੇਂ, ਇਹਦਾ ਕਿਤੇ ਮੈਦਾ ਬਣਾ ਦਵੇਂ। ਮੈਦਾ ਜੀ ਤੋਂ ਬਰੀਕ ਹੋ ਨਾ ਸਕੇ ਚੀਜ਼। ਪਹਿਲਾਂ ਕਣਕ, ਫਿਰ ਦਲੀਆ, ਦਲੀਏ ਤੋਂ ਬਾਅਦ ਆਟਾ। ਆਟੇ ਨੂੰ ਵੀ ਕਿਤੇ ਚੱਕੀ ਪੀਹੀ ਜਾਵੇ। ਨੌਨ ਕ੍ਰਿਸਟਲ ਜਿਹਦੇ ਵਿੱਚ ਰੜਕ ਹੋਵੇ ਹੀ ਨਾ, ਜਰਰਾ ਹੋਵੇ ਹੀ ਨਾ, ਰਵਾਲ। ਧੂੜ ਵੀ ਐਸੀ ਬਣ ਜਾ ਦਿਖੇ ਨਾ ਧੂੜੀ ਵੀ ਹੈਗੀ। ਜੇ ਦਿਖਦੀ ਰਹੀ, ਕਬੀਰ ਸਾਹਿਬ ਕਹਿੰਦੇ ਧੂੜ ਫੇਰ ਕੀ ਹੋਇਆ, ਜੋੜ ਲੱਗ ਗਏ ਅੰਗ। ਅਜੇ ਤੂੰ ਦਿਖਦੀ ਹੈ, ਹਵਾ ਚੁੱਕਦੀ ਹੈ ਤੈਨੂੰ। ਕਿਸੇ ਦੇ ਸਰੀਰ ਵਿੱਚ ਪੈ ਕੇ ਮੈਲਾ ਕਰੇਂਗੀ? ਨਹੀਂ ਨਹੀਂ ਨਹੀਂ। ਦਿਖੇ ਨਾ ਹੋ ਸਗਲ ਕੀ ਰੇਣ ਕਾ, ਆਓ ਹਮਾਰੇ ਪਾਸ। ਉਹ ਰੱਬ ਖੰਡ ਬਣਾ ਦੇ ਚੂਰਾ ਹਉਮੈ ਦਾ ਮੈਦਾ। ਤੇ ਗੁਰਮੁਖ ਪਿਆਰਿਓ, ਪੰਜੇ ਵਿਕਾਰ ਦਲ
ਦਾਲ ਸੀਧਾ ਮੰਗੋ ਘੀਓ, ਸੋਧ ਲੈ ਇਹਨਾਂ ਨੂੰ, ਕਰ ਲੈ ਸ਼ੁੱਧ, ਕਰ ਲੈ ਅਧੀਨ, ਘੀ ਬਣ ਜਾਣਗੇ, ਪਾਕ ਪਵਿੱਤ ਬਣ ਜਾਊਗਾ। ਕਿਤੇ ਇਹ ਰਸੋਈ ਮਿਲ ਜਾਵੇ ਨਾ ਸਿੱਖਾ, ਫਿਰ ਮਿਲੂਗਾ ਕੀ? ਪੜਿਓ ਜੀ ਇਹੀ ਤੁਕ, ਕਿਉ ਮੈਦਾ ਖਾਣ ਚਾਰੇ ਕੁੰਡਾਂ ਸੁਜੀ, ਉਸ ਮਨ ਮੈਂ ਸ਼ਬਦ ਪ੍ਰਵਾਨ। ਉਹ ਸਿੱਖੋ ਕਿੰਨੀ ਵੱਡੀ ਡਿਗਰੀ ਦੇਤੀ ਆਪਾਂ ਨੂੰ। ਕਿਤੇ ਆ ਭੋਜਨ ਤੂੰ ਛਕ ਲਵੇਂ ਜੋ ਗੁਰੂ ਅਮਰਦਾਸ ਜੀ ਲੰਗਰ ਨੂੰ ਵੰਡ ਰਹੇ ਨੇ। ਗੋਇੰਦਵਾਲ ਸਾਹਿਬ ਜਿਹੜੇ ਨੇ ਇਹ ਭੋਜਨ ਛਕ ਲਿਆ, ਚਾਰੇ ਕੁੰਟਾਂ ਵਿੱਚ ਵਸਦਾ ਵਾਹਿਗੁਰੂ ਸਾਹਮਣੇ ਦਿਸਣ ਲੱਗ ਪਿਆ। ਚਾਰੇ ਕੁੰਟਾਂ ਵਿੱਚ ਕੌਣ ਵਸ ਰਿਹਾ? ਪਰਮੇਸ਼ਰ। ਉਹ ਸਾਹਮਣੇ, ਨਾ ਪਤਾਲ ਵਿੱਚ ਰਿਹਾ, ਨਾ ਆਕਾਸ਼ ਵਿੱਚ ਰਿਹਾ, ਨਾ ਪਹਾੜਾਂ ਵਿੱਚ, ਨਾ ਅੰਦਰ ਗੁਪਤ, ਚਾਰੇ ਕੁੰਡਾਂ ਸੁਝੀ ਉਸ ਸਮਝ ਵਿੱਚ ਆ ਗਈ। ਸਾਹਮਣੇ ਆ ਗਿਆ ਵਾਹਿਗੁਰੂ, ਚਾਰੇ ਕੁੰਡਾਂ ਵਿੱਚ ਵਸਦਾ। ਜਿਨ੍ਹਾਂ ਨੇ ਆ ਉੱਪਰਲਾ ਭੋਜਨ ਛਕਿਆ, ਇਹ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਛਕਾ ਰਹੇ ਹਨ। ਆਵਾ ਗੌਣ ਨਿਵਾਰਿਓ, ਕਰ ਨਦਰ ਨੀਸਾਨ। ਕੀ ਕੀਤਾ? ਜਿਹੜੇ ਸਿੱਖੇ ਭੋਜਨ ਛਕਦੇ ਨੇ ਉਹਨਾਂ ਉੱਤੇ ਆਪਣੀ ਨਦਰ ਦੀ ਮੋਹਰ ਲਾ ਦਿੱਤੀ। ਨਿਸ਼ਾਨ, ਨਿਸ਼ਾਨ ਮੋਹਰ, ਨਿਸ਼ਾਨ ਮੋਹਰ, ਬਸ ਉਹਦੀ ਨਦਰ ਦੀ ਮੋਹਰ ਕਿਹਨਾਂ ਉੱਤੇ ਲੱਗੂਗੀ? ਆਪਸ ਕੋ ਜੋ ਜਾਣੇ ਨੀਚਾ, ਬਣ ਗਿਆ ਧੂੜੀ ਸੰਗਤ ਦੀ। ਆਪਾ ਮਿਟਾ ਲਿਆ ਉਹਨਾਂ ਉੱਤੇ ਨਦਰ ਦੀ ਨਿਸ਼ਾਨ। ਜਦੋਂ ਉਹਦੀ ਨਦਰ ਦੀ ਮੋਹਰ ਲੱਗ ਗਈ, ਪਰਵਾਨਾ ਮਿਲ ਗਿਆ ਚਿੱਠਾ, ਤੇ ਗੁਰਮੁਖ ਪਿਆਰਿਓ ਆਵਾ ਗਾਉਣ 84 ਦਾ ਗੇੜਾ ਮੁੱਕ ਗਿਆ। ਅੱਜ ਕੇ ਆਖੋ ਸਤਿਨਾਮ। ਕਿਤੇ ਕਿਰਪਾ ਕਰਨ, ਗੁਰੂ ਅਮਰਦਾਸ ਦਾ ਬਣਾਇਆ ਭੋਜਨ ਆਪਾਂ ਵੀ ਛਕੀਏ, ਆਪਾਂ ਵੀ ਛਕੀਏ। ਛਕਾ ਰਹੇ ਨੇ ਰੋਜ਼, ਪਰ ਜੇ ਕੋ ਖਾਵੇ ਕੋਈ ਉਹ ਛਕਦਾ। ਜਿਹੜੇ ਛਕਦੇ ਨੇ ਉਹਨਾਂ ਨੂੰ ਸਵਾਦ ਨਹੀਂ ਲੱਗਦਾ, ਕਹਿੰਦੇ ਬਾਣੀ ਵਿੱਚ ਮਨ ਨਹੀਂ ਲੱਗਦਾ। ਕੋ ਪੁੰਚੈ ਪੁੰਚਣਾ ਆਨੰਦ ਮਾਨਣਾ। ਆ ਭੋਜਨ ਜਿਹੜਾ ਲੰਗਰ ਵਰਤਾ ਰਹੇ ਨੇ, ਗੁਰੂ ਨਾਨਕ ਦੀ ਗੱਦੀ ਤੇ ਬੈਠੇ ਗੁਰੂ ਅਮਰਦਾਸ ਮਹਾਰਾਜ, ਕੱਲੇ ਘੀ ਖੰਡ ਕੜਾ ਨਾਲ ਜੂਨੀਆਂ ਤੋਂ ਛੁਟਕਾਰਾ ਨਹੀਂ ਹੋਣਾ। ਆਪਾਂ ਨੇ ਵੀ ਬਹੁਤ ਵਾਰ ਖਾਧੇ, ਉਹ ਤਾਂ ਸਰੀਰਕ ਖੁਰਾਕ ਹੈ। ਆਹ ਖੁਰਾਕ ਦੱਸੀ ਹੈ ਤੁਹਾਨੂੰ, ਜਿਹੜੀ ਅੱਜ ਬਾਣੀ ਦੇ ਵਿੱਚ ਜੇ ਕਿਤੇ ਇਹ ਮਿਲ ਜਾਵੇ ਸਿੱਖਾ, ਗੁਰੂ ਤੋਂ ਲੈ ਲਵੇਂ ਤੂੰ ਪੱਲਾ ਅੱਡ ਕੇ, ਬਸ ਵੇਰ ਚਾਰੇ ਕੁੰਟਾਂ ਵਿੱਚ ਵਸਦਾ ਵਾਹਿਗੁਰੂ ਸਾਹਮਣੇ, 84 ਲੱਖ ਗੇੜੇ ਤੋਂ ਛੁਟਕਾਰਾ ਹੋ ਜਾਵੇ। ਓ ਤਰਿਆ ਓ ਤਾਰ ਲੈ, ਸੋ ਪੁਰਖ ਸੁਜਾਨ। ਕੈਸੇ ਨੇ ਗੁਰੂ ਅਮਰਦਾਸ ਮਹਾਰਾਜ? ਕੀ ਕਿਸੇ ਮਨੁੱਖ ਦੇ ਪੁੱਤਰ ਨੇ? ਬਾਬਾ ਤੇਜਭਾਨ ਜੀ ਦੇ ਪੁੱਤਰ ਨੇ, ਬਾਸਰ ਕੇ ਵਿੱਚ ਰਹਿਣ ਵਾਲੇ ਨੇ? ਨਹੀਂ ਨਹੀਂ, ਕੈਸੀ ਪਦਵੀ ਦੇ ਦਿੱਤੀ। ਔ ਤਰਿਆ, ਤੂੰ ਉਤਰਿਆ ਹੈ, ਉਤਰ ਕੇ ਆ ਗਏ। ਅਵਤਾਰ ਲੈ, ਅਵਤਾਰ ਲੈ ਕੇ ਕੌਣ? ਪੁਰਖ ਸੁਜਾਨ, ਅਕਾਲ ਪੁਰਖ ਵਾਹਿਗੁਰੂ ਆਪ। ਅਜ ਕੇ ਆਖੋ ਸਤਿ। ਐਸੀ ਪਦਵੀ ਤੂੰ ਅਵਤਰਿਆ, ਉਤਰੇ ਆਏ ਹੈ ਧਰਤੀ ਤੇ। ਅਵਤਾਰ, ਅਵਤਾਰ ਲੈ ਕੇ ਪ੍ਰਗਟ ਹੋ ਕੇ, ਸੋ ਪੁਰਖ ਸੁਜਾਨ। ਪੁਰਖ ਕਹੀਏ ਪੁਰੀ ਪੁਰੀ ਬਸੰਤਾ ਸਾ ਪੁਰਸ਼ਾ, ਜੋ ਸਾਰਿਆਂ ਵਿੱਚ ਪੂਰਿਆ ਹੋਇਆ, ਸਾਰਿਆਂ ਵਿੱਚ ਵਿਆਪਕ ਹੈ ਤੇ ਵਿਆਪਕ ਵੀ ਹੈ। ਸੁਜਾਨ, ਸਾਰਿਆਂ ਨੂੰ ਜਾਣਦਾ ਵੀ ਹੈ। ਅੱਜ ਕੇ ਆਖੋ ਸਤਿ। ਜਾਣਦਾ ਕੀ ਹੈ? ਇਹ ਜਾਣਦੇ ਵੀ ਫਲਾਣਾ ਹਰਦੇਵ ਸੰਧੂਲੋਂ ਦਾ, ਤੁਸੀਂ ਬਰਮਿੰਘਮ ਦੇ ਹੋ। ਇਹ ਜਾਣਦੇ ਜੋ ਕੁਛ ਕਰ ਰਹੇ ਹੋ ਉਹ ਜਾਣਦਾ ਹੈ। ਅੱਜ ਕੇ ਆਖੋ ਸਤਿ। ਕਰ ਕਰ ਵੇਖੈ ਕੀਤਾ ਆਪਣਾ, ਬਣਾਇਆ ਵੀ ਸਾਨੂੰ ਉਹਨੇ ਹੈ, ਕੀਤਾ ਵੀ ਉਹਨੇ ਹੈ। ਜੋ ਕੁਛ ਅਸੀਂ ਕਰ ਰਹੇ ਹਾਂ ਉਹ 24 ਘੰਟੇ ਦੇਖ ਵੀ ਰਿਹਾ।
ਅੱਗੋਂ ਦੇਖੈ ਪਿੱਛੋਂ ਦੇਖੈ ਤਿਸਤੇ ਕਹਾਂ ਛੁਪਾ। ਸੁਣਦੇ ਹੋ ਇੱਕ ਹੁਕਮਨਾਮਾ ਕਈ ਵਾਰ ਆਉਂਦਾ ਹੈ, ਬਹੁਤ ਵਾਰ। ਇਸੇ ਤੁਕ ਦਾ ਅਰਥ ਹੈ ਉਹਦੇ ਵਿੱਚ ਆਗੇ ਤੇ ਪਿੱਛੇ ਦੋ ਸ਼ਬਦ। ਅਖਰੀ ਅਰਥ ਨੇ ਤੁਹਾਨੂੰ ਹੁਣ ਤੁਹਾਡੇ ਪਿੱਛੇ ਨਹੀਂ ਦਿਖ ਰਿਹਾ, ਅੱਗੇ ਅੱਗੇ ਦਿਖਦਾ। ਮੈਨੂੰ ਮੇਰੇ ਅੱਗੇ ਦਿਖਦਾ, ਪਿੱਛੇ ਨਹੀਂ ਦਿਖਦਾ। ਪਰ ਅਕਾਲ ਪੁਰਖ ਅੱਗੋਂ ਦੇਖੇ ਪਿੱਛੋਂ ਦੇਖੇ। ਚਾਰ ਚੁਫੇਰੇ। ਕਿਸੇ ਦੀ ਪਿੱਠ ਹੈ ਉਹਦੀ ਚੀਜ਼ ਚੱਕ ਲਓ, ਉਹਨੂੰ ਦਿਖੇ ਹੀ ਨਹੀਂ। ਪਰ ਜੋ ਪਿੱਠ ਪਿੱਛੇ ਨੂੰ ਵੀ ਦੇਖ ਰਿਹਾ ਹੈ ਉਹ ਤੇ ਚੋਰੀ ਕਿਵੇਂ ਕਰੂਗੇ। ਤਿਸਤੇ ਕਹਾਂ ਛੁਪਾਵੇ। ਭਾਵ ਅਰਥ ਲਿਓ ਹੁਣ ਇਹਦਾ। ਸਿੱਖਾ ਇੱਥੇ ਕਰਤੂਤਾਂ ਕਰਕੇ ਤੂੰ ਕਿਵੇਂ ਛੁਪਾ ਲਵੇਂਗਾ ਉਹ ਤੋਂ, ਕਿਵੇਂ ਮਾੜੇ ਕੰਮਾਂ ਨੂੰ ਛੁਪਾਵੇਂਗਾ। ਕਿਉਂ? ਉਹਨੂੰ ਤਾਂ ਤੇਰੇ ਪਿਛਲੇ ਜਨਮ ਦਾ ਵੀ ਪਤਾ ਤੂੰ ਕੀ ਸੀ, ਉਹਨੂੰ ਇਹ ਵੀ ਪਤਾ ਨੇ ਅਗਲੇ ਜਨਮ ਵਿੱਚ ਕੀ ਹੋਣਾ ਹੈ। ਅੱਜ ਕੇ ਆਖੋ ਸਤਿ। ਅੱਗੋਂ ਦੇਖੇ ਪਿੱਛੋਂ, ਤਿੰਨੇ ਜਨਮ। ਜਿਹਨੂੰ ਪਿਛਲੇ ਜਨਮ ਦਾ ਪਤਾ ਹੈ ਤੇ ਅਗਲੇ ਦਾ ਵੀ ਪਤਾ ਹੈ, ਤੂੰ ਇਹਨੂੰ ਕਿੱਥੇ ਲੁਕੋ ਲੇਂਗਾ। ਤਾਂ ਹੀ ਮਹਾਰਾਜ ਨੇ ਕਹਿ ਦਿੱਤਾ, ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਕਰ ਲੈ ਪੜਦੇ। ਮੈਂ ਦੇਖੇ ਕਈ ਸ਼ਾਇਦ ਤੁਹਾਡੇ ਚੋਂ ਵੀ ਕੋਈ ਹੋਵੇ ਜਾਂ ਘਰ ਛਕਣ ਲੱਗਦੇ ਨੇ, ਕਹਿਣਗੇ ਪਰਦਾ ਕਰ ਦੋ, ਤਾਕੀ ਬੰਦ ਕਰ ਦੋ, ਗੁਆਂਢੀ ਉਹਨਾਂ ਨੂੰ ਦਿਖ ਜਾਵੇ। ਪਰ ਭਲੇ ਮਾਨਸਿਆ ਕਿਹੜੀ ਮੂਰਖਮਤੀ ਚ ਪਿਆ ਤੂੰ, ਗੁਆਂਢੀਆਂ ਤੋਂ ਲੁਕੋ ਲੇਂਗਾ ਤਾਕੀ ਬੰਦ ਕਰਕੇ। ਉਹ ਤਾਂ ਜਿੱਥੇ ਅੰਦਰ ਗਿਰਦੀ ਹੈ ਉੱਥੇ ਹੀ ਬੈਠਾ ਹੈ। ਅੱਜ ਕੇ ਆਖੋ ਸਤਿਨਾਮ। ਮਹਾਰਾਜ ਤਾਂ ਹੀ ਗੌੜੀ ਵਿੱਚ ਵਜਨ ਕਰਦੇ ਨੇ, ਅੰਤਰ ਬਹਿ ਕੇ ਕਰਮ ਕਮਾਈਏ, ਸੋਚੋਂ ਕੁੰਡੀ ਜਾਣੀ। ਕਿੰਨਾ ਲੁਕੋ ਕੇ ਕੋਈ ਮਾੜਾ ਕੰਮ ਕਰ ਲਈ। ਪਰ ਇੱਕ ਹੋਰ ਬੇਨਤੀ ਯਾਦ ਰੱਖੋਗੇ, ਇੱਕ ਮਾੜਾ ਕੰਮ ਕਰ ਲਿਓ, ਇੱਕ ਝੂਠ ਬੋਲ ਲਿਓ, ਇੱਕ ਮਾੜੇ ਕੰਮ ਨੂੰ ਛੁਪਾਉਣ ਖਾਤਰ 10 ਹੋਰ ਕਰਨੇ ਪੈਣਗੇ। ਇੱਕ ਝੂਠ ਬੋਲੇ 10 ਝੂਠ, ਉਸ ਇੱਕ ਝੂਠ ਨੂੰ ਛੁਪਾਉਣ ਖਾਤਰ ਬੋਲੇਗਾ ਤੂੰ, ਇੱਕ ਝੂਠ। ਪਰ ਜੇ ਅਕਲ ਟਿਕਾਣੇ ਆ ਜਾਵੇ ਕਿ ਜਦ ਇੱਕ ਨਹੀਂ ਛਪਦਾ 10 ਹੋਰ ਕਾਹਨੂੰ ਬੋਲਦਾ ਹੈ। ਅੱਜ ਕੇ ਆਖੋ ਸਤਿਨਾਮ। ਅਰਥਮੈਟ ਦੇ ਬੈਠੇ ਹੋ ਤੁਸੀਂ, ਹਿਸਾਬ ਪੜ੍ਹੇ ਹੋਏ, ਫਸਿਆ ਤਾਂ ਤੂੰ ਇੱਕ ਬੋਲ ਕੇ ਫੈਲਸਾ, ਤੇ ਉਹਨੂੰ ਛਪਾਉਣ ਖਾਤਰ 10 ਹੋਰ ਬੋਲਣ ਦੇ। ਜਦ ਇੱਕ ਨਹੀਂ ਛਪਦਾ ਤੇ 11 ਨੂੰ ਕਿਹੜੇ ਬਟੂਏ ਚ ਪਾਏਗਾ। ਸਾਨੂੰ ਮੈਂ ਇੱਕ ਝੂਠ ਬੋਲਿਆ 15 ਹੋਰ ਬੋਲਾਂਗੇ। ਇੱਕ ਮਾੜਾ ਕੰਮ ਕੀਤਾ ਉਹਨੂੰ ਛਪਾਉਣ ਖਾਤਰ। ਮਹਾਰਾਜ ਕਹਿੰਦੇ ਅੰਤਰ ਬਹਿ ਕੇ ਕਰਮ ਕਮਾਈਏ, ਸੋਚੋਂ ਕੁੰਡੀ ਜਾਣੀਏ। ਹੁਣ ਅੰਤਰ ਤੋਂ ਵੀ ਗਾਹਾਂ ਟੱਪ ਗਏ ਮਹਾਰਾਜ, ਕੁੰਡੇ ਜਿੰਦੇ ਲਾ ਕੇ ਨਹੀਂ। ਮਹਾਰਾਜ ਕਹਿੰਦੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਪਤਾਲ ਵਿੱਚ ਜਾ ਕੇ ਵੀ ਮਾੜਾ ਕੰਮ ਕਰ ਲਈ, ਉਹ ਵੀ ਪ੍ਰਗਟ ਹੋ ਜਾਣਾ ਹੈ। ਅੱਜ ਕੇ ਆਖੋ ਸਤ। ਪਤਾਲ ਵਿੱਚ ਮਹਾਰਾਜ ਕਹਿੰਦੇ ਭਾਈ ਐਸੇ ਗੁਰੂ ਅਮਰਦਾਸ ਮਹਾਰਾਜ ਸੁਜਾਨ, ਜੋ ਪੁਰਖ ਰਵਿਆ ਪੂਰੇ ਸਾਰਿਆਂ ਦੇ ਵਿੱਚ, ਕੱਲਾ ਪੂਰਿਆ ਹੋਇਆ ਨਹੀਂ, ਸਭ ਨੂੰ ਜਾਣਦਾ ਵੀ ਹੈ। ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪੁੱਛ। ਤੇ ਮਹਾਰਾਜ ਕਹਿੰਦੇ ਕੱਢ ਕੱਢ ਕੇ ਪਟ ਪਟ ਕੀ ਜਾਣਤ। ਬੜਾ ਗੰਭੀਰ ਸ਼ਬਦ ਹੈ ਚੌਪਈ ਸਾਹਿਬ ਦਾ। ਪਟ ਕੀ ਹੁੰਦਾ? ਪੜਦਾ। ਇਹ ਸਰੀਰ ਦੇ 6 ਪੜਦੇ ਨੇ, ਉਹੀ ਉਤੋਂ ਇੱਕ ਦਿਖਦਾ। 6 ਤਹਾਂ ਨੇ ਇਹਦੀਆਂ। ਆ ਉੱਪਰਲਾ ਹੱਡ ਚੰਮ ਅੰਨਮੈ ਕੋਸ਼, ਜੋ ਹੱਡ ਚੰਮ ਨਾਲ ਕਰਦੇ ਉਹਨੂੰ ਵੀ ਜਾਣਦਾ। ਨੰਬਰ 2 ਮਨ ਮੈਂ ਕੋਸ਼, ਦੂਜਾ ਸਰੀਰ ਹੈ ਮਨ, ਸੰਕਲਪ, ਵਿਚਾਰ, ਜੋ ਅੰਦਰ ਫੁਰਨੇ ਉੱਠਦੇ ਉਹਨੂੰ ਵੀ ਜਾਣਦਾ ਉਹ। ਤੀਸਰਾ ਗੋ ਮੈਂ ਕੋਸ਼, ਦਸੇ ਇੰਦਰੀਆਂ,
ਉਹ ਪੜਦਾ ਹੈ, ਉਹ ਸਰੀਰ ਹੈ ਸਾਡਾ। ਇੰਦਰੀਆਂ ਨਾਲ ਜੋ ਕੁਛ ਕਰਦਾ ਉਹਨੂੰ ਵੀ ਜਾਣਦਾ। ਨੰਬਰ 4, ਅੰਨ ਮੈਂ ਕੋਸ਼, ਮਨ ਮੈਂ ਕੋਸ਼, ਗੋ ਮੈਂ ਕੋਸ਼, ਪ੍ਰਾਣ ਮੈਂ ਕੋਸ਼। ਚੌਥਾ ਸਰੀਰ ਹੈ ਪ੍ਰਾਣਾ ਨਾਲ ਚੱਲਣ ਵਾਲਾ, ਹਵਾ ਨਾਲ ਜਾ ਰਹੀ ਹੈ, ਅੰਦਰ ਆ ਰਹੀ ਹੈ, ਜਾ ਰਹੀ ਹੈ। ਵਾਜਾ ਪਵਨ ਵਜਾਇਆ। ਪ੍ਰਾਣੀ ਤੁਹਾਨੂੰ ਕਿਉਂ ਕਹਿੰਦੇ ਪ੍ਰਾਣੀ? ਪ੍ਰਾਣੀ ਕਿਉਂਕਿ ਪ੍ਰਾਣਾ ਦੇ ਆਸਰੇ ਜੀ ਰਿਹਾ ਹੈ। ਅਜ ਕੇ ਆਖੋ ਸਤ, ਜੋ ਪ੍ਰਾਣਾ ਦੇ ਆਧਾਰ ਤੇ ਜੀਵੇ ਪ੍ਰਾਣੀ। ਕਿਵੇਂ ਜਾਣਦਾ? ਜਿਹੜਾ ਅੰਦਰ ਸਾਹ ਲਿਆ ਉਹਨੂੰ ਵੀ ਦੇਖ ਰਿਹਾ ਹੈ, ਜਿਹੜਾ ਬਾਹਰ ਆਇਆ ਉਹਨੂੰ ਵੀ ਦੇਖ ਰਿਹਾ। ਕਿਉਂਕਿ ਸਾਹ ਉੱਥੇ ਨੂੰ ਇਹ ਘੁੰਮ ਰਹੇ ਨੇ ਜਿੱਥੇ ਅੰਦਰ ਬੈਠਾ ਹੈ। ਉਹ ਲੁਕੋਵੇਂਗਾ ਕਿਵੇਂ? ਪੰਜਵਾਂ, ਬੁੱਧ ਮੈਂ ਕੋਸ਼, ਅਕਲ। ਅਕਲ ਥੋੜੀ ਜੀ ਸਹਾਇਤਾ ਦਿੰਦੀ ਹੈ ਚੋਰੀ ਕਰਨ ਨੂੰ, ਲੁਕੋ ਰੱਖਣ ਨੂੰ। ਅਕਲ ਇਹ ਦੱਸੂਗੀ ਇਹ ਹੁਣ ਕੰਮ ਹੋ ਤਾਂ ਗਿਆ, ਇਹਨੂੰ ਛੁਪਾਉਣਾ ਕਿਵੇਂ? ਇਹ ਗਲਤ ਕੰਮ ਹੋ ਤਾਂ ਗਿਆ, ਅਕਲ ਦੱਸੂਗੀ। ਮਹਾਰਾਜ ਕਹਿੰਦੇ ਕਿੱਥੇ ਛੁਪਾ ਲੂਗੀ ਤੇਰੀ ਅਕਲ? ਉਹ ਅਕਲ ਕੋਲ ਵੀ ਬੈਠਾ ਹੈ, ਅਕਲ ਚੱਲੇ ਉਹਦੀ ਕਿਰਪਾ ਨਾਲ ਰਹੀ ਹੈ। ਤੇ ਤੁਹਾਨੂੰ ਤਾਂ ਇੱਕ ਵਹਿਮ ਕੱਢਿਆ ਬਾਣੀ ਨੇ। ਹੁਣ ਤੁਸੀਂ ਕਹੋਗੇ 4 ਫੁਲਕੇ ਖਾ ਲਏ, ਮਹਾਂ ਦੀ ਦਾਲ ਦੀ ਪਲੇਟ, ਖੀਰ, ਵਿੱਚੇ ਕਸਟਰਡ, ਵਿੱਚੇ ਮਟਰ ਗੋਭੀ ਖਾ ਲਈ, 2 ਕਿਲੋ ਦੁੱਧ ਪੀ ਲੈਂਦਾ ਮੈਂ ਰੋਜ਼, 4-5 ਜੂਸ ਦੇ ਪੀ ਲੈਂਦਾ ਕੇਨ। ਕਹਿੰਦੇ ਹੋ ਨਾ ਵਹਿਮ ਹੈ ਥੋੜਾ। ਉਹਨਾਂ ਚਿਰ ਖਾਂਦੇ ਪੀਂਦੇ ਹੋ ਜਿੰਨਾ ਚਿਰ ਖਾਣ ਵਾਲਾ ਅੰਦਰ ਬੈਠਾ ਹੈ। ਅਜ ਕੇ ਆਖੋ ਸਤ, ਜਿੱਦਣ ਉਹਨੇ ਨਹੀਂ ਹੋਣਾ ਫਿਰ ਤਾਂ ਮੁੰਡਿਆਂ ਨੇ, ਘਰ ਵਾਲੀ ਪਤਨੀ ਨੇ ਪਾਣੀ ਦਾ ਚਮਚਾ ਪਾਉਣਾ, ਉਹ ਵੀ ਬਾਹਰ ਨੂੰ ਆਊਗਾ। ਅਜ ਕੇ ਆਖੋ ਸਤ। ਹੁਣ ਤੇਰੇ ਢਿੱਡ ਦਾ ਡਾਇਆਮੀਟਰ ਘਟ ਗਿਆ, ਮੂੰਹ ਛੋਟਾ ਹੋ ਗਿਆ, ਕਿਉਂ ਨਹੀਂ ਪਾਣੀ ਲੰਘਦਾ? ਹੁਣ ਪਾਣੀ ਪੀਣ ਵਾਲਾ ਅੰਦਰ ਹੈ ਨਹੀਂ। ਅਜ ਕੇ ਆਖੋ ਸਤ। ਡਾਕਟਰ ਕੋਲ ਖੜਾ ਸਰਿੰਜ ਲਈ, ਕਹਿੰਦਾ ਹੁਣ ਨਾੜ ਹੀ ਨਹੀਂ ਲੱਭਦੀ। ਉਹ 6.5 ਫੁੱਟ ਦਾ ਤੇਰੇ ਸਾਹਮਣੇ ਪਿਆ ਹੈ, ਨਾੜ ਕਿਉਂ ਨਹੀਂ ਲੱਭਦੀ? ਨਹੀਂ ਨਹੀਂ, ਨਾੜਾਂ ਨੂੰ ਬਣਾਉਣ ਵਾਲਾ ਹੁਣ ਵਿੱਚ ਨਹੀਂ ਹੈ। ਸੁਜਾਨ ਕੈਸੇ ਨੇ ਗੁਰੂ ਅਮਰਦਾਸ? ਉਹ ਧਰਿਆ, ਤੂੰ ਧਰਤੀ ਤੇ ਆ ਗਏ। ਅਵਤਾਰ ਲੈ, ਅਵਤਾਰ ਧਾਰਨ ਕਰਕੇ। ਕੌਣ? ਸੋ ਪੁਰਖ, ਉਹ ਅਕਾਲ ਪੁਰਖ। ਕਹੇ ਜੇ ਅਕਾਲ ਪੁਰਖ ਸੁਜਾਨ, ਕੱਢ ਕੱਢ ਕੇ ਪਟ ਪਟ ਕੀ ਜਾਣਨ ਵਾਲਾ। ਉਹ ਹੈ ਗੁਰੂ ਅਮਰਦਾਸ ਜੀ ਦਾ ਰੂਪ। ਚਖੜ ਵਾਉ ਨਾ ਡੋਲਈ, ਪਰਬਤ ਮੇਰਾਣ। ਬਥੇਰੇ ਚਖੜ ਆਏ ਸਾਡੇ ਗੁਰੂਆਂ ਦੇ ਉੱਤੇ, ਡੋਲੇ ਨਹੀਂ। ਬਹੁਤ ਚਖੜ, ਮਾਇਆ ਦੇ ਚਖੜ, ਦੁਸ਼ਮਣਾਂ ਦੇ ਚਖੜ, ਵਿਰੋਧੀਆਂ ਦੇ ਚਖੜ ਥੋੜੇ ਆ। ਐਡੇ ਵੀ ਚਖੜ ਆਏ, ਗੁਰੂ ਨਾਨਕ ਦੇਵ ਨੂੰ ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ, ਚੱਕੀ ਪੀ। ਇਹ ਵੀ ਚਖੜੇ ਸੀ। ਤੇ ਗੁਰੂ ਅਮਰਦਾਸ ਉੱਤੇ ਚਖੜ ਆਇਆ, ਪਤਾ ਹੀ ਹੈ ਤੁਹਾਨੂੰ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਭਾਈ ਦਾਤੂ ਜੀ ਨੇ ਤਖਤ ਤੇ ਬੈਠੇ ਗੁਰੂ ਅਮਰਦਾਸ ਦੀ ਢੂਹੀ ਵਿੱਚ ਲੱਤ ਮਾਰੀ। ਸੰਗਤ ਦੇ ਵਿੱਚ ਥੋੜਾ ਝੱਖੜ ਸੀ, ਕੋਈ ਸੰਗਤ ਵਿੱਚ ਬੈਠੇ ਦੇ ਲੱਤ ਮਾਰੇ, ਕੋਈ ਸਹਾਰਨੀ ਸਿਖਾਲੀ ਗੱਲ ਹੈ। ਗੋਇੰਦਵਾਲ ਸਾਹਿਬ ਝੱਖੜ ਤਾਂ ਆਇਆ, ਇਤਿਹਾਸ ਪੜ੍ਹਿਓ, ਮਹਾਰਾਜ ਚੌਂਕੀ ਤੋਂ ਹੇਠ ਡਿੱਗ ਪਏ, ਈਰਖਾ ਵਿੱਚ ਹੇਠ ਡਿੱਗ ਪਏ। ਬਿਰਧ ਸਰੀਰ ਉੱਠੇ ਤੇ ਭਾਈ ਦਾਤੂ ਜੀ ਦੇ ਜਾ ਕੇ ਚਰਨ ਫੜ ਲਏ ਗੁਰੂ ਅਮਰਦਾਸ। ਉਹਦੇ ਚਰਨ ਨੂੰ ਘੁੱਟਣ ਲੱਗ ਗਏ। ਕਹਿੰਦੇ ਗੁਰਮੁਖਾ, ਤੇਰੀ ਜਵਾਨੀ ਦੀ ਉਮਰ, ਤੇਰੇ ਜਵਾਨ ਦੇ ਪੈਰ ਨਰਮ, ਮੇਰੇ ਬੁੱਢੇ ਦਾ ਸਰੀਰ ਹੱਡ ਪੱਥਰਾਂ ਵਰਗਾ,
ਮੇਰੇ ਸਰੀਰ ਤੇ ਵੱਜ ਕੇ ਤੇਰੇ ਪੈਰ ਨੂੰ ਸੱਟ ਵੱਜੀ ਹੋਊਗੀ। ਅੱਜ ਕੇ ਆਖੋ ਸਤਿ। ਝੱਖੜ ਵਾਉ ਨਾ ਡੋਲਈ, ਤੀਜਾ ਅਰਥ ਮਾਇਆ ਦੇ ਝੱਖੜ। ਵਾਉ ਕਹੀਏ ਹਵਾ। ਕੈਸੇ ਝੱਖੜ ਨੇ? ਬਹੁਤ ਵੱਡੇ। ਮਾਇਆ ਦਾ ਝੱਖੜ। ਮਾਇਆ ਐਸੀ ਮੋਹਣੀ ਪਾਈ। ਇਹ ਝੱਖੜ ਚੱਲ ਰਿਹਾ ਇਹਦਾ 24 ਘੰਟੇ। ਝੱਖੜ ਹਿਲਾ ਦਿੰਦਾ ਬੜੇ ਬੜੇ ਦਰਖਤਾਂ ਨੂੰ ਪੈਰਾਂ ਤੋਂ। ਆਪਣੀ ਤਾਂ ਜੜ ਮਨਿਆਦੇ ਨਹੀਂ, ਆਪਾਂ ਤਾਂ ਉੱਪਰੇ ਤੁਰੇ ਫਿਰਦੇ। ਧਰਤੀ ਵੀ ਜੜ ਹੈ। ਕਬੀਰ ਮਾਇਆ ਡੋਲਣੀ ਪਵਨ ਝਕੋਲੇ ਦੇ। ਬੜੇ ਝੱਖੜ 24 ਘੰਟੇ ਮਾਇਆ ਦੇ। ਪਰ ਸਾਡੇ ਗੁਰੂਆਂ ਦੇ ਖਾਤਰ ਇੱਕ ਬਾਣੀ ਨੇ ਸ਼ਬਦ ਲਿਖ ਦਿੱਤਾ, ਚਾਰਨ ਕਮਲ। ਕਮਲ, ਕਮਲ ਤੇ ਟੋਭੇ 'ਚ ਖੜਾ ਹੁੰਦਾ। ਗੁਰੂ ਦੇ ਚਰਨਾਂ ਨਾਲ ਕਿਉਂ ਪਦਵੀ ਮਿਲ ਗਈ ਉਹਨੂੰ? ਚਰਨਾਂ ਨੂੰ ਕਮਲ ਕਿਉਂ ਕਹਿ ਦਿੱਤਾ? ਕਮਲ ਤੇ ਫੁੱਲ ਹੈ। ਕਿੱਥੇ ਗੁਰੂ ਦੇ ਚਰਨ? ਦੋਹਾਂ ਦੀ ਤਸੀਰ ਮਿਲ ਗਈ, ਗੁਣ ਮਿਲ ਗਏ। ਕਮਲ ਜਦ ਵੀ ਪੈਦਾ ਹੋਵੇਗਾ ਪਾਣੀ ਵਿੱਚ ਹੋਵੇਗਾ। ਪਾਣੀ ਤੋਂ ਬਿਨਾਂ ਕਮਲ ਹੋ ਨਹੀਂ ਸਕਦਾ। ਜਿਉਂਦਾ ਵੀ ਪਾਣੀ ਦੇ ਵਿੱਚ ਰਹੂਗਾ। ਪਾਣੀ ਸੁੱਕ ਗਿਆ, ਕਮਲ ਗਿਆ। ਆਪਣੀ ਖੁਰਾਕ ਵੀ ਪਾਣੀ ਦੇ ਵਿੱਚੋਂ ਲਊਗਾ। ਜੰਮਿਆ ਪਾਣੀ 'ਚ, ਖੜਾ ਪਾਣੀ 'ਚ, ਖੁਰਾਕ ਵੀ ਪਾਣੀ 'ਚੋਂ ਲੈ ਰਿਹਾ। ਪਰ 20 ਦਿਨ ਦੀ ਝੜੀ ਲੱਗੀ ਜਾਵੇ, ਕਮਲ ਆਪਣੀ ਪੱਤੀ ਤੇ ਪਾਣੀ ਨਹੀਂ ਟਿਕਣ ਦਊਗਾ। ਅੱਜ ਕੇ ਆਖੋ ਸਤਿ। ਤੁਸੀਂ ਸਪਰੇ ਪੰਪ ਲੈ ਕੇ ਨਾ ਕਮਲ ਤੇ ਸਪਰੇ ਕਰੋ, ਪੱਤੀ ਸੁੱਕੀ ਦੀ ਸੁੱਕੀ। ਸੁੱਕਾ ਖੜਾ ਪਾਣੀ ਵਿੱਚ ਹੈ ਸੁੱਕਾ, ਜੰਮਿਆ ਪਾਣੀ 'ਚ, ਪਰ ਸਿਰ ਪਰ ਪਾਣੀ ਨਹੀਂ ਆਉਣ ਦਿੰਦਾ। ਇਹੀ ਟੈਕਨੀਕ ਸਾਨੂੰ ਦੱਸੀ ਹੈ। ਇਹ ਸਰੀਰ ਮਾਇਆ ਹੈ, ਮਾਇਆ ਤੋਂ ਹੀ ਜੰਮੇ। ਮਾਂ ਵੀ ਮਾਇਆ ਸੀ। ਮਾਇਆ ਹੀ ਤੇਰਾ ਭੋਜਨ ਹੈ। ਮਾਇਆ ਵਿੱਚ ਰਹਿ ਰਹੇ ਹੈ। ਪਰ ਕਮਲ ਤੋਂ ਸਿੱਖਿਆ ਲੈ ਲੈ, ਇਹਨੂੰ ਸਿਰ ਪਰ ਨਾ ਆਉਣ ਦੇਈ। ਅੱਜ ਕੇ ਆਖੋ ਸਤਿ। ਕਮਲ ਪਾਣੀ ਨੂੰ ਪੈਰਾਂ ਵਿੱਚ ਰੱਖਦਾ ਹੈ, ਖੁਰਾਕ ਵੀ ਲੈਂਦਾ, ਸਿਰ ਪਰ ਨਹੀਂ ਤੁਬਕਾ ਠਹਿਰਨ ਦਿੰਦਾ। ਸਾਡੇ ਸਤਿਗੁਰਾਂ ਦੇ ਚਰਨ ਕਿਉਂ ਕਮਲ ਨੇ? ਸਾਡੇ 10 ਗੁਰੂਆਂ ਦੇ ਚਰਨ ਇਸ ਮਾਇਆ ਦੇ ਭਰੇ ਸਮੁੰਦਰ ਵਿੱਚ ਤੁਰਦੇ ਰਹੇ ਨੇ। ਮਾਇਆ ਵਿੱਚ ਵਿਚਰੇ ਨੇ, ਛੱਡੀ ਨਹੀਂ, ਪਰ ਮਾਇਆ ਵਿੱਚ ਰਹਿ ਕੇ ਸੁੱਕੇ ਹੀ ਰਹੇ ਨੇ। ਅੱਜ ਕੇ ਆਖੋ ਸਤਿ। ਝੱਖੜ ਵਾਉ ਨਾ ਡੋਲਈ। ਇਸ ਮਾਇਆ ਨੇ, ਮੋਹ ਨੇ ਥੋੜੇ ਡਲਾਤੇ। ਤ੍ਰੇਤੇ ਯੁਗ ਦੇ ਸ਼੍ਰੀ ਰਾਮ ਚੰਦਰ ਮਰਜ਼ਾਦਾ ਪੁਰਸ਼ੋਤਮ ਅਵਤਾਰ ਡਲਾਤੇ ਮਾਇਆ ਨੇ। ਸੀਤਾ ਮਾਇਆ ਸੀ, ਚੇਤਨ ਮਾਇਆ ਹੈ ਸਰੀਰ। ਇੱਕ ਜੜ ਮਾਇਆ ਹੁੰਦੀ ਹੈ ਤੁਹਾਡੇ ਪੌਂਡ, ਚੇਤਨ ਮਾਇਆ ਹੈ ਤੁਹਾਡਾ ਸਰੀਰ। ਤ੍ਰੇਤੇ ਯੁਗ ਦੇ ਅਵਤਾਰ ਮਰਜ਼ਾਦਾ ਪੁਰਸ਼ੋਤਮ ਮਾਇਆ ਦੇ ਝੱਖੜ ਵਿੱਚ ਡੁੱਲ ਗਏ ਸ਼੍ਰੀ ਰਾਮ। ਕਿਵੇਂ ਡੁੱਲ ਗਏ? ਜੰਗਲ ਦੇ ਪੰਛੀਆਂ ਨੂੰ ਪੁੱਛਦੇ ਫਿਰਨ, ਕਿਸੇ ਨੇ ਸੀਤਾ ਵੇਖੀ ਹੈ? ਚੰਦਰਮਾ ਸੂਰਜ ਤੋਂ ਪੁੱਛਿਆ, ਮੇਰੀ ਸੀਤਾ ਵੇਖੀ ਹੈ? ਐਸੀ ਮਾਇਆ ਨੇ ਪੈਰ ਹਿਲਾਤੇ। ਗੁਰੂ ਨਾਨਕ ਨੂੰ ਲਿਖਣਾ ਪਿਆ, ਬਣ ਮੈਂ ਝੂਰੇ ਰਾਮਚੰਦ, ਸੀਤਾ ਲਛਮਣ ਜੋ। ਬੁੱਬਾ ਮਾਰ ਕੇ ਰਾਮ ਜੀ ਰੋਏ ਜੰਗਲ ਦੇ ਵਿੱਚ, ਕੋਈ ਮਿਲਾ ਦੋ ਮੇਰੀ ਸੀਤਾ। ਇਹ ਮਾਇਆ ਦਾ ਝੱਖੜ ਸੀ, ਹੋਰ ਕੁਝ ਨਹੀਂ ਸੀ। ਸੀਤਾ ਮਾਇਆ ਹੈ, ਸਰੀਰ ਮਾਇਆ ਹੈ, ਇਹ ਧੀ ਪੁੱਤਰ ਮਾਇਆ ਹਨ, ਪ੍ਰੋਪਰਟੀ ਮਾਇਆ ਹੈ। ਡੋਲ ਗਏ, ਡੋਲ ਗਏ। ਦੁਆਪਰ ਵਿੱਚ 16 ਕਲਾ ਅਵਤਾਰ, ਕ੍ਰਿਸ਼ਨ ਮਹਾਰਾਜ ਮਾਇਆ ਵਿੱਚ ਡੋਲ ਗਏ। ਜੇ ਮਾਇਆ ਦੇ ਝੱਖੜ ਵਿੱਚ ਨਾ ਡੋਲਦੇ, ਉਹਨਾਂ ਨੂੰ ਕੀ ਲੋੜ ਸੀ ਕੁਰੂਕਸ਼ੇਤਰ ਵਿੱਚ ਜੰਗ ਕਰਨ ਦੀ। ਅੱਜ ਕੇ ਆਖੋ ਸਤਿ। ਤੁਸੀਂ ਕਹੋਗੇ ਸਾਡੇ ਗੁਰੂਆਂ ਨੇ ਕੀਤੇ,
ਫਰਕ ਹੈ। ਉਹ ਦੋਹਾਂ ਧਿਰਾਂ ਦੇ ਇੱਕ ਪਾਸੇ ਹੋ ਕੇ ਲੜੇ। ਸਾਡੇ ਗੁਰੂ ਕਿਸੇ ਧਿਰ ਨਾਲ ਨਹੀਂ ਲੜੇ, ਸਾਡੇ ਗੁਰੂ ਜ਼ੁਲਮ ਨਾਲ ਲੜੇ ਨੇ। ਅੱਜ ਕੇ ਆਖੋ ਸਤ, ਜ਼ੁਲਮ ਖਾਤਰ ਲੜੇ ਨੇ। ਕ੍ਰਿਸ਼ਨ ਪਾਂਡਵਾਂ ਦੀ ਖਾਤਰ ਲੜੇ ਨੇ, ਖੈਰਵਾਂ ਤੋਂ ਵਿਰੁੱਧ ਲੜੇ। ਮਾਇਆ ਖਤਮ ਹੋ ਗਈ, ਕਛੂਣੀਆਂ ਖਤਮ ਹੋ ਗਈਆਂ। ਪ੍ਰਵਾਸ ਤੀਰਥ ਤੇ ਜਾ ਕੇ ਰੋਣ ਲੱਗ ਪਏ ਕ੍ਰਿਸ਼ਨ ਮਹਾਰਾਜ। ਕੁਝ ਵੀ ਨਹੀਂ ਰਿਹਾ, ਕੱਲਾ ਲਛਮਣ ਰਹਿ ਗਿਆ, ਥੋੜੀਆਂ ਜਿਹੀਆਂ ਗੋਪੀਆਂ ਰਹਿ ਗਈਆਂ। ਯਾਦ ਰੱਖਿਓ, ਤੀਰਥ ਤੇ ਪ੍ਰਵਾਸ ਤੀਰਥ ਤੇ ਪਏ ਕ੍ਰਿਸ਼ਨ ਮਹਾਰਾਜ ਦੇ, ਉਹਨਾਂ ਦੇ ਪੈਰ ਵਿੱਚ ਪਦਮ ਰੇਖਾ ਸੀ। ਰਾਤ ਨੂੰ ਚਮਕੀ, ਸ਼ਿਕਾਰੀ ਨੇ ਮਿਰਗ ਸਮਝ ਕੇ ਬਾਣ ਮਾਰੇ, ਉਹ ਸ਼ਿਕਾਰੀ ਦੇ ਬਾਣਾਂ ਨਾਲੇ ਮਰ ਗਏ। ਅੱਜ ਕੇ ਆਖੋ ਸਤ, ਨਹੀਂ ਚੱਲ ਹੋਇਆ ਝਖੜ ਮਾਇਆ ਦਾ। ਤੇ ਇੱਥੇ ਤੱਕ ਇਤਿਹਾਸ ਲਿਖਿਆ, ਕ੍ਰਿਸ਼ਨ ਜੀ ਦਾ ਕਿਸੇ ਨੇ ਸੰਸਕਾਰ ਵੀ ਨਹੀਂ ਕੀਤਾ। ਇੰਨੇ ਵਿਜੋਗ ਵਿੱਚ ਡੁੱਬ ਗਏ, ਜੰਗਲ ਵੀ ਜਾ ਕੇ ਸ਼ਿਕਾਰੀ ਦੇ ਹੱਥੋਂ ਮਰ ਗਏ। ਸੰਸਕਾਰ ਨਹੀਂ ਹੋਇਆ, ਹੱਡੀਆਂ ਵਿੱਚੇ ਗਲੀਆਂ ਨੇ ਧਰਤੀ ਦੇ। ਆ ਤੁਹਾਡੇ ਗੁਰੂ ਸਾਹਮਣੇ ਪੁੱਤ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਡੋਲਿਆ ਹੀ ਨਹੀਂ। ਅੱਜ ਕੇ ਆਖੋ ਸਤ, ਤਵੀ ਤੇ ਬੈਠ ਗਏ ਪਰ ਡੋਲੇ ਹੀ ਨਹੀਂ। ਲੱਤ ਮਾਰੀ ਪਰ ਡੋਲੇ ਨਹੀਂ। ਇੰਨਾ ਸਹਿਜ ਦਾ ਘੋੜਾ, ਇੰਨਾ ਇੰਦਰੀਆਂ ਤੇ ਕੰਟਰੋਲ, ਹਉਮੈ ਆਏ ਹੀ ਨਹੀਂ। ਪੈਰ ਪੂੰਝਣ ਲੱਗ ਪਏ। ਤੁਹਾਡੇ ਸਤਿਗੁਰੂ ਸਾਰੇ ਪੀਰ ਪੈਗੰਬਰ ਡੋਲ ਗਏ। ਕਿਸੇ ਦਿਨ ਤੁਹਾਨੂੰ ਸਾਰਿਆਂ ਦੀ ਕਥਾ ਇੱਕ ਸਵਈਏ ਵਿੱਚ ਸੁਣਾਵਾਂਗੇ, ਕਿਵੇਂ ਡੋਲੇ, ਕਿਵੇਂ ਡੁੱਲ ਗਏ ਮਾਇਆ ਦੇ ਚਖੜਾਂ 'ਚ। ਤਾਂ ਹੀ ਤਾਂ ਬਾਣੀ ਨੇ ਕਹਿ ਦਿੱਤਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਸਾਰੇ। ਇਹ ਤਾਂ ਇੰਨਾ ਡੁਲਾ ਦਿੰਦੀ ਹੈ ਬੰਦੇ ਨੂੰ, ਮਾਲਕ ਨੂੰ ਵੀ ਭੁਲਾ ਦਿੰਦੀ ਹੈ। ਅੱਜ ਕੇ ਆਖੋ ਸਤ, ਇੰਨਾ ਚਖੜ, ਮਾਲਕੇ ਭੁੱਲ ਗਿਆ, ਪਤੀਓ ਭੁੱਲ ਗਿਆ। ਇਹ ਮਾਇਆ ਦੇ ਚਖੜ, ਪਰ ਤੁਹਾਡੇ ਗੁਰੂ ਨਹੀਂ ਡੋਲੇ, ਨਹੀਂ ਡੋਲੇ। ਚਖੜ ਵਾਓ ਨਾ ਡੋਲੇ। ਕੈਸੇ ਨੇ ਗੁਰੂ ਅਮਰਦਾਸ, ਪਰਬਤ ਮੇਰਾਨ ਸਮੇਰ ਪਰਬਤ ਵਾਂਗ ਇੱਕ ਜਗ੍ਹਾ ਖੜੇ ਨੇ, ਇੱਕ ਜਗ੍ਹਾ। ਸਾਰੇ ਪਰਬਤ ਨੇ ਨੇ ਜਿਹੜੇ ਹੋਰ ਪ੍ਰਮਾਣ ਦੇਣਾ ਪੈਂਦਾ, ਇਹ ਸਭ ਹਿੱਲ ਗਏ ਸੀ, ਇੱਕ ਸਮੇਰ ਨਹੀਂ ਸੀ ਹਿੱਲਿਆ। ਤਾਂ ਹੀ ਉਹਨੂੰ ਦ੍ਰਿੜ ਉਹਦਾ ਪ੍ਰਮਾਣ ਦਿੱਤਾ ਜਾਂਦਾ, ਪਰਬਤ ਮੇਰਾਨ। ਨਹੀਂ ਤਾਂ ਸਾਰੇ ਪਹਾੜਾਂ ਨੂੰ ਕਹਿ ਦਿੰਦੀ ਬਾਣੀ। ਕਦੋਂ ਹਿੱਲੇ ਆ ਪਤਾ ਤੁਹਾਨੂੰ? ਦਸਮ ਪਾਤਸ਼ਾਹ ਦੇ ਸਵਈਏ ਤਾਂ ਪੜ੍ਹਦੇ ਹੋਵੋਗੇ, 10 ਸਵਈਏ। ਉਹਦੇ ਵਿੱਚ ਲਿਖਿਆ ਹੈ ਕਿ ਪਰਬਤ ਹਿੱਲੇ। ਜੇ ਕਿਤੇ ਕਥਾ ਸੁਣੋ ਨਾ ਸਵਈਆਂ ਦੀ, ਕਰ ਪਰਬਤ ਪੰਖ ਹਲੇ ਨਾ ਹਲੇਂਗੇ। ਸਵਈਏ ਐਸੇ ਸੂਰਬੀਰ ਹੋਏ ਜਿਨ੍ਹਾਂ ਨੇ ਤੀਰ ਮਾਰ ਮਾਰ ਕੇ ਪਹਾੜਾਂ ਨੂੰ ਉਡਾ ਦਿੱਤਾ, ਪਰ ਉਹ ਸੂਰਬੀਰ ਨਹੀਂ ਹਿੱਲੇ। ਅੱਜ ਕੇ ਆਖੋ ਸਤ, ਕਰ ਪਰਬਤ ਪੰਖ ਹਲੇ, ਉਡਾ ਦਿੱਤੇ ਪੰਛੀਆਂ ਵਾਂਗ, ਨਾ ਹਲੇਂਗੇ। ਉਹ ਯੋਧੇ ਨੂੰ ਕੋਈ ਹਿਲਾ ਨਹੀਂ ਸਕਿਆ ਜੰਗੇ ਮੈਦਾਨ ਵਿੱਚ। ਇੱਕ ਸਮੇਰ ਪਰਬਤ ਦ੍ਰਿੜ ਨਹੀਂ ਹਿਲਿਆ। ਗੁਰਬਾਣੀ ਕਹਿ ਰਹੀ ਹੈ, ਗੁਰੂ ਅਮਰਦਾਸ ਤੂੰ ਉਹ ਸਮੇਰ ਪਰਬਤ ਹੈ ਜਿਸ ਨੂੰ ਕੋਈ ਝੱਖੜ, ਕੋਈ ਭੁਚਾਲ, ਕੋਈ ਹਿਲ ਜੁਲ ਹਿਲਾ ਨਹੀਂ ਸਕਦੀ। ਜਾਣੇ ਬਿਰਥਾ ਜੀ ਕੀ ਜਾਣੀ ਹੂ ਜਾਣ। ਤੂੰ ਐਸਾ ਨਹੀਂ ਪਹਾੜ ਵਾਂਗ ਜੜੇ ਖੜੇ ਇੱਕ ਜਗ੍ਹਾ, ਉਨੀ ਸ਼ਕਤੀ ਉਹ ਰੱਖਦੇ। हे ਗੁਰੂ ਅਮਰਦਾਸ ਜਾਣੀ ਹੂੰ ਜਾਣ, ਇਹਦਾ ਸਿੱਧੀ ਪੰਜਾਬੀ ਬੋਲੋ, ਤੂੰ ਜਾਣੀ ਜਾਣ। ਅੱਜ ਕੇ ਆਖੋ ਸਤਿਨਾਮ।
ਸਮੇਰ ਪਰਬਤ ਨੂੰ ਸ਼ਾਇਦ ਨਾ ਪਤਾ ਹੋਵੇ ਮੈਂ ਕੌਣ ਹੈ, ਕਿੱਥੇ ਖੜਾ, ਜੜ ਹੈ, ਚੇਤਨਤਾ ਨਹੀਂ ਹੈ ਉਹਦੇ ਵਿੱਚ। ਤੂੰ ਕੌਣ ਹੈ? हे ਗੁਰੂ ਅਮਰਦਾਸ ਫੇਰ ਪੜਿਓ, ਜਾਣੇ ਬਿਰਥਾ ਜੀਅ ਕੀ, ਜਾਣੇ ਬਿਰਥਾ ਜੀ ਕੀ। ਤੂੰ ਐਸਾ ਜਾਣੀ ਜਾਣੇ ਆਪਣੇ ਸੇਵਕਾਂ ਦੇ ਜੀਵਨ, ਉਹਨਾਂ ਦੇ ਮਨ ਦੀ ਬਿਰਥਾ, ਜੋ ਦੁੱਖ ਸੁੱਖ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਅਵਸਥਾ ਜੋ ਤੇਰੇ ਜੀਵਨ ਵਿੱਚ, ਤੇਰੇ ਜੀਵ ਵਿੱਚ ਹੈ, ਮੇਰੇ ਸਤਿਗੁਰ ਅਮਰਦਾਸ ਜੀ ਤੁਸੀਂ ਐਸੇ ਹੋ, ਆਪਣੇ ਸੇਵਕਾਂ ਦੇ ਜੀ ਮਨ ਨੂੰ ਜਾਣਦੇ ਹੋ, ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਹੋ, ਉਹਨਾਂ ਦੀਆਂ ਅਰਦਾਸਾਂ ਨੂੰ ਜਾਣਦੇ ਹੋ। ਤੇ ਜਾਣੀ ਜਾਣ ਪਤਾ ਕੌਣ ਹੁੰਦਾ? ਕਹਿੰਦਾ ਤੁਸੀਂ ਬਥੇਰੇ ਹੁੰਦੇ ਨੇ। ਜਿਹੜਾ ਜਾਣੀ ਵਿਆਕਰਨ ਬੋਲਣ ਲੱਗੇ ਤੁਹਾਡੀ ਕਿਰਪਾ ਨਾਲ, ਜਿਹੜੀ ਨਾਣੇ ਨੂੰ ਲੱਗੀ ਹੈ ਬਿਹਾਰੀ, ਇਹਨੂੰ ਆੜਾ ਬਣਾ ਲਓ। ਜਾਣੀ ਨਾਣੇ ਨੂੰ ਬਿਹਾਰੀ ਹੈ ਨਾ, ਬਿਹਾਰੀ ਕੱਟ ਦੋ ਤੇ ਬਣ ਗਿਆ ਜਾਣ, ਤੇ ਗਾਂ ਆੜਾ ਬਣ ਗਿਆ, ਜਾਣੀ ਜਾਣਦਾ ਬਣ ਗਿਆ ਅਣਜਾਣ। ਸਮਝਿਓ ਵਿਆਕਰਨ। ਜਾਣੀ ਜਾਣ ਕੌਣ ਹੁੰਦਾ ਹੈ? ਕਹੇ ਤੋਂ ਬਿਨਾ ਮਨ ਦੀ ਗੱਲ ਬੁਝੇ, ਅਜ ਕੇ ਆਖੋ ਸਤ। ਇੱਥੇ ਤਾਂ ਕਿੱਡਾ ਵੱਡਾ ਡਾਕਟਰ ਹੋਵੇ, ਕਹੀ ਜਾਓ ਮੇਰਾ ਢਿੱਡ ਦੁਖਦਾ, ਪਹਿਲਾਂ ਕਹੂਗਾ ਐਕਸਰਾ ਕਰਾ ਕੇ ਲਿਆ, ਅਜ ਕੇ ਆਖੋ ਸਤਿਨਾਮ। ਮੇਰੇ ਗੋਡੇ ਦੁਖਦੇ ਆ, ਪਹਿਲਾਂ ਬਲੱਡ ਟੈਸਟ ਕਰਾ। ਕੱਲ ਜਾਣੀ ਜਾਣ ਹੋਏ ਅਸੀਂ। ਜਾਣੀ ਜਾਣ ਇੱਕ ਸਤਿਗੁਰ ਹੈ, ਉਹਦੀ ਨਿਸ਼ਾਨੀ ਕੀ ਹੈ? ਬਿਨ ਬੋਲਿਆ ਸਭ ਕੁਛ ਜਾਣਦਾ। ਜਾਣੀ ਜਾਣ ਕੌਣ ਹੁੰਦਾ ਹੈ? ਜੋ ਅਣਜਾਣ ਨਹੀਂ ਜਾਣਦਾ ਕਿਸੇ ਨੂੰ, ਕਿਸੇ ਨੂੰ ਪਤਾ ਨਹੀਂ ਜਿਹਦਾ, ਉਹਨੂੰ ਵੀ ਜਾਣੇ, ਉਹਨੂੰ ਕਹਿੰਦੇ ਜਾਣੀ ਜਾਣ। ਮੇਰੇ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਐਸੇ ਅੰਤਰਜਾਮੀ ਹੋ, ਐਸੇ ਸਰਬੱਗ ਹੋ, ਆਪਣੇ ਸੇਵਕਾਂ ਦੇ ਮਨ ਦੀ ਬਿਰਥਾ ਜਾਣਦੇ ਹੋ, ਅਵਸਥਾ ਜਾਣਦੇ ਹੋ, ਉਹਨਾਂ ਦੀਆਂ ਲੋੜਾਂ ਨੂੰ ਜਾਣਦੇ ਹੋ। ਕਿਆ ਸਾਲਾਹੀ ਸੱਚੇ ਪਾਤਸ਼ਾਹ, ਜਾ ਤੂੰ ਸੁਗੜ ਸੁਜਾਨ। ਹੱਥ ਬਣ ਗਿਆ ਐਡਾ ਵਿਦਵਾਨ ਭਾਈ ਸੱਤਾ ਜੀ, ਸੱਚੇ ਪਾਤਸ਼ਾਹ ਮੈਂ ਤੇਰੀ ਕੀ ਸਿਫਤ ਕਰਾਂ? ਕਿਆ ਸਾਲਾਹੀ, ਮੈਂ ਕੋਈ ਸਿਫਤ ਕਰ ਸਕਦਾ? ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੇਰੀ ਮਹਿਮਾ ਵਰਨ ਨਾ ਸਕੋ। ਨਾਲੇ ਸੱਤਾ ਕੀ ਕਹੂਗਾ ਗੁਰੂ ਅਮਰਦਾਸ ਦੀ ਮਹਿਮਾ? ਗੁਰੂ ਗ੍ਰੰਥ ਸਾਹਿਬ ਮੁਨਕਰ ਹੋ ਗਏ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾ। ਮੈਂ ਕੌਣ ਹੈ ਤੇਰੀ ਉਪਮਾ ਕਹਿਣ ਵਾਲਾ? ਤੇਰੀ ਉਪਮਾ ਤਾਂ ਤੂੰ ਹੀ ਜਾਣਦਾ। ਕਿਹੋ ਜੀ ਉਪਮਾ ਹੈ ਗੁਰੂ ਅਮਰਦਾਸ ਜੀ ਦੀ? ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੇ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੇ। ਗੁਰੂ ਅਮਰਦਾਸ ਪਰਸੀਐ ਧਿਆਨ ਲਈਏ ਪਉ ਮੁਕੇ। ਕਿ ਕਹੀ ਜੀ ਅਵਸਥਾ? ਸੱਤਾ ਕਹਿੰਦਾ ਮੈਂ ਕੀ ਜਾਣੂੰਗਾ ਤੇਰੀ ਅਵਸਥਾ ਨੂੰ। ਫਿਰ ਪੜਿਓ ਜੀ, ਕਿਆ ਸਾਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ। ਤੂੰ ਤਾਂ ਅਕਾਲ ਪੁਰਖ ਸੁਗੜ। ਸੁਗੜ ਦਾ ਅਰਥ ਹੈ ਸੋ ਘੜ ਸ੍ਰੇਸ਼ਟ ਰਚਨਾ। ਘੜ ਕਹਿੰਦੇ ਘਾੜਤ ਰਚਨਾ, ਸੋ ਘੜ ਕਹੀਏ ਸ੍ਰੇਸ਼ਟ, ਸਭ ਤੋਂ ਉੱਤਮ। ਉਹ ਤਾਂ ਇੱਕ ਵਾਹਿਗੁਰੂ ਦੀ ਉਹ ਘਾੜਤ ਹੈ। ਬਥੇਰੇ ਇੰਜੀਨੀਅਰ ਹੈ ਤੁਹਾਡੇ ਇੱਥੇ। ਸਾਡੇ ਕਲਕੱਤੇ ਦੀਵਾਨ ਹੋਣੇ ਮਰਸਰੀ ਜਿਹੜੀ ਟਰੱਕਾਂ ਟੁੱਕ ਚੱਲਦੇ ਨਾ ਬੱਸਾਂ, ਆਪਣੇ ਦੋ ਜਗ੍ਹਾ ਬਣਦੀਆਂ, ਇੱਕ ਕਲਕੱਤੇ ਇੱਕ ਪੂਨੇ, ਦੋ ਪਲਾਂਟ ਨੇ। ਜੇ ਤੁਸੀਂ ਦੇਖਣ ਜਾਓ ਨਾ ਕਲਕੱਤੇ, ਤੁਹਾਨੂੰ ਮਹਿਮਾਨਾਂ ਵਾਂਗ ਸਤਿਕਾਰ ਦਿੰਦੇ ਆ। ਉਹ ਉਹਨਾਂ ਦੀ ਫੈਕਟਰੀ ਦੇਖਣ ਜਾਓ, ਚਾਹ ਪਾਣੀ ਕੌਫੀਆਂ ਨਾਲ ਨਾਲ ਫਿਰਨਗੇ ਬੰਦੇ, ਆਪ ਦਿਖਾਉਣਗੇ। ਉੱਥੇ ਲੈ ਗਏ ਸਾਨੂੰ, ਤੇ ਉਹਨਾਂ ਦਾ ਇੰਜੀਨੀਅਰ ਕਹਿੰਦਾ ਮਹਾਰਾਜ ਜਿਹੜਾ ਚੀਫ ਇੰਜੀਨੀਅਰ ਹੈ ਉਹਦੀ 12 ਲੱਖ ਰੁਪਈਆ, ਕੋਈ 20-25 ਸਾਲ ਦੀ ਗੱਲ ਅੱਜ ਤੋਂ, ਮਹੀਨੇ ਦੀ ਤਨਖਾਹ ਹੈ। ਇੰਨਾ ਹੀ ਉਹਦਾ ਖਰਚ ਹੈ।
ਉਹ ਕੰਪਨੀ ਨੂੰ 30 ਲੱਖ ਰੁਪਇਆ ਮਹੀਨਾ ਪੈਂਦਾ। ਕਹਿੰਦਾ 15 ਲੱਖ ਵਾਲੇ ਤਾਂ ਇੱਥੇ ਬਹੁਤ ਨੇ। ਟਾਟਾ ਟੈਲਕੋ ਜਿਹਨੂੰ ਟਾਟਾ ਕਹਿੰਦੇ ਤੁਸੀਂ, ਪਰ ਐਡੇ ਵੱਡੇ ਇੰਜੀਨੀਅਰ, ਐਡੀਆਂ ਤਨਖਾਹਾਂ, ਐਡੀਆਂ ਡਿਗਰੀਆਂ ਦੇ ਮਾਲਕ ਗੱਡੀ ਬਣਾਉਣੇ, ਚਾਹੇ ਉਹ ਮਰਸਡੀ ਕਾਰ ਹੋਵੇ ਟਾਟਾ ਦੀ, ਚਾਹੇ ਬੱਸ ਹੋਵੇ, ਚਾਹੇ ਟਰੱਕ ਹੋਵੇ। ਦੂਏ ਸਾਲ ਕੁਝ ਨਾ ਕੁਝ ਬਦਲਣਾ ਪੈਂਦਾ ਹੈ। ਅੱਜ ਕੇ ਆਖੋ ਸਤ, ਜੇ ਨਾ ਬਦਲਣ ਉਹ ਚੱਲਦੀ ਨਹੀਂ। ਪਤਾ ਲੱਗ ਜਾਂਦਾ ਸਾਡੀ ਇਸ ਚੀਜ਼ ਵਿੱਚ ਡਿਫੈਕਟ ਹੈ, ਪਹਿਲਾਂ ਨਹੀਂ ਪਤਾ ਲੱਗਿਆ। ਜੇ ਪਹਿਲਾਂ ਹੀ ਪਤਾ ਹੁੰਦੇ ਇਹੋ ਜਿਹਾ ਕਾਹਨੂੰ ਬਣਾਉਂਦੇ? ਨਹੀਂ, ਆਏ ਸਾਲ ਕੁਝ ਨਾ ਕੁਝ। ਟੋਇਟਾ ਵਾਲਿਆਂ ਦੇ ਬਦਲਦੇ ਨੇ, ਨਿਸ਼ਾਨ ਵਾਲਿਆਂ ਦੇ ਬਦਲਦੇ, ਸਭ ਇੱਕ ਵਾਹਿਗੁਰੂ ਸੁਗੜ ਉਹਦੀ ਕਾੜਤ ਹੀ ਜੀ ਇਹਨੂੰ ਇਹ ਜਿਹਾ ਸੁਜਾਨ ਹੈ। ਆ ਤੇਰੀ ਗੱਡੀ ਬਣਾਈ ਹੈ ਰੱਬ ਨੇ ਸਰੀਰ ਦੀ, ਜਿੱਥੇ ਅੱਖਾਂ ਲਾਤੀਆਂ ਮੁੜ ਕੇ ਬਦਲਣੀਆਂ ਹੀ ਨਹੀਂ ਪਈਆਂ। ਜਿੱਥੇ ਬਾਹਾਂ ਲਾਤੀਆਂ ਕੋਈ ਇੰਜੀਨੀਅਰ ਜੰਮੇ ਹੀ ਨਹੀਂ ਗਲਤ ਲਾਈਆਂ। ਜਿੱਥੇ ਕਿਡਨੀਆਂ ਫਿੱਟ ਕਰਤੀਆਂ ਵਾ ਕਰਤੀਆਂ। ਜੋ ਕੁਛ ਪਾਇਆ ਸੋ ਇੱਕ ਐਸਾ ਇੰਜੀਨੀਅਰ ਲੱਭੋ ਕੋਈ। ਵਿਦਵਾਨ ਬਥੇਰੇ, ਇੱਕ ਵਿਦਵਾਨ ਗ੍ਰੰਥ ਲਿਖਦੇ, ਦੂਏ ਸਾਲ ਨੇ ਉਹ ਤੋਂ ਵੀ ਚੰਗਾ ਲਿਖਤਾ ਛੱਡ ਦਿੱਤਾ ਲੋਕਾਂ ਨੇ। ਉਹ ਤੁਹਾਡੇ ਸਤਿਗੁਰ ਸੁਗੜ ਸੁਜਾਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤਾ, ਦੁਨੀਆ ਮਿਟ ਜੂਗੀ, ਇਹਦਾ ਲਿਖਿਆ ਨਹੀਂ ਮਿਟੂਗਾ। ਅੱਜ ਕੇ ਆਖੋ ਸਤ, ਐਸੇ ਸੁਗੜ ਸੁਜਾਨ, ਐਸੇ ਗੁਰੂ ਅਮਰਦਾਸ ਮਹਾਰਾਜ। ਮੈਂ ਤੇਰੀ ਕੀ ਸਿਫਤ ਕਰਾਂ, ਤੇਰੀ ਘਾੜਤ ਬਹੁਤ ਉੱਤਮ, ਤੇਰਾ ਜਾਣਨਾ ਸਭ ਤੋਂ ਉੱਤਮ। ਦੂਜਾ ਅਰਥ ਸੁਗੜ ਸੁਜਾਨ। ਅਸੀਂ ਜਾਣ ਲੈਂਦੇ ਚੀਜ਼ਾਂ ਨੂੰ, ਜਜਮੈਂਟ ਕਰ ਲੈਂਦੇ, ਆਪਣਾ ਫੈਸਲਾ ਵੀ ਦੇ ਦਾਂਗੇ, ਪਰ ਹੋ ਸਕਦਾ ਸਾਡੀ ਜਾਣਕਾਰੀ ਵਿੱਚ 50% ਗਲਤੀ ਹੋਵੇ, 10% ਗਲਤੀ ਹੋਵੇ। ਮੈਨੂੰ ਖਿਮਾ ਕਰ ਦਿਓ, ਕਈ ਵਾਰ 60% ਜਜਮੈਂਟ ਗਲਤ ਨਿਕਲਦੀ ਹੈ। ਪਰ ਇੱਕ ਸਾਡੇ ਸਤਿਗੁਰ ਹੈ, ਉਹਨਾਂ ਦੀ ਜਾਣਨੀ ਇੱਥੇ ਤੱਕ ਸੁਗੜ ਹੈ, ਬਾ ਜੋ ਉਹਨਾਂ ਨੇ ਜਾਣ ਲਿਆ ਠੀਕ ਹੈ ਨਿਕਲਿਆ। ਅੱਜ ਕੇ ਆਖੋ ਸਤ, ਬੜੇ ਬੜੇ ਅਵਤਾਰ ਭੁੱਲ ਗਏ, ਪੀਰ ਪਕੰਬਰ ਭੁੱਲ ਗਏ, ਸਾਡੇ 10 ਗੁਰੂ ਨਹੀਂ ਭੁੱਲੇ। ਅੱਜ ਕੇ ਆਖੋ ਸਤ, ਮੈਂ ਤੇਰੀ ਸਿਫਤ ਕੀ ਕਰਾਂ, ਤੂੰ ਸੁਗੜ ਸੁਜਾਨ। ਦਾਨ ਜੇ ਸਤਿਗੁਰ ਭਾਵ ਸੀ, ਸੋ ਸੱਤੇ ਦਾਨ। ਹੁਣ ਮੰਨ ਗਿਆ ਭਾਈ ਸੱਤਾ, ਇਹਨੇ ਆਪਣੀ ਲੜਕੀ ਖਾਤਰ ਦਾਨ ਮੰਗਿਆ ਸੀ, ਪਰ ਮੰਗਿਆ ਸੀ ਮਰਜ਼ੀ ਦਾ, ਕਿ ਵਿਸਾਖੀ ਦਾ ਚੜਾਵਾ ਦਿਓ ਸਾਨੂੰ। ਮਹਾਰਾਜ ਨੇ ਕਿਹਾ ਸੀ ਤੇਰੀ ਬੱਚੀ ਸਾਡੀ ਬੱਚੀ ਹੈ, ਅਸੀਂ ਵਿਆਹ ਕਰਾਂਗੇ। ਯਾਦ ਰੱਖਿਓ, ਹਿਸਟੋਰੀਕਲ ਪੁਆਇੰਟ ਹੈ, ਭਾਈ ਮਰਦਾਨੇ ਦੀ ਲੜਕੀ ਦਾ ਵਿਆਹ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਸਾਰਾ ਖਰਚ ਗੁਰੂ ਨਾਨਕ ਨੇ ਦਿੱਤਾ ਸੀ। ਤੂੰ ਸਾਡਾ ਕੀਰਤਨੀ ਹੈ, ਤੂੰ ਕੀ ਫਿਕਰ ਕਰਦਾ ਆਪਣੀ ਧੀ ਦਾ? ਇੱਥੇ ਬੈਠੇ ਆ ਤੁਹਾਡੇ ਵਿੱਚ ਸ਼ਾਹਕੋਟ ਦੇ, ਸਾਡੇ ਤਾਂ ਜਥੇ ਹੀ ਸ਼ਾਹਕੋਟ ਦਾ ਮਲਸੀਆਂ ਦਾ, ਢਾਡੀ ਸਿੰਘ ਜਿਹੜੇ ਆਉਂਦੇ ਕੋਲੇ ਉੱਥੇ ਹੈ ਨਾ ਮਲਸੀਆਂ। ਇਸ ਧਰਤੀ ਤੇ ਬਾਬੇ ਨਾਨਕ ਦਾ ਪਹਿਲਾ ਸਿੱਖ ਮਸੀਹਾਂ ਦਾ ਹੋਇਆ, ਭਾਈ ਭਗੀਰਥ, ਫਸਟ ਵਨ, ਪਹਿਲਾ ਸਿੱਖ ਮਲਸੀਆਂ ਦਾ ਭਾਈ ਭਗੀਰਥ ਖੱਤਰੀ, ਦੇਵੀ ਦਾ ਪੁਜਾਰੀ। ਹੁਣ ਵੇਖੋ ਗੁਰਦੁਆਰਾ ਜਾ ਕੇ ਬਣਿਆ, ਮੰਦਿਰ ਵੀ ਬਣੇ, 40 ਸਾਲ ਉਹਨੇ ਦੇਵੀ ਦੀ ਪੂਜਾ ਕੀਤੀ। ਸ਼ਾਹੂਕਾਰ ਸੀ, ਬਹੁਤ ਵੱਡਾ ਕਾਰੋਬਾਰ ਮਲਸੀਆਂ। 40 ਸਾਲ ਬਾਅਦ ਦੇਵੀ ਕਹਿੰਦੀ ਮੰਗ ਕੀ ਮੰਗਦੇ? ਹੁਣ 40 ਸਾਲ ਦੀ ਸੇਵਾ, ਬਿਰਤੀ ਉੱਚੀ ਚਲੀ ਗਈ, ਇੱਥੇ ਪੁੱਜ ਗਈ ਕਿ ਮੰਗਣ ਵਾਲੀ ਚੀਜ਼ ਤਾਂ ਕੋਈ ਹੈ ਹੀ ਨਹੀਂ। ਅੱਜ ਕੇ ਆਖੋ ਸਤ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੇ ਨਾਮ ਪਿਆਰੀ। ਕੀ ਮੰਗਾ? ਕੋਈ ਚੀਜ਼ ਰਹਿਣੀ ਨਹੀਂ ਮਾਤਾ ਜੀ, ਤੇਰੀ ਸੇਵਾ ਹੈ, ਠੀਕ ਹੈ। ਉਹ ਕਹਿੰਦੀ ਨਹੀਂ ਮੰਗ,
ਭਾਈ ਭਗੀਰਥ ਜੀ ਕਹਿੰਦੇ ਜੇ ਕੁਝ ਦੇਣਾ ਮੈਨੂੰ ਮੁਕਤੀ ਦੇ ਦੇ। ਅੱਜ ਕੇ ਆਖੋ ਸਤ। ਮੁਨਸ਼ੀਆਂ ਦਾ ਜ਼ਿਕਰ ਹੈ ਤੁਹਾਡਾ ਇਤਿਹਾਸ। ਮੁਕਤੀ। ਦੇਵੀ ਕਹਿੰਦੀ ਭਗੀਰਥਾ ਰਾਜ ਮੰਗ ਲੈ, ਪਦਾਰਥ ਧਨ ਦੌਲਤ ਪੁੱਤਰ ਧੀਆਂ, ਮੁਕਤੀ ਮੇਰੇ ਵੱਸ ਵਿੱਚ ਨਹੀਂ ਹੈ। ਹੁਣ ਪਤਾ ਨਹੀਂ ਕਿੱਥੇ ਕਿੱਥੇ ਮਠਾਂ ਤੇ ਸਿਰ ਝੁਕਾਉਂਦੇ ਫਿਰਦੇ ਨੇ ਸਿੱਖ। ਇਹ ਮੇਰੇ ਹੱਥ ਵਿੱਚ ਨਹੀਂ, ਮੈਂ ਨਹੀਂ ਦੇ ਸਕਦਾ। ਥੋੜਾ ਜਿਹਾ ਗੁੱਸਾ ਗਿਲਾ ਹੋ ਗਿਆ। ਕਹਿੰਦਾ ਫਿਰ 40 ਸਾਲ ਦੀ ਸੇਵਾ ਦਾ ਫਲ ਕੀ ਮਿਲਿਆ? ਤੇ ਮੈਨੂੰ ਤੇਰੀ ਪੂਜਾ ਕਰਨ ਦਾ ਕੀ ਫਲ ਮਿਲਿਆ? ਦੇਵੀ ਕਹਿੰਦੀ ਪੁੱਤਰਾ ਘਬਰਾ ਨਾ, ਫਲ ਦਊਂਗੀ। ਮੈਂ ਨਹੀਂ ਮੁਕਤੀ ਦੇ ਸਕਦੀ, ਤੇਰੀ ਸੇਵਾ ਦਾ ਫਲ ਦੇਣ ਲੱਗੀ ਏ। ਜੀ ਤੋਂ ਮੁਕਤੀ ਮਿਲੂਗੀ ਤੈਨੂੰ ਉਹਦੇ ਕੋਲ ਭੇਜ ਦੇਣੀ ਹੈ। ਅੱਜ ਕੇ ਆਖੋ ਸਤ। ਇਹੀ ਤੇਰੀ ਸੇਵਾ ਦਾ ਫਲ ਹੈ। 10 ਪਾ ਦੇਣੀ, ਬਹੁਤ ਵੱਡੀ ਗੱਲ ਹੈ। ਤੇਰੇ ਕੋਲੇ ਹੈ ਬੇਰ ਸਾਹਿਬ ਰਹਿੰਦਾ, ਗੁਰੂ ਨਾਨਕ ਜਾ ਚਰਨ ਫੜ ਲੈ। ਉਹ ਭਾਈ ਭਗੀਰਥ ਗਿਆ ਸੀ ਮਲਸੀਆਂ ਦਾ, ਪਹਿਲਾ ਸਿੱਖ ਗੁਰੂ ਨਾਨਕ ਦਾ ਉਹ ਬਣਿਆ। ਭਾਈ ਮਰਦਾਨਾ ਕਹਿੰਦਾ ਮੇਰੀ ਕੁੜੀ ਦਾ ਵਿਆਹ ਹੈ, ਥੋੜੇ ਜਿਹੇ ਪੈਸੇ ਦਿਓ। ਸਤਿਗੁਰ ਕਹਿੰਦੇ ਅਸੀਂ ਕਰਾਂਗੇ, ਤੂੰ ਗੁਰੂ ਕਾ ਕੀਰਤਨੀ ਹੈ। ਕਹਿੰਦੇ ਜਾ ਭਗੀਰਥ ਨੂੰ ਲੈ ਕੇ ਜਾਣਾ। ਭਗੀਰਥ ਨੂੰ ਬੁਲਾਇਆ। ਭਗੀਰਥਾ ਲਾਹੌਰ ਜਾ, ਸਾਡਾ ਕੀਰਤਨੀ ਹੈ, ਇਹਦੇ ਕੁੜੀ ਦਾ ਵਿਆਹ ਛੋਟਾ ਨਹੀਂ ਕਰਨਾ, ਧੂਮ ਧਾਮ ਨਾਲ ਕਰਨਾ। ਸਾਰੀ ਜ਼ਿੰਦਗੀ ਇਹਨੇ ਮੇਰੇ ਨਾਲ ਨਿਭਾਉਣੀ ਹੈ। ਗੁਰੂ ਦਾ ਜਸ ਕਰਦਾ। ਭਗੀਰਥ ਲਾਹੌਰ ਜਾਈ, ਜਿੰਨਾ ਵੀ ਖਰਚ ਹੋਵੇ ਤੂੰ ਦੇਣਾ। ਕੁਲੀਆਂ ਦੇ ਕੋਲ ਲੇਬਰ ਦੇ ਕੋਲ ਸਮਾਨ ਚੁਕਾ ਕੇ ਲਿਆਉਣਾ, ਜੋ ਵੀ ਮਰਦਾਨਾ ਕਵੇ ਖਰੀਦੀ ਜਾਈ। ਇੱਕ ਗੱਲ ਕਹਿ ਦਿੱਤੀ ਕਿ ਇੱਕ ਚੂੜਾ ਬਣਾ ਕੇ ਲਿਆਉਣਾ। ਚੂੜੇ ਪਾਉਂਦੇ ਨਹੀਂ ਆਪਾਂ ਧੀਆਂ ਨੂੰ, ਚੂੜਾ ਐਸਾ ਲਿਆਉਣਾ ਜਿਹੜਾ ਲਾਹੌਰ ਵਿੱਚ ਸਭ ਤੋਂ ਚੰਗਾ ਹੋਵੇ। ਮਰਦਾਨੇ ਦੀ ਕੁੜੀ ਨੂੰ ਪਾਉਣਾ ਸੀ। ਪਰ ਤੀਜੀ ਗੱਲ ਯਾਦ ਰੱਖੀ, ਲਾਹੌਰ ਵਿੱਚ ਰਾਤ ਨਹੀਂ ਕੱਟਣੀ। ਇਹ ਬਚਨ ਯਾਦ ਰੱਖ। ਦਿਨ ਦੇ ਦਿਨ ਮੁੜ ਕੇ ਆਉਣਾ। ਦੇਖੋ ਕੈਸਾ ਬਚਨ ਕਰਤਾ। ਹੁਣ ਗਰੋਸਰੀ, ਕੱਪੜੇ, ਨੂਣ, ਤੇਲ, ਗੋੜੇ ਤਾਂ ਪੰਡਾ ਬੰਨਤੀਆਂ, ਲੇਬਰ ਕਰ ਲਈ। ਤੇ ਸੁਨਿਆਰ ਉਹਦੀ ਹੱਟ ਤੇ ਗਏ। ਕੌਣ ਸੀ ਉਹ ਸੁਨਿਆਰ? ਉਸ ਸੁਨਿਆਰ ਦਾ ਨਾਮ ਹੈ ਭਾਈ ਮਨ ਸੁਖ, ਦੂਜਾ ਸਿੱਖ, ਗੁਰੂ ਨਾਨਕ ਦਾ ਦੂਜਾ ਸਿੱਖ ਭਾਈ ਮਨ ਸੁਖ। ਬਹੁਤ ਵੱਡਾ ਜਿਲਰੀ ਦਾ ਕੰਮ ਉਹਦਾ, ਸੁਨਿਆਰੇ ਦਾ। ਉਹਦੀ ਦੁਕਾਨ ਤੇ ਚਲੇ ਗਏ। ਭਾਈ ਭਗੀਰਥ ਕਹਿੰਦਾ ਚੂੜਾ ਦੇ ਵਧੀਆ ਜਾ। ਉਹ ਕਹਿੰਦਾ ਸਿੱਖਾ ਚੂੜਾ ਕੋਈ ਜੁੱਤੀ ਹੈ ਤੈਨੂੰ ਚੱਕ ਕੇ ਦੇ ਦੇਵਾਂ? ਗੋੜਾ ਜਿਹੜਾ 10 ਕਿਲੋ ਜੋਗ ਦੇਵਾਂ? ਕੋਈ ਵਜਨ ਦੱਸ। ਆਪਾਂ ਗਹਿਣੇ ਬਣਾਉਂਦੇ ਹੀ ਹੁੰਦੇ ਸੀ, ਵਜਨ ਦੱਸਣਾ ਪੈਂਦਾ ਸੀ। ਤੂੰ ਦੱਸ ਕਿਹੋ ਜਿਹਾ ਬਣਾਵਾਂ? ਅੱਜ ਨਹੀਂ ਮਿਲਣਾ, ਅਟਕਣਾ ਪਊ। ਭਾਈ ਭਗੀਰਥ ਕਹਿੰਦਾ ਮੈਨੂੰ ਗੁਰੂ ਦਾ ਬਚਨ ਅਸੀਂ ਰਹਿਣਾ ਨਹੀਂ, ਰਾਤ ਕੱਟਣੀ ਨਹੀਂ। ਬਚਨ ਕਹਿੰਦਾ ਕਾਰਨ ਕੀ ਹੈ? ਬਸ ਗੁਰੂ ਦਾ ਬਚਨ ਨਹੀਂ ਮੋੜਨਾ। ਜੇ ਤੂੰ ਨਹੀਂ ਦਿੰਦਾ ਕਿਸੇ ਹੋਰ ਦਾ ਦੇ ਦਿੰਦਾ। ਜਦ ਸਿੱਖ ਦੀ ਆ ਕਰਨੀ ਵੇਖੀ, ਗੁਰੂ ਤੇ ਭਰੋਸਾ। ਭਾਈ ਮਨ ਸੁਖ ਸੁਨਿਆਰ ਕਹਿੰਦਾ ਕਿਸੇ ਦਾ ਸਾਈ ਦੇ ਕੇ ਬਣਾਇਆ ਪਿਆ ਮੇਰੇ ਕੋਲ, ਬੜਾ ਕੀਮਤੀ, ਉਹ ਦੇ ਦਿੰਦਾ ਤੈਨੂੰ, ਮੈਂ ਉਹਨੂੰ ਹੋਰ ਬਣਾ ਕੇ ਦਊਂ। ਪਰ ਇੱਕ ਬੇਨਤੀ ਮੰਨ ਲੈ, ਜਿਸ ਗੁਰੂ ਦਾ ਤੂੰ ਇਤਨਾ ਬਚਨ ਮੰਨਦਾ ਹੈ, ਉਹ ਗੁਰੂ ਕੋਲ ਮੈਨੂੰ ਵੀ ਲੈ ਚੱਲ। ਅੱਜ ਕੇ ਆਖੋ ਸਤ। ਮੈਂ ਬਾਰ-ਬਾਰ ਤੁਹਾਨੂੰ ਕਿਹਾ, ਇਹ ਲੈਕਚਰ, ਕਥਾ, ਗੁਰਦੁਆਰੇ, ਢੱਡ ਸਾਰੰਗੇ, ਅਖੰਡ ਪਾਠ, ਲੰਗਰ, ਇਹ ਸਿੱਖੀ ਦਾ ਪ੍ਰਚਾਰ ਨਹੀਂ ਹੈ, ਸਾਧਨ ਹੈ। ਪ੍ਰਚਾਰ ਕੀ ਹੈ? ਇੱਕ ਸਿੱਖ ਦਾ ਜੀਵਨ ਹੀ ਸਿੱਖੀ ਦਾ ਪ੍ਰਚਾਰ। ਜੋ ਤੁਹਾਡੇ ਕੰਨਾਂ ਵਿੱਚ ਗੱਲਾਂ ਪਾ ਰਹੇ ਹੈ, ਤੁਹਾਨੂੰ ਅੱਖਾਂ ਨੂੰ ਦੇਖਣ ਨੂੰ ਮਿਲਣ, ਬਸ ਪ੍ਰਚਾਰ ਹੋ ਗਿਆ।
ਇੱਥੇ ਕੰਨ ਭਰ ਦੇਣੇ ਅਸੀਂ ਤੁਹਾਡੇ, ਦੇਖਣ ਨੂੰ ਕੱਖ ਵੀ ਨਹੀਂ ਹੈ। ਅੱਜ ਕੇ ਆਖੋ ਸਤਿ, ਬਸ ਇਹੀ ਘਾਟ ਮਾਰ ਗਈ ਸਾਨੂੰ। ਤੁਹਾਨੂੰ ਕਵਾਂਗੇ ਆ ਸਿੱਖੀ ਉਹ ਸਿੱਖੀ, ਕਹਿਣ ਵਾਲੇ ਦੇ ਵਿੱਚ ਉਹ ਸਿੱਖੀ ਹੈ ਨਹੀਂ। ਕਿੱਥੇ ਮੰਨੋਗੇ ਤੁਸੀਂ? ਮੈਨੂੰ ਲੈ ਚੱਲ। ਦੁਕਾਨ ਬੰਦ ਕਰਕੇ ਤੁਰ ਪਿਆ ਸੀ। ਕਿੱਥੇ ਲਾਹੌਰ, ਕਿੱਥੇ ਸੁਲਤਾਨਪੁਰ। ਰਾਤ ਕੱਟੀ। ਦੂਏ ਦਿਨ ਜਦੋਂ ਤੁਰੇ, ਗੁਰਮੁਖ ਪਿਆਰਿਓ, ਫਿਰ ਵੀ ਸੁਨਿਆਰਾ ਵਪਾਰੀ ਕਹਿੰਦਾ ਖਾਸੇ ਗਾਹਕ ਮੁੜ ਗਏ ਹੋਣੇ ਐ। ਅੱਜ ਕੇ ਆਖੋ ਸਤਿ, ਕਈਆਂ ਦਾ ਦੇਣ ਲੈਣ। ਇੱਕ ਸਿੱਖ ਤੇ ਗੱਲ ਸੁਣ ਕੇ ਹੀ ਤੁਰ ਪਿਆ ਮੈਂ ਤਾਂ। ਕਹਿੰਦਾ ਕੋਈ ਨਹੀਂ, ਹੁਣ ਮੈਂ ਗੁਰੂ ਤਾਂ ਮੰਨੂਗਾ ਜੇ ਮੇਰੇ ਮਨ ਦੀ ਬੁਝੂਗਾ। ਚਲੇ ਗਏ। ਸਮਾਨ ਦੀਆਂ ਪਿੰਡਾਂ ਤਾਰੀਆਂ। ਭਾਈ ਭਗੀਰਥ ਨੇ ਮੱਥਾ ਟੇਕਿਆ। ਮਰਦਾਨਾ ਜੀ ਨੇ ਜਦ ਇਹ ਟੇਕਣ ਲੱਗਿਆ ਨਾ ਮੱਥਾ, ਗੁਰੂ ਨਾਨਕ ਕਹਿੰਦੇ ਤੇਰੇ ਮਾਂ ਬਾਪ ਨੇ ਤਾਂ ਤੇਰਾ ਨਾਂ ਰੱਖਿਆ ਮਨ ਸੁਖ, ਫਿਰਦਾ ਹੈ ਜੇ ਦੁਖੀ ਹੋ। ਅੱਜ ਕੇ ਆਖੋ ਸਤਿਨਾਮ। ਮਾਂ ਬਾਪ ਕਹਿੰਦੇ ਮਨ ਸੁਖ, ਤੂੰ ਤਾਂ ਦੁੱਧਾ ਚ ਤੁਰੇ ਫਿਰਦਾ ਜੇ। ਚਰਨ ਫੜ ਲਏ। ਉਹ ਬਣਿਆ ਸੀ ਦੂਜਾ ਸਿੱਖ ਭਾਈ ਮਨ ਸੁਖ ਲਾਹੌਰ ਦਾ। ਹੁਣ ਸਮਾਂ ਹੋ ਗਿਆ ਹੈ। ਕਿਆ ਸਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ। ਇੱਥੋਂ ਤੁਹਾਡੇ ਨਾਲ ਬਚਨ ਕੱਲ ਦੇ ਸਮੇਂ ਵਿੱਚ ਆਪਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ, ਇਹ ਤੁਹਾਡੀ ਉਹ ਕਿਰਪਾ ਹੈ, ਗੁਰੂ ਦੀ ਬਖਸ਼ਿਸ਼ ਹੈ। ਅਗਾਧ ਬੋਧ ਬਾਣੀ ਆਪ ਕਥੇ ਆਪ ਸੁਣਨੇ, ਬੇਸ਼ੁਮਾਰ ਅਥਾ ਅਗਣਤ ਅਤੋਲੇ, ਜਿਉ ਬੁਲਾਵੋ ਇਉ ਨਾਨਕ ਦਾਸ। ਬਹੁਤ ਧੰਨਵਾਦ ਹੈ ਤੁਹਾਡਾ। ਧਿਆਨ ਨਾਲ ਸੁਣਨ ਵਾਲੇ ਆਉਂਦੇ ਹੋ, ਪਿਆਰ ਵਿੱਚ ਬੈਠਦੇ ਹੋ। ਕੋਟਾਨ ਕੋਟ ਵੇਰ ਧੰਨ ਮੈਂ। ਧੰਨਵਾਦ ਸਤਿਗੁਰਾਂ ਦਾ ਜੋ ਇਹ ਜਿਹੇ ਸੁਹਾਵਣੇ ਸਮੇਂ ਬਖਸ਼ ਰਹੇ ਨੇ, ਕਿਰਪਾ ਕਰ ਰਹੇ ਨੇ। ਭੁੱਲਾਂ ਤੋਂ ਖਿਮਾ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਤੁਹਾਡੀ ਬਖਸ਼ੀ ਹੋਈ ਮਾਇਆ ਸੇਵਾ ਵਿੱਚ ਲੱਗਣੀ ਹੈ। ਮਹਾਰਾਜ ਸਫਲੀ ਕਰਨ। ਸਰਦਾਰ ਮਲਕੀਤ ਸਿੰਘ ਜੀ ਭਾਈ ਗੁਰਮੁਖ ਪਿਆਰੇ ਸ਼ਾਇਦ ਆਏ ਨਹੀਂ ਅੱਜ, ਗੁਰਸਿੱਖੀ ਸਰੂਪ ਹੈ ਉਹਨਾਂ ਦਾ। ਉਹਨਾਂ ਨੇ ਵੀ ਇੱਕ ਆਪਰੇਸ਼ਨ ਦੀ ਸੇਵਾ ਕੀਤੀ ਹੈ। ਮਹਾਰਾਜ ਸਫਲੀ ਕਰਨ। ਸਾਰੀਆਂ ਸੰਗਤਾਂ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਗੁਰਸਿੱਖੀ ਸਿਧਾਂਤਾਂ ਨੂੰ ਸਮਝ ਕੇ ਪਹਿਰਾ ਦੇਣ ਦੀ ਖੇਚਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।